बकरियां चार दिया गोदी वाला तारा चढ़िया हो गोदी वाला तारा चढ़िया हो एक बार फिर तो ਵੀ ਮੰਚ ਨਾਲ ਜੁੜੇ ਬੈਠੇ ਸਾਰੇ ਰੰਗ ਕਰਮੀਆਂ ਦਾ ਰੰਗ ਮੰਚ ਨੂੰ ਪਿਆਰ ਕਰਨ ਵਾਲੇ ਸਾਡੇ ਦਰਸ਼ਕਾਂ ਦਾ ਸਵਾਗਤ ਹੈ। ਮੇਰਾ ਜੀ ਕਰਦਾ ਕਿ ਵੀ ਮੰਚ ਵਾਲਿਆਂ ਨੂੰ ਇੱਕ ਵਾਰ ਫਿਰ ਮੈਂ ਸ਼ੁਕਰੀਆ ਅਦਾ ਕਰਾਂ। ਮੈਂ ਫੇਸਬੁੱਕ ਤੇ ਦੇਖ ਰਿਹਾ ਸੀ ਤਕਨੀਕੀ ਖਰਾਬੀ ਦੇ ਕਾਰਨ ਗੁਰਦੀਪ ਭੁੱਲਰ ਹੋਣਾ ਨਾਲ ਜਾਂ ਜਸਪਾਲ ਢਿੱਲੋਂ ਸਾਹਿਬ ਦੇ ਸੁਨਹਿਰੀ ਬੋਲ ਜਿਹੜੇ ਨੇ ਉਹ ਜਿੰਨਾ ਚਿਰ ਦੇ ਵਿੱਚ ਗੁਰਿੰਦਰ ਹੋਣੀ ਉਹਨੂੰ ਤਕਨੀਕੀ ਸਮੱਸਿਆ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਸੀ ਤੇ ਬਹੁਤ ਸਾਰੇ ਸਾਡੇ ਰੰਗ ਕਰਮੀ ਜਿਹੜੇ ਨੇ ਉਹਨਾਂ ਦਾ ਆਪਸ ਦੇ ਵਿੱਚ ਜਿਹੜੀ ਗੁਫ਼ਤਗੂ ਜਿਹੜਾ ਰੂਬਰੂ ਇੱਕ ਦੂਸਰੇ ਨਾਲ ਚੱਲ ਰਿਹਾ ਸੀ ਉਹਦੇ ਵਿੱਚ ਮਤਲਬ ਲੋਕ ਇੱਕ ਦੂਜੇ ਨਾਲ ਸਾਡੇ ਰੰਗ ਕਰਮੀ ਜਿਹੜੇ ਜੁੜੇ ਹੋਏ ਸਨ ਆਪਣੇ ਥੀਏਟਰ ਦੇ ਸਫ਼ਰ ਬਾਰੇ ਗੱਲਬਾਤ ਜਿਹੜੇ ਨੇ ਉਹ ਕਰ ਰਹੇ ਸੀ। ਇਹ ਵੀ ਇੱਕ ਉਪਰਾਲਾ ਜਿਹੜਾ ਉਹ ਚੰਗਾ ਜਿਹੜਾ ਉਹਨਾਂ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਜੋੜੀ ਰੱਖਿਆ। ਮੇਰਾ ਖਿਆਲ ਹੈ ਕਿ ਸਮੱਸਿਆ ਜਿਹੜੀ ਆ ਉਹ ਥੋੜੀ ਬਹੁਤ ਸੁਲਝਾਈ ਗਈ ਹੈ ਪਰ ਕੋਈ ਗੱਲ ਨਹੀਂ ਜਿੰਨੀ ਕੁ ਰਹਿ ਗਈ ਉਹ ਵੀ ਸੁਲਝਾਈ ਜਾਏਗੀ। ਅਸੀਂ ਜਸਪਾਲ ਢਿੱਲੋਂ ਹੋਣਾ ਦੇ ਬਾਰੇ ਮੈਂ ਖਾਸ ਕਰਕੇ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਪਤਾ ਲੱਗਾ ਕਿ ਜਸਪਾਲ ਢਿੱਲੋਂ ਭਾਜੀ ਜਿਹੜੇ ਨੇ ਜਿਨ੍ਹਾਂ ਦੀ ਛਤਰਛਾਇਆ ਦੇ ਵਿੱਚ ਮੈਂ ਦਮਨ ਸਾਹਿਬ ਨਾਲ ਜਦੋਂ ਜੁੜਿਆ ਸੀ ਤੇ ਬਹੁਤ ਉਹਨਾਂ ਦੇ ਨਾਲ ਨਾਟਕ ਜਿਹੜੇ ਨੇ ਉਹਨਾਂ ਨਾਲ ਬਹੁਤ ਸਮਾਂ ਮੰਚ ਸਾਂਝਾ ਕਰਨ ਦਾ ਮੈਨੂੰ ਮੌਕਾ ਮਿਲਿਆ। ਮੈਨੂੰ ਯਾਦ ਹੈ ਜਦੋਂ ਅਸੀਂ ਦਮਨ ਸਾਹਿਬ ਦੀ ਸਟੈਂਡਰਡ 10 ਕਾਰ ਉਹਦਾ ਦਰਵਾਜ਼ਾ ਪੁੱਠਾ ਖੁੱਲ੍ਹਦਾ ਸੀ ਉਸ ਦੇ ਵਿੱਚ ਬੈਠ ਕੇ ਮੈਂ ਢਿੱਲੋਂ ਸਾਹਿਬ ਜੈਨ ਸਾਹਿਬ ਤੇ ਬਲਜੀਤ ਬਾਲਾ ਜੀ ਅਸੀਂ 4-5 ਜਣੇ ਮਿਸਿਸ ਦਮਨ ਤੇ ਦਮਨ ਸਾਹਿਬ ਅਸੀਂ ਜਾਂਦੇ ਹੁੰਦੇ ਸੀ ਨਾਟਕ ਕਰਨ। ਅੱਜ ਸੁਨਹਿਰੀ ਬੋਲ ਜਿਹੜੇ ਨੇ ਉਹ ਢਿੱਲੋਂ ਸਾਹਿਬ ਤੁਹਾਡੇ ਸਾਹਮਣੇ ਰੱਖਣਗੇ ਤੇ ਲਓ ਆਓ ਆਪਾਂ ਆਨੰਦ ਮਾਣਦੇ ਹਾਂ ਢਿੱਲੋਂ ਸਾਹਿਬ ਉਹਨਾਂ ਦੇ ਜਸਪਾਲ ਢਿੱਲੋਂ ਜੀ ਦੇ ਸੁਨਹਿਰੀ ਬੋਲਾਂ ਦਾ। ਸੁਨਹਿਰੀ ਬੋਲ। ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਵੀ ਮੰਚ ਦੇ ਪ੍ਰਬੰਧਕਾਂ ਗੁਰਵਿੰਦਰ ਤੇ ਉਹਦੇ ਸਾਥੀਆਂ ਨੂੰ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਆ ਪਹਿਲਾ ਅੰਤਰਰਾਸ਼ਟਰੀ ਪੰਜਾਬੀ ਰੰਗਮੰਚ ਆਨਲਾਈਨ ਸ਼ੁਰੂ ਕੀਤਾ ਹੈ ਤੇ ਬਹੁਤ ਸਾਰੇ ਰੰਗ ਕਰਮੀਆਂ ਨੂੰ ਇੱਕ ਪਲੇਟਫਾਰਮ ਦਿੱਤਾ ਜਿਨ੍ਹਾਂ ਦਾ ਆਪਾਂ ਕਲਾ ਉਹਨਾਂ ਦੀ ਵੇਖ ਰਹੇ ਹਾਂ ਤੇ ਉਹਨਾਂ ਨੂੰ ਮਾਣ ਰਹੇ ਹਾਂ ਤੇ ਕਈ ਵਾਰ ਨਵੇਂ ਰੰਗ ਕਰਮੀ ਵੀ ਇਹਦੇ ਉੱਤੇ ਆ ਰਹੇ ਨੇ ਜਿਨ੍ਹਾਂ ਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਜਿਹੜੇ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ। ਦੋਸਤੋ ਰੰਗਮੰਚ ਉਹ ਮੰਚ ਜਿਹਦੇ ਉੱਤੇ ਰੰਗ ਕਰਮੀ ਆਪਣੀ ਅਦਾਕਾਰੀ ਦੇ ਵਿੱਚ ਵੰਨ ਸਵੰਨੇ ਰੰਗ ਭਰ ਕੇ ਉਹਨੂੰ ਹੋਰ ਖੂਬਸੂਰਤ ਬਣਾਉਂਦਾ ਤੇ ਫਿਰ ਉਹ ਦਰਸ਼ਕਾਂ ਦੀ ਵਾਹ ਖੱਟਦਾ। ਰੰਗ ਕਰਮੀ ਵਾਸਤੇ ਇੱਕ ਇਹੀ ਖੁਰਾਕ ਹੈ। ਦੋਸਤੋ 1975-76 ਤੋਂ ਮੈਂ ਵੀ ਇਸ ਰੰਗ ਮੰਚ ਦੀ ਦੁਨੀਆ ਦੇ ਨਾਲ ਜੁੜਿਆ ਹੋਇਆ ਤੇ ਗੱਡੀਆਂ ਤੋਂ ਲੈ ਕੇ ਬੰਬਈ ਤੱਕ ਦਾ ਸਫ਼ਰ ਕੀਤਾ ਤੇ ਫਿਰ ਇੱਥੇ ਕੈਨੇਡਾ ਵਿਖੇ ਆਣ ਕੇ ਮਾਰਚ 1992 ਵਿੱਚ ਸਭ ਤੋਂ ਪਹਿਲਾਂ ਨਾਟਕ ਇੱਥੇ ਖੇਡਿਆ ਸੀ। ਉਦੋਂ ਆਮ ਤੌਰ ਤੇ ਬਾਹਰੋਂ ਹੀ ਨਾਟਕ ਮੰਡਲੀਆਂ ਆਉਂਦੀਆਂ ਸਨ ਜਿਹਦੇ ਵਿੱਚ ਇੱਕ ਵਾਰੀ ਮੈਂ ਵੀ 1981 ਦੇ ਵਿੱਚ ਰਾਣੀ ਜਿੰਦਾ ਨਾਟਕ ਦੇ ਵਿੱਚ ਐਜ਼ ਏ ਕਲਾਕਾਰ ਬਾਹਰ ਆਇਆ ਸੀ ਤੇ USA ਕੈਨੇਡਾ ਵਿੱਚ ਅਸੀਂ 12-13 ਸ਼ੋਅ ਕੀਤੇ ਸੀ। ਮੈਨੂੰ ਇੱਥੇ ਦੱਸਦੇ ਇਹ ਵੀ ਖੁਸ਼ੀ ਹੋਈ ਹੈ ਕਿ ਇੱਥੇ ਆਉਣ ਦੇ ਬਾਅਦ ਵੀ ਅਸੀਂ ਇੱਕ ਨਾਟਕ ਕਾਮਾ ਘਟਾ ਮਾਰੂ ਜਿਹੜਾ ਕਿ ਐਡਮਿੰਟਨ ਦੇ ਕਲਾਕਾਰਾਂ ਨੇ ਲਿਖਿਆ ਤੇ ਉਹਨਾਂ ਨੇ ਖੇਡਿਆ ਵੀ ਸੀ ਪਰ ਅਸੀਂ ਟੋਰਾਂਟੋ ਤੋਂ ਇੱਥੇ ਐਜ਼ ਏ ਗੀਤਕਾਰ ਓਮਕਾਰਪ੍ਰੀਤ ਤੇ ਗੀਤਾਂ ਨੂੰ ਗਾਉਣ ਵਾਲੀ ਰਾਜਕੁਮਾਰ ਤੇ ਮੈਂ ਐਜ਼ ਏ ਨਿਰਦੇਸ਼ਕ ਉੱਥੇ ਗਿਆ ਸੀ ਉੱਥੇ ਬਹੁਤੇ 12-13 ਸ਼ੋਅ ਅਸੀਂ ਕੈਨੇਡਾ ਵਿਖੇ ਕੀਤੇ ਸੀ। ਦੋਸਤੋ ਰੰਗਮੰਚ ਬਾਹਰ ਆਣ ਕੇ ਵੀ ਖੇਡਣਾ ਕੋਈ ਸਖਾਲਾ ਨਹੀਂ ਹੈ, ਔਖਾ ਕੰਮ ਹੈ, ਕਾਫੀ ਔਖਾ ਕੰਮ ਹੈ। 110 ਕਿਲੋਮੀਟਰ ਕੰਮ ਤੋਂ ਆਣਾ ਜਾਣਾ ਫਿਰ ਮੈਂ ਰਿਹਰਸਲਾਂ ਕਰਨੀਆਂ ਤੇ ਉਦੋਂ 1992 ਦੇ ਵਿੱਚ ਲੇਡੀਜ਼ ਕਲਾਕਾਰਾਂ ਦੀ ਵੀ ਪ੍ਰੋਬਲਮ ਹੁੰਦੀ ਸੀ। ਹੁਣ ਤਾਂ ਸੁੱਖ ਦੇ ਨਾਲ ਬਹੁਤ ਕਲਾਕਾਰ ਨੇ। ਦੋਸਤੋ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੇ ਅੱਜ ਦੇ ਰੰਗ ਕਰਮੀ ਮੇਰਾ ਦੋਸਤ ਗੁਰਦੀਪ ਭੁੱਲਰ ਹੈ ਔਰ ਮੈਨੂੰ ਇਹ ਵੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਉਸਨੇ ਇੱਥੇ ਆਣ ਕੇ ਫੁੱਲ ਟਾਈਮ
ਇਹ ਕਿੱਤਾ ਅਪਣਾਇਆ। ਵਧਾਈ ਦਾ ਪਾਤਰ ਹੈ। ਬਹੁਤ ਸੋਹਣਾ ਕੰਮ ਉਹਨੇ ਕੀਤਾ, ਬਹੁਤ ਸੋਹਣਾ ਕੰਮ ਕਰ ਰਿਹਾ ਤੇ ਜਦੋਂ ਤੁਹਾਡੇ ਰੂਬਰੂ ਹੋਣਗੇ ਤੇ ਤੁਸੀਂ ਉਹਨਾਂ ਦੀ ਬਾਬਤ ਹੋਰ ਕੁਝ ਕਾਫੀ ਕੁਝ ਜਾਣੋਗੇ। ਤੇ ਦੋਸਤੋ, ਮੈਂ ਉਹਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਜੈ ਰੰਗਮੰਚ। ਸਦਾ ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ। ਧੰਨਵਾਦ। ਦਰਸ਼ਕੋ, ਜਸਪਾਲ ਢਿੱਲੋਂ ਹੋਣਾ ਨੇ ਆਪਣੇ ਸੁਨਹਿਰੇ ਬੋਲ ਜਿਹੜੇ ਨੇ ਉਹ ਆਪਣੇ ਨਾਲ ਸਾਂਝੇ ਕੀਤੇ ਨੇ। ਜਦੋਂ ਮੈਂ ਢਿੱਲੋਂ ਸਾਹਿਬ ਦੇ ਸੁਨਹਿਰੀ ਬੋਲ ਜਿਹੜੇ ਉਹ ਸੁਣ ਰਿਹਾ ਸੀ, ਮੈਨੂੰ ਉਹ ਸਾਰੀਆਂ ਛੋਟੀਆਂ ਸ਼ਰਾਰਤਾਂ ਜਿਹੜੀਆਂ ਅਸੀਂ ਦਮਨ ਸਾਹਿਬ ਨਾਲ ਨਾਟਕ ਕਰਨ ਜਾਂਦੇ ਹੋਏ ਕਰਦੇ ਹੁੰਦੇ ਸੀ, ਉਹ ਸਾਰੀਆਂ ਜਿਹੜੀਆਂ ਉਹ ਮੇਰੇ ਦਿਮਾਗ ਦੇ ਵਿੱਚ ਇੱਕ ਫਿਲਮ ਵਾਂਗ ਚੱਲ ਰਹੀਆਂ ਸਨ। ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਪੰਜਾਬੀ ਰੰਗਮੰਚ ਨੂੰ ਇੰਨਾ ਲੰਮਾ ਸਮਾਂ ਜਿਹੜਾ ਆਪਣੀ ਜ਼ਿੰਦਗੀ ਦਾ ਉਹ ਦੇਣ ਲਈ। ਤੁਸੀਂ ਵਾਕਈ ਬਹੁਤ ਬਖੂਬ ਜਿਹੜਾ ਉਹ ਕੰਮ ਕਰ ਰਹੇ ਹੋ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਦੀਪ ਭੁੱਲਰ ਹੋਣਾ ਨਾਲ ਸਮੱਸਿਆ ਜਿਹੜੀ ਅਸੀਂ 50% ਜਿਹੜੀ ਆ ਉਹ ਹੱਲ ਕਰ ਲਈ ਹੈ, ਬਾਕੀ ਦੀ 50% ਜਿਹੜੀ ਆ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਨਜਿੱਠਿਆ ਜਾ ਸਕੇ। ਪਰ ਮੇਰੀ ਦਿਲੀ ਇੱਛਾ ਸੀ ਕਿ ਅੱਜ ਗੁਰਦੀਪ ਭੁੱਲਰ ਹੋਣਾ ਤੋਂ ਉਹਨਾਂ ਦੀ ਪੇਸ਼ਕਾਰੀ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਹੋਣਾ ਦੇ ਕੁਝ ਬੋਲ ਵੀ ਉਹਨਾਂ ਤੋਂ ਸੁਣਦੇ, ਕਿਉਂਕਿ ਉਹਨਾਂ ਦੀ ਬਹੁਤ ਮੁਹਾਰਤ ਹੈ ਬਟਾਲਵੀ ਨੂੰ ਗਾਉਣ ਦੇ ਵਿੱਚ। ਪਰ ਜਿੰਨਾ ਚਿਰ ਅਸੀਂ ਉਸ ਵਿਧੀ ਨੂੰ ਉਹਨਾਂ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਓ ਆਪਾਂ ਗੁਰਦੀਪ ਭੁੱਲਰ ਹੋਣਾ ਦੀ ਜਿਹੜੀ ਦੂਜੀ ਪੇਸ਼ ਨਜ਼ਰ ਦੇ ਵਿੱਚ ਜਿਹੜੀ ਪੇਸ਼ਕਾਰੀ ਉਹਨਾਂ ਨੇ ਆਪਣੇ ਨਾਲ ਸਾਂਝੀ ਕਰਨੀ ਹੈ, ਆਪਾਂ ਉਨੀ ਦੇਰ ਉਸ ਪੇਸ਼ਕਾਰੀ ਦਾ ਆਨੰਦ ਮਾਣੀਏ। ਤੇ ਇੰਨੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਭੁੱਲਰ ਸਾਹਿਬ ਨੂੰ ਇੱਕ ਵਾਰ ਫਿਰ ਅਸੀਂ ਲਾਈਵ ਕਰ ਸਕੀਏ, ਜੇ ਵੀ ਮੰਚ ਦੇ ਜ਼ਰੀਏ ਕੈਨੇਡਾ ਦੀ ਵੈਂਕੂਵਰ ਦੀ ਧਰਤੀ ਤੋਂ। ਆਓ ਆਨੰਦ ਮਾਣਦੇ ਹਾਂ ਪੇਸ਼ੇ ਨਜ਼ਰ ਦਾ ਗੁਰਦੀਪ ਭੁੱਲਰ ਜੀ। कौन? दादी माँ, मैं सैम। सैम, ਅੱਜ ਸਕੂਲੋਂ ਇੰਨੀ ਛੇਤੀ ਕਿਵੇਂ? दादी माँ, मैं तो भी ਐਵੇਂ ਉਵੇਂ ਨਹੀਂ ਸੈਮ, ਮੈਂ ਤੈਨੂੰ ਕਈ ਦਿਨਾਂ ਤੋਂ ਦੇਖ ਰਹੀ ਹਾਂ। ਤੂੰ ਮੈਨੂੰ ਕੁਝ ਦੱਸਣਾ ਚਾਹੁੰਦਾ ਹੈ ਪਰ ਕਹਿਣ ਨੂੰ ਡਰਦਾ ਹੈ। नहीं दादी माँ, nothing like that। ਪੁੱਤਰ, ਮੈਂ ਤੇਰੇ ਪਿਓ ਦੀ ਮਾਂ, ਜੇ ਮੈਂ ਉਸ ਦੇ ਦਿਲ ਦੀਆਂ ਗੱਲਾਂ ਬੁੱਝ ਸਕਦੀ ਹਾਂ, ਫਿਰ ਤੇਰੀਆਂ ਕਾਹਤੋਂ ਨਹੀਂ? नहीं दादी माँ, मैं नहीं कुछ पूछना। ਸੈਮ, ਸੱਚ ਦੱਸ, ਕੀ ਗੱਲ ਹੈ? You won't tell mom and dad? ਚੱਲ, ਮੈਂ ਨਹੀਂ ਦੱਸਦੀ। दादी माँ, promise me। ਪੁੱਤਰ ਜੀ, ਪ੍ਰੋਮਿਸ ਕਰਦੀ। ਦੱਸੋ। दादी माँ, मैं ਹਾਂਜੀ, ਹਾਂ ਦੱਸੋ। दादी माँ, मैं बाल कटवाना चाहता। ਵਾਲ ਕਟਾਉਣਾ ਚਾਹੁੰਦਾ ਹੈ? ਤੂੰ ਵਾਲ ਕਟਾਉਣਾ ਚਾਹੁੰਦਾ ਹੈ? ਹਾਊ ਕੈਨ ਯੂ ਇਵਨ ਥਿੰਕ ਅਬਾਊਟ ਦਿਸ ਸੈਮ? ਇਹਦੇ ਬਾਰੇ ਤਾਂ ਸੋਚਣਾ ਵੀ ਪਾਪ ਹੈ। ਵਾਲ ਕਟਾਉਣਾ ਚਾਹੁੰਦਾ? ਹੇ ਵਾਹਿਗੁਰੂ, ਇਹ ਮੈਂ ਕੀ ਸੁਣ ਰਹੀ ਹਾਂ? ਮੇਰਾ ਪੋਤਾ ਵਾਲ ਕਟਾਉਣ ਬਾਰੇ ਕਹਿ ਰਿਹਾ। ਹਾਂ, ਮੈਂ ਸਮਝ ਗਈ, ਇਸ ਨੂੰ ਜ਼ਰੂਰ ਕਿਸੇ ਨੇ ਪੁੱਠੀ ਮੱਤ ਦਿੱਤੀ ਹੋਣੀ ਹੈ। ਸੈਮ ਸੁਣ, ਤੈਨੂੰ ਕਿਸੇ ਨੇ ਵਾਲ ਕਟਾਉਣ ਬਾਰੇ ਕਿਹਾ? नहीं दादी माँ, पर स्कूल में बच्चे मेरे जुड़े वाल देख के फन करते हैं। ਫਨ ਕਰਦੇ? ਭਲਾ ਤੇਰੇ ਜੂੜੇ ਤੋਂ ਕਿਸੇ ਨੇ ਕੀ ਲੈਣਾ? Believe me दादी माँ, believe me। मेरे दोस्त नु भी पूछ लो। क्या गेरी दसो मेरी दादी माँ के स्कूल में बच्चे मेरे जुड़े वाल देख के फन करते हैं। हाँ दादी माँ, सच कहंदा है। दादी माँ, बच्चे इहदे जुड़े नु देख के फन करते हैं। ਬਸ ਇੰਨੀ ਕੁ ਗੱਲ ਤੇ
ਤੂੰ ਐਡਾ ਵੱਡਾ ਫੈਸਲਾ ਲੈ ਲਿਆ ਆਪਣੇ ਧਰਮ ਨੂੰ ਛੱਡਣ ਦਾ। ਵੱਡਾ ਹੋ ਕੇ ਪਤਾ ਨਹੀਂ ਕੀ ਚੰਨ ਚਾੜੂਗਾ। ਦਾਦੀ ਮਾਂ ਵੱਡਾ ਹੋ ਕੇ ਫੇਰ ਰੱਖ ਲੂੰਗਾ। ਨਾਲੇ ਬੱਚਿਆਂ ਦਾ ਧਰਮ ਨਾਲ ਕੀ ਰਿਲੇਸ਼ਨ ਹੈ ਦਾਦੀ ਮਾਂ? ਹੈ ਕੋਈ ਰਿਲੇਸ਼ਨ? ਰਿਲੇਸ਼ਨ ਹੈ ਮੇਰੇ ਬੱਚਿਓ, ਰਿਲੇਸ਼ਨ ਹੈ। ਬੱਚੇ ਹੀ ਤਾਂ ਧਰਮ ਦੀਆਂ ਨੀਹਾਂ ਹੁੰਦੇ ਨੇ ਜਿਨ੍ਹਾਂ ਤੇ ਕੌਮ ਦੀਆਂ ਦੀਵਾਰਾਂ ਖੜੀਆਂ ਹੁੰਦੀਆਂ ਹਨ। ਕਿ ਉਹਨਾਂ ਬੱਚਿਆਂ ਦਾ ਵੀ ਧਰਮ ਨਾਲ ਕੋਈ ਵਾਸਤਾ ਨਹੀਂ ਸੀ ਜਿਨ੍ਹਾਂ ਨੇ ਆਪਣਾ ਧਰਮ ਨਿਹਾਰਿਆ ਤੇ ਨੀਹਾਂ ਵਿੱਚ ਜਾ ਖੜੇ ਹੋਏ। ਗ੍ਰੈਂਡਮਾ ਤੁਸੀਂ ਕਿਹਦੀ ਗੱਲ ਕਰਦੇ ਆ? ਸਾਨੂੰ ਤਾਂ ਉਹਨਾਂ ਬਾਰੇ ਪਤਾ ਨਹੀਂ। ਬੱਚਿਓ, ਜੇ ਮੈਂ ਅੱਜ ਤੁਹਾਨੂੰ ਉਹਨਾਂ ਦੀ ਸਾਖੀ ਦੱਸਾਂ ਤੁਸੀਂ ਸੁਣੋਗੇ? ਹਾਂ ਦਾਦੀ ਮਾਂ ਸਾਨੂੰ ਦੱਸੋ। आओ बैठो बैठो मेरे बच्चों। पुत्रों, ਇਹ ਉਸ ਵੇਲੇ ਦੀ ਗੱਲ ਹੈ ਜਦੋਂ ਸਰਸਾ ਨਦੀ ਤੇ ਵਿਛੋੜਾ ਪਿਆ ਸੀ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਅਤੇ ਉਹਨਾਂ ਦੀ ਦਾਦੀ ਮਾਂ ਨੂੰ ਉਹਨਾਂ ਦਾ ਵਫਾਦਾਰ ਰਸੋਈਆ ਗੰਗੂ ਆਪਣੇ ਪਿੰਡ ਖੇੜੀ ਲੈ ਆਇਆ ਤੇ ਉਹਨਾਂ ਨੂੰ ਜ਼ਾਲਮ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ, ਜਿਸ ਨੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਲਿਆ। ਦਾਦੀ ਮਾਂ ਤੁਸੀਂ ਤਾਂ ਕਹਿੰਦੇ ਸੀ ਗੰਗੂ ਵਫਾਦਾਰ ਨਾ ਕੋਈ ਸੀ, ਫਿਰ ਉਹਨੇ ਐਂ ਕਿਉਂ ਕੀਤਾ? ਪੈਸਿਆਂ ਦੇ ਲਾਲਚ ਵਿੱਚ ਮੇਰੇ ਬੱਚਿਓ, ਪੈਸਿਆਂ ਦੇ ਲਾਲਚ ਵਿੱਚ। ਫਿਰ ਕੀ ਹੋਇਆ ਦਾਦੀ ਮਾਂ? ਫੇਰ ਜੋ ਹੋਇਆ ਉਸਨੂੰ ਦੱਸਣਾ ਬਹੁਤ ਔਖਾ ਹੈ। ਸੁਣ ਕੇ ਰੂਹ ਥਰ ਥਰ ਕੰਬਣ ਲੱਗ ਜਾਂਦੀ ਹੈ। ਕੰਨਾਂ ਨੂੰ ਯਕੀਨ ਨਹੀਂ ਆਉਂਦਾ ਕਿ ਜੋ ਉਹਨਾਂ ਸੁਣਿਆ ਉਹ ਵਾਕਈ ਸੱਚ ਹੈ। ਦਾਦੀ ਮਾਂ ਜੇਕਰ ਤੁਸੀਂ ਸਾਨੂੰ ਦੱਸੋਗੇ ਨਹੀਂ ਸਾਨੂੰ ਪਤਾ ਕਿਵੇਂ ਲੱਗੂਗਾ? ਪਤਾ ਲੱਗੇਗਾ ਮੇਰੇ ਬੱਚਿਓ, ਪਤਾ ਲੱਗੇਗਾ ਜਦੋਂ ਅਸੀਂ ਇਸ ਧਰਤੀ ਤੋਂ ਉੱਠ ਕੇ ਉਸ ਧਰਤੀ ਤੇ ਜਾਵਾਂਗੇ ਜਿੱਥੇ ਕਿਸੇ ਵੇਲੇ ਜ਼ਾਲਮ ਵਜ਼ੀਰ ਖਾਨ ਦਾ ਰਾਜ ਹੁੰਦਾ ਸੀ, ਜੋ ਗੁਰੂ ਸਾਹਿਬ ਨੂੰ ਆਪਣਾ ਕੈਦੀ ਬਣਾਉਣ ਲਈ ਇਸ ਕਦਰ ਤੜਫ ਰਿਹਾ ਸੀ ਕਿ ਉਹ ਆਪਣੇ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾ ਬੈਠਾ। सूबा सरहंद वजीर खान, जो तू करना चाहना है यह इंसानियत दी नजर तो बहुत ही नीच घटिया ते कमीनी हरकत है। तू कौन है तू? मैं तेरी अंतरात्मा तेनू सुते पे नू जगाउण आया। मेरियां ए दो अखां शहनशाह अकबर दाओ तराजू हन जिन्हां ने कदे किसे नाल कोई बेइंसाफी नहीं कीती। मैं तेनू एहो दसना चाहना ना तू इस वक्त ठीक तरह सोच रहा है ते ना तेनू कुछ दिखाई दे रहा है। तेरियां अखां ते बन्नी हुई पट्टी नू मैं भी दिखाई नहीं दे रहा ते तू किसे होर नाल की इंसाफ करेंगा? तू दस तू मैं किदे नाल बेइंसाफी कीती है? उस बुजुर्ग माता ते उन्हां दो मासूम बच्चियां नाल। जेकर तू अपनी अंतरात्मा यानी मेरी आवाज सुनी हुंदी तां तैनू मलेल कोटरा दे नवाब शेर मुहम्मद खान दी गल जरूर समझ आउणी सी। तू चाहना मैं शेर मुहम्मद खान दे पिछे लग के बच्चियां नू आजाद कर देवां? हरगिज़ नहीं। बड़ी मुश्किल नाल दुश्मन नू तसीहे देण दा मौका मेरे हाथ आया है। मैं इस मौके नू खाली नहीं जाण देंगा। तेरी यही सोच इस गल दा सबूत है वजीर खान कि तू निर्लज ते डरपोक है। किते सचमुच तू बच्चों दे बाप कोलों डरदा ता नहीं? मैं डरपोक? मैं डरपोक निर्लज? मैं सूबा सरहंद वजीर खान हाँ, जिन्हें अज तक किसी दुश्मन कोलों कदे हार नहीं खादी ते वैरी नू हमेशा मैदान जंग विच शिकस्त दिती है। दुश्मन तेरा गोबिंद है
ਉਸ ਤੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਚਿਣ ਕੇ ਤੂੰ ਕੀ ਸਮਝਦਾ ਹੈ ਤੂੰ ਉਸ ਨੂੰ ਮੈਦਾਨ ਜੰਗ ਵਿੱਚ ਸ਼ਿਕਸਤ ਦੇ ਦਿੱਤੀ? ਮੇਰੇ ਹੁਕਮ ਨੂੰ, ਮੇਰੇ ਇਰਾਦੇ ਨੂੰ, ਮੇਰੇ ਹੌਸਲੇ ਨੂੰ ਡਾਵਾਡੋਲ ਕਰਨ ਵਾਲੀ ਮੇਰੀ ਆਤਮਾ ਤੂੰ ਹੋ ਨਹੀਂ ਸਕਦੀ। ਫਿਰ ਮੈਂ ਤੇਰੀ ਆਵਾਜ਼ ਕਿਉਂ ਸੁਣਾ? ਮੈਂ ਤੇਰੀ ਆਵਾਜ਼ ਕਿਉਂ ਸੁਣਾ? ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ, ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ। ਸੁਣੋ ਸੁਣੋ ਸੁਣੋ, ਸਰਹੰਦ ਵਾਸੀਓ, ਸੂਬਾ ਏ ਸਰਹੰਦ ਦਾ ਫਰਮਾਨ ਸੁਣੋ। ਅੱਜ ਸ਼ਾਮੀ ਬਾਗੀ ਗੋਬਿੰਦ ਸਿੰਘ ਦੇ ਛੋਟੇ ਬੱਚਿਆਂ ਨੂੰ ਦੀਵਾਰ ਵਿੱਚ ਜਿੰਦਾ ਚਿਣ ਕੇ ਮੌਤ ਦੇ ਘਾਟ ਉਤਾਰਿਆ ਜਾਵੇਗਾ। ਵਜ਼ੀਰ ਖਾਨ ਦਾ ਆਦੇਸ਼ ਹੈ ਕਿ ਸਰਹੰਦ ਵਾਸੀਆਂ ਨੇ ਬੜੇ ਚਿਰਾਂ ਤੋਂ ਕੋਈ ਦਿਲਚਸਪ ਮੌਤ ਦਾ ਨਜ਼ਾਰਾ ਨਹੀਂ ਲਿਆ। ਇਸ ਕਰਕੇ ਨਾ ਹੀ ਸਰਹੰਦ ਵਾਸੀ ਬਲਕਿ ਆਸ-ਪਾਸ ਦੇ ਲੋਕੀ ਵੀ ਹੁਮ ਹੁਮਾ ਕੇ ਪੁੱਜੋ। ਇਹ ਤਮਾਸ਼ਾ ਦੇਖਣ ਲਈ ਆਪ ਵੀ ਆਓ ਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ। ਉਹ ਨੂਰਾ, ਉਹ ਕਿੱਥੇ ਰਹਿ ਗਈ ਹੈ ਤੂੰ? ਆਂਦੀ ਪਈਆਂ ਓਏ ਇੱਕ ਤਾਂ ਤੇਰੇ ਅਸ਼ਰੇ ਬਸ਼ਰੇ ਨਹੀਂ ਸੂਤ ਪਿਆ ਦੇ। ਪਛਨੇ ਇੱਕ ਤਾਂ ਜੁੱਤੀ ਬੜੀ ਤੰਗ ਕਰ ਸੂ, ਇਹ ਟੁਰਨੇ ਨਹੀਂ ਦਿੰਦੀ। ਓਏ ਨੂਰਾ, ਨਵੀਂ ਨਵੀਂ ਜੁੱਤੀ ਤੇ ਨਵਾਂ ਨਵਾਂ ਕੋਤਵਾ, ਇਹ ਪਹਿਲਾਂ ਤੰਗ ਕਰਦੇ ਹੁੰਦੇ ਆ ਜਾ। ਚੱਲ। ਓਏ ਨੂਰਾ, ਹਾਂ ਇੱਕ ਗੱਲ ਤੇ ਦੱਸ, ਹਾਂ। ਤੂੰ ਕਦੇ ਜਿੰਦਾ ਦੀਵਾਰ ਵਿੱਚ ਬੱਚਿਆਂ ਨੂੰ ਚਿੰਦੇ ਵੇਖਿਆ ਈ? ਤੋਬਾ ਤੋਬਾ ਤੋਬਾ, ਨਾ ਕਦੀ ਦੇਖਿਆ ਹਾਂ। ਤੇ ਨਾ ਕਦੀ ਸੁਣਿਆ। ਅੱਜ ਬਾਗੀ ਗੋਬਿੰਦ ਦੇ ਬੱਚਿਆਂ ਨੂੰ ਜਿੰਦਾ ਦੀਵਾਰ ਵਿੱਚ ਚਿਣਿਆ ਜਾਣਾ ਈ। ਤੂੰ ਬਹੁਤੀਆਂ ਗੱਲਾਂ ਨਾ ਕਰ। ਹਾਂ। ਚੱਲ ਜਲਦੀ ਜਲਦੀ ਚੱਲ। ਹਾਂ। ਇਹ ਨਾ ਹੋਵੇ ਕਿ ਦੀਵਾਰ ਉਸਰ ਜਾਏ ਹਾਂ। ਤੇ ਆਪਾਂ ਇੱਥੇ ਗੱਲਾਂ ਮਾਰਦੇ ਰਹਿ ਗੱਲ ਠੀਕ ਹੈ ਚੱਲ, ਚੱਲ। ਤੇਰੀ। ਓਏ ਨੂਰਾ, ਹੁਣ ਕੀ ਹੈ? ਆ ਸਾਈਂ ਬਾਬੇ ਨੂੰ ਵੀ ਨਾਲ ਲੈ ਚੱਲੀਏ, ਇੱਕ ਤੇ ਕੱਲਾ ਹੀ ਨਾ ਰਹਿ ਜਾਵੇ ਇੱਥੇ। ਸਾਈਂ ਬਾਬਾ ਤੂੰ ਤਮਾਸ਼ਾ ਦੇਖਣ ਨਹੀਂ ਜਾਣਾ? ਤਮਾਸ਼ਾ? ਕਿਹੜਾ ਤਮਾਸ਼ਾ? ਅੱਜ ਬਾਗੀ ਗੋਬਿੰਦ ਦੇ ਬੱਚਿਆਂ ਨੂੰ ਜਿੰਦਾ ਦੀਵਾਰ ਵਿੱਚ ਚਿਣਿਆ ਜਾਣਾ ਈ। ਬੱਚਿਆਂ ਨੂੰ ਜਿੰਦਾ ਦੀਵਾਰ ਵਿੱਚ ਚਿਣਿਆ ਜਾਣਾ ਈ? ਯਾ ਅੱਲਾ ਰਹਿਮ ਕਰੇ। ਹਾਂ, ਉਹ ਕੋਈ ਮਾਮੂਲੀ ਬੱਚੇ ਨਹੀਂ ਬਾਬਾ। ਉਹਨਾਂ ਨੇ ਨਵਾਬ ਉਰੇ ਸਿਰ ਨਹੀਂ ਝੁਕਾਇਆ। ਉਹ ਕਹਿੰਦੇ ਅਸੀਂ ਆਪਣੇ ਬਾਹਗੁਰ ਤੋਂ ਬਿਨਾ ਕਿਸੇ ਅੱਗੇ ਸਿਰ ਨਹੀਂ ਝੁਕਾਵਾਂਗੇ। ਹਾਂ, ਇੰਨੀ ਛੋਟੀ ਉਮਰ ਤੇ ਐਡੀ ਖੁਦਦਾਰੀ। ਯਾ ਅੱਲਾ, ਇਹ ਵੀ ਤੇਰਾ ਹੀ ਕੋਈ ਕਰਮ ਹੈ। ਲੈ ਹੋਰ ਸੁਣ ਬਾਬਾ, ਨਵਾਬ ਨੇ ਕਿਹਾ ਸਲਾਮ ਕਬੂਲ ਕਰੋ। ਉਹ ਕਹਿੰਦੇ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ। ਹਾਂ, ਨਵਾਬ ਕਹਿੰਦਾ ਤੁਹਾਨੂੰ ਮੌਤ ਦੇ ਘਾਟ ਉਤਾਰ ਦਿਆਂਗਾ। ਕਹਿੰਦੇ ਸਾਡੇ ਵਾਹਿਗੁਰੂ ਨੇ ਸਿਖਾਇਆ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛਡਾਸ। ਹਾਂ, ਸੀਸ दिया पर सिरड़ नहीं दिया। आखिर पोतरे के देने। ਓਏ ਬਾਬਾ, ਨਵਾਬ ਨੇ ਵੀ ਕੋਈ ਬੁੱਕਲ ਵਿੱਚ ਗੁੜ ਨਹੀਂ ਸੀ ਬੰਨਿਆ। ਇਹ ਤਮਾਸ਼ਾ ਤਾਂ ਉਹ ਕੱਲਾ ਵੀ ਵੇਖ ਸਕਦਾ ਸੀ, ਕਿਉਂ ਨੂਰਾ? ਹਾਂ ਬਾਬਾ, ਉਹਨੇ ਕੱਲੇ ਸਰਹੰਦ ਵਾਲੇ ਲੋਕਾਂ ਨੂੰ ਨਹੀਂ ਬੁਲਾਇਆ, ਉਹਨੇ ਤਾਂ ਸਗੋਂ ਆਸ-ਪਾਸ ਦੇ ਲੋਕਾਂ ਨੂੰ ਵੀ ਤਮਾਸ਼ਾ ਦੇਖਣ ਲਈ ਬੁਲਾਇਆ। ਹਾਂ, कि उसने जो बिना अखा तो देख सकता है, बिना कन्ना तो सुन सकता है, ते बिना पैरों तो चल सकता है, ते बिना जुबान तो बोल सकता है। कि थोड़े वजीर खान ने उसनू भी बुलाया? ਉਹ ਕੌਣ ਹੈ ਬਾਬਾ? ਅਸੀਂ ਨਹੀਂ ਜਾਣਦੇ ਉਹਨੂੰ। ਹਾਂ वो ना वजीर आंदा है, वो ना शहनशाह दा, ना गरीबां दा है, वो ते बस एक पीरां दा है, फकीरां दा है। ਨਾ ਫਕੀਰੀ ਦਾ ਪੱਲਾ ਤਾਂ ਬਾਬਾ ਤੂੰ ਵੀ ਫੜਿਆ। ਤੂੰ ਹੀ ਜਾ ਕੇ ਨਵਾਬ ਤੁਹਾਨੂੰ ਦੱਸ ਜੇ ਕੋਈ ਇਹੋ ਜਿਹਾ ਬੰਦਾ ਰਹਿ ਗਿਆ ਹੋਵੇ ਤਾਂ। हाँ, तुसी ठीक कहंदे जे। मैनू वजीर खान नू जाके दसना चाहिदा है। आओ, हो सकता है ओदी सुत्ती हुई जमीर जाग जावे ते बच्चियां नू। आओ मेरे नाल, आओ छेती चलिए। ਚੱਲ आओ। सैम दादी माँ तो आई नहीं। ਸੈਮ, ले आगे। ਬੱਚਿਓ सत श्री अकाल दादी माँ। ਸਤਿ ਸ਼੍ਰੀ ਅਕਾਲ ਮੇਰੇ ਬੱਚਿਓ, ਸਤਿ ਸ਼੍ਰੀ ਅਕਾਲ। ਸੈਮ,
ਅੱਜ ਤੇਰੇ ਇੰਨੇ ਸਾਰੇ ਦੋਸਤ? ਦਾਦੀ ਮਾਂ, ਮੈਂ ਇਹਨਾਂ ਨੂੰ 4 ਸਾਹਿਬਜ਼ਾਦਿਆਂ ਬਾਰੇ ਦੱਸਿਆ ਸੀ। ਹੁਣ ਤੁਸੀਂ ਸਾਨੂੰ ਅੱਗੇ ਦੱਸੋ। ਜ਼ਰੂਰ ਮੇਰੇ ਬੱਚਿਓ। ਤੁਹਾਨੂੰ ਮੈਂ ਪਿਛਲੀ ਵਾਰ ਦੱਸਿਆ ਸੀ ਕਿ ਛੋਟੇ ਸਾਹਿਬਜ਼ਾਦੇ ਅਤੇ ਉਹਨਾਂ ਦੀ ਦਾਦੀ ਮਾਂ ਨੂੰ ਵਜ਼ੀਰ ਖਾਨ ਨੇ ਕੈਦ ਕਰ ਲਿਆ ਸੀ। ਫਿਰ ਉਹ ਮਨਹੂਸ ਘੜੀ ਆਈ ਜਦੋਂ ਵਜ਼ੀਰ ਖਾਨ ਦੇ ਸਿਪਾਹੀ ਬੱਚਿਆਂ ਨੂੰ ਲੈ ਜਾਣ ਲਈ ਠੰਡੇ ਬੁਰਜ ਦੇ ਸਾਹਮਣੇ ਆ ਖੜੇ ਹੋਏ। ਦਾਦੀ ਮਾਂ ਨੇ ਬੱਚਿਆਂ ਨੂੰ ਆਪਣੇ ਹੱਥੀਂ ਸਜਾਇਆ, ਸੋਹਣੀਆਂ ਸੋਹਣੀਆਂ ਪੁਸ਼ਾਕਾਂ ਪਾਈਆਂ ਤੇ ਉਹਨਾਂ ਤੇ ਕਲਗੀਆਂ ਵੀ ਲਾਈਆਂ। ਜਾਣ ਤੋਂ ਪਹਿਲਾਂ ਜਿਉਂ ਹੀ ਬੱਚਿਆਂ ਨੇ ਦਾਦੀ ਦੇ ਪੈਰੀ ਹੱਥ ਲਾਏ, ਦਾਦੀ ਨੇ ਉਹਨਾਂ ਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ ਤੇ ਦਿਲਾਸਾ ਦਿੰਦੇ ਹੋਏ ਕਿਹਾ, ਮੇਰੇ ਸ਼ੇਰ ਪੁੱਤ ਦੇ ਸ਼ੇਰਾਂ ਨੂੰ ਡਰ ਤਾਂ ਨਹੀਂ ਲੱਗਦਾ? ਫਿਰ ਉਹਨਾਂ ਨੇ ਕੀ ਕਿਹਾ ਦਾਦੀ ਮਾਂ? ਉਹਨਾਂ ਕਿਹਾ, ਦਾਦੀ ਮਾਂ ਤੁਸੀਂ ਸਾਡੀ ਬਿਲਕੁਲ ਫਿਕਰ ਨਾ ਕਰਿਓ, ਸਾਨੂੰ ਤਾਂ ਸਗੋਂ ਇਸ ਗੱਲ ਦੀ ਫਿਕਰ ਹੈ ਕਿ ਇਹ ਜ਼ਾਲਮ ਸਾਡੇ ਜਾਣ ਤੋਂ ਬਾਅਦ ਤੁਹਾਡੇ ਤੇ ਕੋਈ ਜ਼ੁਲਮ ਨਾ ਕਰਨ। ਫਿਰ ਦਾਦੀ ਨੇ ਕੀ ਕਿਹਾ? ਦਾਦੀ ਨੇ ਕਿਹਾ, ਬੱਚਿਓ ਤੁਸੀਂ ਮੇਰੀ ਫਿਕਰ ਨਾ ਕਰਿਓ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਦਾਦੀ ਮਾਂ, ਇਹਦਾ ਮਤਲਬ ਕੀ ਹੈ? ਸਾਨੂੰ ਤਾਂ ਸਮਝ ਹੀ ਨਹੀਂ ਲੱਗੀ। ਬੱਚਿਓ, ਇਹ ਗੁਰੂ ਸਾਹਿਬ ਦੀ ਬਾਣੀ ਹੈ, ਜਿਸ ਦਾ ਮਤਲਬ ਹੈ ਕਿ ਇਸ ਧਰਤੀ ਤੇ ਰਹਿਣਾ ਤਾਂ ਕਿਸੇ ਨੇ ਵੀ ਨਹੀਂ, ਨਾ ਜ਼ੁਲਮ ਸਹਿਣ ਵਾਲੇ ਨੇ ਤੇ ਨਾ ਹੀ ਜ਼ੁਲਮ ਕਰਨ ਵਾਲੇ ਨੇ। ਫਿਰ ਕੀ ਹੋਇਆ ਦਾਦੀ ਮਾਂ? ਹੋਣਾ ਕੀ ਸੀ ਬੱਚਿਓ? ਸਿਪਾਹੀਆਂ ਨੇ ਬੱਚਿਆਂ ਦੀਆਂ ਬਾਹਾਂ ਫੜੀਆਂ ਤੇ ਦਾਦੀ ਮਾਂ ਦੀ ਬੁੱਕਲ ਵਿੱਚੋਂ ਉਹਨਾਂ ਨੂੰ ਧੂ ਕੇ ਲਿਜਾਣ ਲੱਗੇ। ਉਹਨਾਂ ਨੂੰ ਕਿੱਥੇ ਲੈ ਕੇ ਗਏ ਦਾਦੀ ਮਾਂ? ਛੋਟੀਆਂ ਜਿੰਦਾਂ ਵੱਡਾ ਸਾਕਾ ਕਰਨ ਆ ਰਹੀਆਂ ਨੂੰ ਦੇਖ ਕੇ ਲੋਕਾਂ ਦੀ ਤਾਹ ਨਿਕਲ ਗਈ। ਜਿਹੜੇ ਉੱਥੇ ਤਮਾਸ਼ਾ ਦੇਖਣ ਆਏ ਸੀ, ਆਪ ਮਹਾਰੇ ਸੁੰਨ ਹੋ ਗਏ। ਬੱਚਿਆਂ ਨੂੰ ਦੇਖ ਕੇ ਉਹਨਾਂ ਦੀ ਅੱਖਾਂ ਵਿੱਚੋਂ ਹੰਝੂ ਬਹਿ ਨਿਕਲੇ। ਉਹਨਾਂ ਨੂੰ ਲਿਜਾ ਕੇ ਸੂਬਾਏ ਸਰਹੰਦ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ। ਜੇ ਤੁਸੀਂ ਇਸਲਾਮ ਕਬੂਲ ਕਰੋਗੇ ਤਾਂ ਮੈਂ ਤੁਹਾਡੀਆਂ ਜਾਨਾਂ ਬਖਸ਼ ਦਿਆਂਗਾ। ਫਿਰ ਉਹਨਾਂ ਨੇ ਕੀ ਕਿਹਾ ਦਾਦੀ ਮਾਂ? ਉਹਨਾਂ ਕਿਹਾ, ਵਜ਼ੀਰ ਖਾਨ, ਸਾਨੂੰ ਤੇਰੇ ਮੌਤ ਦੇ ਫਰਮਾਨ ਤੋਂ ਡਰ ਨਹੀਂ ਲੱਗਦਾ, ਪਰ ਅਸੀਂ ਆਪਣਾ ਧਰਮ ਕਦੇ ਨਹੀਂ ਛੱਡਾਂਗੇ। ਲੋਕਾਂ ਸਾਹਮਣੇ ਬੱਚਿਆਂ ਕੋਲੋਂ ਹੋਈ ਆਪਣੀ ਇਸ ਹਾਰ ਨੂੰ ਸੁਣ ਕੇ ਬੱਚਿਓ ਵਜ਼ੀਰ ਖਾਨ ਤਿਲਮਿਲਾ ਉੱਠਿਆ ਤੇ ਉੱਚੀ ਆਵਾਜ਼ ਵਿੱਚ ਜੱਲਾਦਾਂ ਨੂੰ ਕਿਹਾ, ਬੱਚਿਆਂ ਨੂੰ ਦੀਵਾਰ ਵਿੱਚ ਚਿਣਨਾ ਸ਼ੁਰੂ ਕਰੋ। ਦਾਦੀ ਮਾਂ, ਤੁਸੀਂ ਚੁੱਪ ਕਿਉਂ ਹੋ ਗਏ? ਅੱਗੇ ਕੀ ਹੋਇਆ ਦਾਦੀ ਮਾਂ? ਇੱਕ ਪਾਸੇ ਛੋਟੇ ਸਾਹਿਬਜ਼ਾਦੇ ਨੂੰ ਤੇ ਦੂਜੇ ਪਾਸੇ ਵੱਡੇ ਸਾਹਿਬਜ਼ਾਦੇ ਨੂੰ ਖੜਾ ਕੀਤਾ। ਜੱਲਾਦਾਂ ਨੇ ਦੀਵਾਰ ਉਸਾਰਨੀ ਸ਼ੁਰੂ ਕੀਤੀ ਤੇ ਛੋਟੇ ਨੇ ਵੱਡੇ ਨੂੰ ਪੁੱਛਿਆ, ਵੀਰ ਜੀ ਇਹ ਕੀ ਕਰ ਰਹੇ ਨੇ? ਵੱਡੇ ਨੇ ਜਵਾਬ ਦਿੱਤਾ, ਛੋਟੇ, ਇਹ ਸਾਨੂੰ ਦੀਵਾਰ ਵਿੱਚ ਚਿਣ ਕੇ ਦੇਖਣਾ ਚਾਹੁੰਦੇ ਨੇ ਕਿ ਸਾਡੇ ਧਰਮ ਦੀਆਂ ਨੀਹਾਂ ਕਿੰਨੀਆਂ ਕੁ ਪੱਕੀਆਂ ਨੇ। ਇਸ ਦਾ ਮਤਲਬ ਕਿ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਬਿਲਕੁਲ ਵੀ ਨਹੀਂ ਡਰੇ? ਬਿਲਕੁਲ ਵੀ ਨਹੀਂ ਡਰੇ। ਬੱਚਿਓ, ਜਿਨ੍ਹਾਂ ਦੀਆਂ ਰਗਾਂ ਵਿੱਚ ਸ਼ੇਰਾਂ ਦਾ ਖੂਨ ਹੁੰਦਾ ਹੈ, ਉਹਨਾਂ ਨੂੰ ਗਿੱਦੜਾਂ ਦੀਆਂ ਧਮਕੀਆਂ ਤੋਂ ਡਰ ਨਹੀਂ ਲੱਗਦਾ। ਫਿਰ ਕੀ ਹੋਇਆ ਦਾਦੀ ਮਾਂ? ਦੀਵਾਰ ਉਸਰਦੀ ਨਿੱਕੇ ਦੀ ਵੱਖੀ ਤੱਕ ਪਹੁੰਚ ਗਈ। ਵੱਡੇ ਵੱਲੋਂ ਆਪ ਮਹਾਰੇ ਹੀ ਨਿਕਲ ਗਿਆ ਇੱਕ ਓਂਕਾਰ। ਛੋਟੇ ਨੇ ਵੀ ਗੱਜ ਕੇ ਕਿਹਾ, ਇੱਕ ਓਂਕਾਰ। ਦੀਵਾਰ ਉੱਚੀ ਹੁੰਦੀ ਛੋਟੇ ਦੇ ਮੋਢਿਆਂ ਤੱਕ ਪਹੁੰਚ ਗਈ ਤੇ ਉਸਨੇ ਵੱਡੇ ਨੂੰ ਕਿਹਾ, ਵੀਰ ਜੀ
ਤੁਸੀਂ ਭਾਵੇਂ ਇਸ ਦੁਨੀਆ 'ਚ ਮੇਰੇ ਤੋਂ ਪਹਿਲਾਂ ਆਏ ਹੋ, ਪਰ ਦਾਦਾ ਜੀ ਕੋਲ ਪਹਿਲਾਂ ਮੈਂ ਜਾ ਰਿਹਾ। ਵੱਡੇ ਵੱਲੋਂ ਆਵਾਜ਼ ਆਈ, ਸਤਨਾਮ ਵਾਹਿਗੁਰੂ। ਛੋਟੇ ਨੇ ਵੀ ਬੜੇ ਪਿਆਰ ਨਾਲ ਕਿਹਾ, ਸਤਨਾਮ ਵਾਹਿਗੁਰੂ। ਕੰਧ ਉਸਰਦੀ ਗਈ ਤੇ ਨਾਲ ਰੱਬੀ ਬਾਣੀ ਦਾ ਪਾਠ ਵੀ ਹੁੰਦਾ ਗਿਆ। ਕੰਧ ਉੱਚੀ ਹੁੰਦੀ ਨਿੱਕੇ ਦੇ ਮੱਥੇ ਤੱਕ ਪੁੱਜ ਗਈ। ਵੱਡੇ ਵੱਲੋਂ ਆਵਾਜ਼ ਆਈ ਕਿ ਵਸਚਿਆਰਾ ਹੋਈ ਹੈ। ਕੰਧ ਦੇ ਪਿੱਛੋਂ ਛੋਟੇ ਨੇ ਵੀ ਬੜਾ ਔਖਾ ਸਾਹ ਲੈਂਦਿਆਂ ਹੋਇਆ ਕਿਹਾ ਕਿ ਵਸਚਿਆਰਾ ਹੋਈ ਹੈ। ਕੰਧ ਉੱਚੀ ਹੁੰਦੀ ਨਿੱਕੇ ਦੇ ਸਿਰ ਤੋਂ ਟੱਪ ਕੇ ਵੱਡੇ ਵੱਲੋਂ ਆਵਾਜ਼ ਆਈ ਕਿ ਵਕੂੜੇ ਟੁੱਟੇ ਪਾਲ। ਪਰ ਦੂਜੇ ਪਾਸੇ ਤੋਂ ਕੋਈ ਆਵਾਜ਼ ਹੀ ਨਹੀਂ ਆਈ, ਕਿਉਂਕਿ ਆਵਾਜ਼ ਦੇਣ ਵਾਲਾ ਹੁਣ ਉੱਥੇ ਨਹੀਂ ਸੀ। ਕਿ ਵਕੂੜੇ ਟੁੱਟੇ ਪਾਲ, ਕਿ ਵਕੂੜੇ ਟੁੱਟੇ ਪਾਲ, ਕਿ ਵਕੂੜੇ ਟੁੱਟੇ ਪਾਲ। ਕੁਦਰਤ ਆਪਣਾ ਇਨਸਾਫ ਕਰਦੀ ਸੀ ਤੇ ਕਰਦੀ ਰਹੇਗੀ। ਨੇਕੀ ਤੇ ਬਦੀ ਦੀ ਜਿੱਤ ਨੂੰ ਨਾ ਅੱਜ ਤੱਕ ਕੋਈ ਰੋਕ ਸਕਿਆ ਏ ਤੇ ਨਾ ਕੋਈ ਰੋਕ ਸਕੇਗਾ। ਕਿਉਂ ਵਜ਼ੀਰ ਖਾਨ, ਮੈਂ ਤੈਨੂੰ ਖਬਰਦਾਰ ਕੀਤਾ ਸੀ, ਡਰਿਓ ਉਸ ਤੋਂ ਜੋ ਬਿਨਾਂ ਅੱਖਾਂ ਤੋਂ ਦੇਖ ਸਕਦਾ ਏ ਤੇ ਬਿਨਾਂ ਕੰਨਾਂ ਤੋਂ ਸੁਣ ਸਕਦਾ ਏ। ਉਹ ਇੱਕ ਦਿਨ ਤੇਰੇ ਪਾਪਾਂ ਦਾ ਤੇਰੇ ਕੋਲੋਂ ਹਿਸਾਬ ਲਵੇਗਾ। ਜਿਹਨੇ ਮਾਸੂਮਾਂ ਨੂੰ ਸਪੁਰਦੇ ਖਾਕ ਕੀਤਾ ਏ, ਉਹ ਅੱਜ ਖਾਕ ਦੀ ਢੇਰੀ ਹੋ ਗਿਆ ਏ। ਯਾ ਅੱਲਾਹ, ਜਦ ਵੀ ਦਸ਼ਮੇਸ਼ ਪਿਤਾ ਦੇ ਬਹਾਦਰ ਬੱਚਿਆਂ ਦੀ ਕਹਾਣੀ ਦਾਦੀ ਆਪਣੇ ਪੋਤਿਆਂ ਨੂੰ ਸੁਣਾਏਗੀ ਤਾਂ ਉਹਨਾਂ ਦੀ ਜ਼ਿੰਦਗੀ ਦੇ ਮਾਇਨੇ ਬਦਲ ਜਾਣਗੇ। ਸੈਮ, ਗੈਰੀ, ਕੈਮ, ਦੱਸੋ ਇਹ ਸਾਰੇ ਕਿੱਥੇ ਚਲੇ ਗਏ? ਇਹਨਾਂ ਨੂੰ ਮੈਂ ਛੋਟੇ ਸਾਹਿਬਜ਼ਾਦਿਆਂ ਬਾਰੇ ਦੱਸ ਕੇ ਅੰਦਰ ਦੇਗ ਬਣਾਉਣ ਗਈ, ਇਹ ਪਤਾ ਨਹੀਂ ਕਿੱਥੇ ਗੁਆਚ ਗਏ। ਪੁੱਤ ਸੈਮ। ਦਾਦੀ ਮਾਂ ਮੈਂ ਇੱਥੇ ਆ। ਕਿੱਥੇ? ਇੱਥੇ। ਸੈਮ, ਤੂੰ ਤੇਰਾ ਪੱਗ? ਦਾਦੀ ਮਾਂ ਮੈਂ ਹੁਣ ਸੈਮ ਨਹੀਂ, ਸਤਵੰਤਰ ਸਿੰਘ ਹਾਂ। ਮੇਰਾ ਸੋਹਣਾ ਸਤਵੰਤਰ ਸਿੰਘ। ਵਾਹ ਮੇਰਾ ਪੁੱਤ ਕਿੱਡਾ ਸੋਹਣਾ ਲੱਗਦਾ ਹੈ। ਤੇ ਤੂੰ ਕੱਲਾ ਹੀ ਹੈ? ਤੇਰੇ ਬਾਕੀ ਸਾਰੇ ਦੋਸਤ, ਉਹ ਗੈਰੀ, ਕੈਮ, ਸੈਂਡੀ, ਉਹ ਕਿੱਥੇ ਗਏ? ਦਾਦੀ ਮਾਂ ਮੈਂ ਹੁਣ ਸੈਂਡੀ ਨਹੀਂ, ਸੰਦੀਪ ਕੌਰ ਹਾਂ। ਦਾਦੀ ਮਾਂ ਮੈਂ ਹੁਣ ਏਮੀ ਨਹੀਂ, ਅਮਨਪ੍ਰੀਤ ਕੌਰ ਹਾਂ। ਦਾਦੀ ਮਾਂ ਮੈਂ ਹੁਣ ਜਾਸ ਨਹੀਂ, ਜਸਮੀਤ ਕੌਰ ਹਾਂ। ਦਾਦੀ ਮਾਂ ਮੈਂ ਹੁਣ ਕੈਮ ਨਹੀਂ, ਕਮਲਜੀਤ ਸਿੰਘ ਹਾਂ। ਦਾਦੀ ਮਾਂ ਮੈਂ ਗੈਰੀ ਨਹੀਂ, ਮੈਂ ਗੁਰਪ੍ਰੀਤ ਸਿੰਘ ਹਾਂ। ਦਾਦੀ ਮਾਂ ਮੈਂ ਮੰਡੀ ਨਹੀਂ, ਮੈਂ ਮਨਦੀਪ ਕੌਰ ਹਾਂ। ਬੱਚਿਓ, ਤੁਸੀਂ ਸਾਰਿਆਂ ਨੇ ਆਪਣੇ ਸੋਹਣੇ ਸੋਹਣੇ ਨਾਂ ਤਾਂ ਦੱਸ ਦਿੱਤੇ, ਪਰ ਇਹ ਦੱਸਿਓ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਉਹਨਾਂ ਦੀ ਕੁਰਬਾਨੀ ਬਾਰੇ ਜੋ ਮੈਂ ਤੁਹਾਨੂੰ ਦੱਸਿਆ, ਉਸ ਤੋਂ ਤੁਸੀਂ ਕੀ ਸਿੱਖਿਆ? ਦਾਦੀ ਮਾਂ ਸਾਨੂੰ ਸਿੱਖ ਹੋਣ ਤੇ ਮਾਣ ਹੈ। ਸਾਨੂੰ ਸਿੱਖ ਹੋਣ ਤੇ ਮਾਣ ਹੈ। ਵਾਹ ਮੇਰੇ ਬੱਚਿਓ, ਵਾਹ। We are proud to be Sikh. We are proud to be Sikh. We are proud to be Sikh. We are proud to be Sikh.
ਲੋ ਦੋਸਤੋ, ਤੁਸੀਂ ਆਨੰਦ ਮਾਣਿਆ ਉਸ ਪੇਸ਼ਕਾਰੀ ਦਾ ਜਿਹੜੀ ਗੁਰਦੀਪ ਉਹਨਾਂ ਨੇ ਵੈਂਕੂਵਰ ਆਪਣੇ ਸਟੂਡੀਓ ਦੇ ਵਿੱਚ ਤਿਆਰ ਕੀਤੀ ਹੈ ਉੱਥੋਂ ਦੇ ਲੋਕਲ ਕਲਾਕਾਰਾਂ ਦੇ ਨਾਲ। ਇੰਪਰੋਵਾਈਜ਼ੇਸ਼ਨ ਜਿਹੜੀ ਹੈ ਉਹ ਸਿਰਫ ਰੰਗਮੰਚੀ ਦੇ ਵਿੱਚ ਹੀ ਨਹੀਂ ਹੁੰਦੀ, ਇੰਪਰੋਵਾਈਜ਼ੇਸ਼ਨ ਜਿਹੜੀ ਹੈ ਉਹ ਟੈਕਨੀਕ ਦੇ ਵਿੱਚ ਵੀ ਹੋ ਸਕਦੀ ਹੈ। ਇਹ ਗੱਲ ਗੁਰਦੀਪ ਉਹਨਾਂ ਨੇ ਇਸ ਪੇਸ਼ਕਾਰੀ ਦੇ ਦੌਰਾਨ ਜਿਹੜੀ ਹੈ ਉਹ ਸਾਨੂੰ ਸਿਖਾ ਦਿੱਤੀ ਹੈ। ਮੈਨੂੰ ਉਹਨਾਂ ਨੇ ਆਈਪੈਡ ਤੋਂ ਚੱਕ ਕੇ ਫੋਨ ਦੇ ਵਿੱਚ ਆਈ ਡੋਂਟ ਨੋ ਕਿਹੜੇ ਤਰੀਕੇ ਨਾਲ ਕਨੈਕਟ ਕਰਕੇ ਗੁਰਦੀਪ ਭੁੱਲਰ ਉਹਨਾਂ ਨੂੰ ਵੀ ਸਾਡੇ ਨਾਲ ਸਕਰੀਨ ਸਾਂਝੀ ਤੇ ਲੈ ਆਂਦਾ। ਭੁੱਲਰ ਸਾਹਿਬ, ਸਵਾਗਤ ਹੈ। ਬਹੁਤ ਦੇਰ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਤੇ ਅਖੀਰ ਸਾਡੀ ਮਿਹਨਤ ਜਿਹੜੀ ਹੈ ਉਹ ਸਫਲ ਹੋਈ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਜਿਹੜੇ ਵੀ ਮੰਚ ਨੂੰ ਵੀ ਜਿੰਨੇ ਵੀ ਦੇਖਣ ਵਾਲੇ ਹੈ, ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਭੁੱਲਰ ਅਕਾਲ। ਸਾਹਿਬ, ਸਾਡੀ ਬਹੁਤ ਕੋਸ਼ਿਸ਼ ਸੀ, ਮੈਂ ਬਹੁਤ ਐਕਚੁਅਲੀ ਮਤਲਬ ਉਤਸੁਕ ਸੀਗਾ ਤੁਹਾਡੀ ਗਾਇਕੀ ਆਨੰਦ ਮਾਣਨ ਦੇ ਵਿੱਚ ਰੰਗਮੰਚ ਦੇ ਨਾਲ ਨਾਲ। ਖੈਰ ਕੋਈ ਗੱਲ ਨਹੀਂ, ਤੁਸੀਂ ਇਹ ਜਿਹੜੀ ਪ੍ਰੋਡਕਸ਼ਨ ਹੈ ਇਹਦੇ ਬਾਰੇ ਦਰਸ਼ਕਾਂ ਨਾਲ ਆਪਣੇ ਕੁਝ ਵਿਚਾਰ ਜਿਹੜੇ ਨੇ ਉਹ ਸਾਂਝੇ ਕਰੋਗੇ, ਕਿਸ ਤਰ੍ਹਾਂ ਤੁਸੀਂ ਇਹ ਤਿਆਰ ਕੀਤੀ? ਇਹ ਐਕਚੁਅਲੀ ਇਹ ਫੁੱਲ ਲੈਂਥ ਸੀਗਾ ਪਲੇ, ਅਸੀਂ 3 ਸਾਲ ਪਹਿਲਾਂ ਕੀਤਾ ਸੀ ਤੇ ਉਹਦੇ ਵਿੱਚੋਂ ਫਿਰ ਕੁਝ ਸੀਨ ਇਸ ਤਰ੍ਹਾਂ ਸੀ ਮੈਂ ਕੀਤੇ ਇਹਦੇ ਨਾਲ, ਤੇ ਇਹ 3 ਸਾਲ ਦਾ ਸਾਡੀ ਪ੍ਰੋਡਕਸ਼ਨ ਸੀ ਕੀਤੀ ਹੋਈ ਪਹਿਲਾਂ ਦੀ। ਬਹੁਤ ਅੱਛੇ। ਮੈਂ ਜ਼ਿਆਦਾ ਜਿਹੜੇ ਕਮੈਂਟਸ ਹੈ ਉਹ ਨਹੀਂ ਪੜ੍ਹ ਸਕਾਂਗਾ ਕਿਉਂਕਿ ਮੇਰਾ ਫੋਨ ਜਿਹੜਾ ਉਹ ਟਾਈ ਅਪ ਹੋ ਗਿਆ ਦੂਜੇ ਬੰਨੇ। ਬਹੁਤ ਸਾਰੇ ਲੰਕਰਮੀ ਭੁੱਲਰ ਸਾਹਿਬ ਆਪਣੇ ਨਾਲ ਜਿਹੜੇ ਨੇ ਉਹ ਇਸ ਵੇਲੇ ਜੁੜੇ ਹੋਏ ਨੇ, ਜਿਹੜੇ ਤੁਹਾਨੂੰ ਲਾਈਵ ਦੇਖ ਰਹੇ ਨੇ। ਤੁਸੀਂ ਆਪਣੇ ਰੰਗਮੰਚ ਦੇ ਸਫ਼ਰ ਬਾਰੇ ਮੈਂ ਕਾਫੀ ਜ਼ਿਕਰ ਕੀਤਾ ਹੈ, ਆਪਣੀ ਜੁਗਨੂ ਪ੍ਰੋਡਕਸ਼ਨ ਕੀਤੀ ਸੀ ਆਈ ਥਿੰਕ 89 ਜਾਂ 90 ਦੇ ਵਿੱਚ। ਉਹ ਸਾਰੀਆਂ ਗੱਲਾਂ ਮੈਂ ਦਰਸ਼ਕਾਂ ਨਾਲ ਸਾਂਝੀਆਂ ਕਰ ਰਿਹਾ ਸੀ ਕਿਉਂਕਿ ਜਿੰਨੇ ਦਿਨ ਦੇ ਵਿੱਚ ਅਸੀਂ ਤੁਹਾਡੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਆਪਣੇ ਰੰਗਮੰਚ ਦੇ ਸਫ਼ਰ ਬਾਰੇ ਥੋੜਾ ਬਹੁਤ ਜਿਹੜਾ ਉਹ ਆਪਣੇ ਦਰਸ਼ਕਾਂ ਨਾਲ ਸਾਂਝ ਪਾਉਂਦੇ। ਹਾਂਜੀ, ਮੇਰੇ ਖਿਆਲ 76 ਦੇ ਵਿੱਚ ਕਮਲ ਬਦਰੋਹੀ ਹੁੰਦੇ ਸੀ ਸਾਡੇ ਡਾਇਰੈਕਟਰ ਜਿਹੜੇ ਆਪਣੇ ਰੰਗਮੰਚ ਕਰਦੇ ਸੀ, ਤੇ ਮੇਰਾ ਸੰਗੀਤ ਵੱਲ ਜ਼ਿਆਦਾ ਸੀ ਤਾਂ ਉਹਨਾਂ ਨੇ ਮੈਨੂੰ ਫਿਰ ਲਿਆਂਦਾ, ਕਹਿੰਦੇ ਵੀ ਤੂੰ ਵੀ ਨਾਟਕਾਂ ਦੇ ਵਿੱਚ ਸਾਡੇ ਨਾਲ ਪਲੇਬੈਕ ਸਿੰਗਰ ਬਣ। ਉੱਥੋਂ ਸ਼ੁਰੂ ਹੋਇਆ ਤੇ ਫਿਰ ਅਸੀਂ ਕਾਫੀ ਪਲੇ ਕੀਤੇ ਤੇ ਉਸ ਤੋਂ ਬਾਅਦ ਸੰਗੀਤ ਜਿੰਨਾ ਮੈਂ ਪਲੇ ਦਾ ਸੰਗੀਤ ਹੁੰਦਾ ਸੀ ਉਹ ਅਸੀਂ ਸੰਗੀਤ ਤਿਆਰ ਕਰਦੇ ਸੀ। ਤੇ ਉਸ ਤੋਂ ਬਾਅਦ 96 ਚ ਮੈਂ ਫਿਰ ਇੱਥੇ ਪਹੁੰਚਿਆ ਸੀਗਾ ਤੇ ਇੱਥੇ ਆ ਕੇ ਫਿਰ ਮੈਂ 2004 ਦੇ ਵਿੱਚ ਮੈਂ ਗੁਰਦੀਪ ਆਰਟਸ ਅਕੈਡਮੀ ਖੋਲੀ ਤੇ ਇੱਥੋਂ ਦੇ ਜਿਹੜੇ ਕੈਨੇਡੀਅਨ ਬੱਚਿਆਂ ਨੂੰ ਪੰਜਾਬੀ ਸੱਭਿਆਚਾਰਕ ਦੇ ਨਾਲ ਜੁੜੇ ਸੀ। ਮਤਲਬ ਉਸ ਤੋਂ ਲੈ ਕੇ 2004 ਤੋਂ ਲੈ ਕੇ ਹੁਣ ਤੱਕ ਲਗਾਤਾਰ ਅਸੀਂ ਸ਼ੋਅ ਕਰ ਰਹੇ ਹਾਂ। ਪਹਿਲਾਂ ਅਸੀਂ ਬੱਚਿਆਂ ਦੇ ਨਾਲ ਕਾਫੀ ਸ਼ੋਅ ਕੀਤੇ, ਸੋ ਇਸ ਤਰ੍ਹਾਂ ਦਾ ਸਾਡਾ ਰੰਗਮੰਚ ਸੀਗਾ। ਬਹੁਤ ਅੱਛੇ। ਅੱਛਾ ਭੁੱਲਰ ਸਾਹਿਬ, ਮੈਂ ਅਮਰੀਕਾ ਦੇ ਵਿੱਚ ਬੈਠਾ, ਅਸੀਂ ਸਾਲ 'ਚ ਇੱਕ ਪ੍ਰੋਡਕਸ਼ਨ ਕਰਦੇ ਹਾਂ। ਕਲਾਕਾਰਾਂ ਦੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਅਸੀਂ ਸਕ੍ਰਿਪਟ ਸਾਨੂੰ ਹਰ ਸਾਲ ਚੂਜ਼ ਕਰਨੀ ਪੈਂਦੀ ਹੈ। ਓਕੇ, ਇਸ ਤਰ੍ਹਾਂ ਸਾਡੇ ਕੋਲ ਅਵੇਲੇਬਿਲਿਟੀ 10 ਬੰਦਿਆਂ ਦੀ ਹੈ, ਥੋੜੀ ਵੱਡੀ ਚੂਜ਼ ਕਰ ਲਓ। ਇਸ ਸਾਲ ਅਵੇਲੇਬਿਲਿਟੀ 5 ਬੰਦਿਆਂ ਦੀ ਹੈ, ਥੋੜੀ ਛੋਟੀ ਚੂਜ਼ ਕਰ ਲਓ। ਤੁਹਾਡਾ ਇਹਦੇ ਬਾਰੇ ਕੀ ਅਨੁਭਵ ਹੈ? ਵੈਂਕੂਵਰ ਦੇ ਵਿੱਚ ਉੱਥੇ ਤੁਹਾਡੀ ਪੰਜਾਬੀ ਕਮਿਊਨਿਟੀ ਸਾਡੀ ਜਿਹੜੀ ਹੈ ਉਹ ਸਾਡੇ ਸ਼ਹਿਰ ਨਾਲੋਂ ਬਹੁਤ ਜ਼ਿਆਦਾ ਹੈ। ਤੁਹਾਨੂੰ ਵੀ ਏਦਾਂ ਦੀ ਸਮੱਸਿਆ ਆਉਂਦੀ ਹੈ? ਕਿਸ ਤਰ੍ਹਾਂ ਦੀ? ਮੈਂ ਤੁਹਾਨੂੰ ਗੱਲ ਨਹੀਂ ਸਮਝਿਆ ਸੀ। ਜਿਹੜੀ ਕਾਸਟਿੰਗ ਤੁਸੀਂ ਕੋਈ ਪਲੇ ਚੁੱਕਦੇ ਹੋ, ਇੱਕ ਵੱਡੀ ਕਾਸਟ ਵਾਲਾ ਪਲੇ ਹੈ, ਇੱਕ ਛੋਟੀ ਕਾਸਟ ਵਾਲਾ ਪਲੇ ਹੈ, ਐਕਟਰਸ ਦੀ ਸਮੱਸਿਆ ਜਿਹੜੀ ਹੈ ਉਹ ਤੁਹਾਨੂੰ ਵੀ ਉੱਥੇ ਹੁੰਦੀ ਕੋਈ ਤਾਂ ਨਹੀਂ? ਸਾਡੇ ਕੋਲੇ ਕਾਫੀ ਵੱਡੀ ਕਾਸਟ ਹੈਗੀ ਜਿਹੜੀ ਮੇਰੀ ਲਗਾਤਾਰ ਮੇਰੇ ਨਾਲ ਹੀ ਅਸੀਂ ਕੰਮ ਕਰ ਰਹੇ ਹਾਂ। ਸਾਡੀ ਟੀਮ ਹੈ ਇੱਕ ਬਹੁਤ ਵੱਡੀ, ਤੇ ਉਹ ਕਾਸਟ ਦੀ ਨਹੀਂ ਸਾਨੂੰ ਕੋਈ ਵੀ ਏਦਾਂ ਦੀ ਸਮੱਸਿਆ ਆ ਰਹੀ। ਬਹੁਤ ਅੱਛੇ, ਬਹੁਤ ਅੱਛੇ। ਭੁੱਲਰ ਸਾਹਿਬ, ਕੋਈ ਐਸੀ ਗੱਲ ਜਿਹੜੀ ਹੁਣ ਸਮੇਂ ਦੀ ਆਪਣੇ ਕੋਲ ਘਾਟ ਹੈ, ਕੋਈ ਐਸੀ ਗੱਲ ਜਿਹੜੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਆਪਣਾ ਕੋਈ ਕੌੜਾ ਜਾਂ ਕੋਈ ਮਿੱਠਾ ਤਜਰਬਾ ਰੰਗਮੰਚ ਬਾਰੇ
ਜਾਂ ਪੰਜਾਬੀ ਗਾਇਕ ਬਾਰੇ? ਅਸੀਂ ਇੱਕ 2008 ਦੇ ਵਿੱਚ ਅਸੀਂ ਨਾਟਕ ਤਿਆਰ ਕੀਤਾ ਸੀ ਰਿਸ਼ਤੇ, ਤੇ ਉਹ ਮਤਲਬ ਇਹ ਹੋਇਆ ਵੀ ਅਸੀਂ ਪਹਿਲੀ ਵਾਰੀ ਹੋਇਆ ਵੀ ਕੈਨੇਡਾ ਤੋਂ ਅਸੀਂ ਪੰਜਾਬ ਗਏ, ਇੱਥੋਂ ਲੈ ਕੇ ਟੀਮ ਸਾਰੀ, ਤੇ ਉਹ ਅਸੀਂ ਫਿਰ ਪੰਜਾਬ ਦੇ ਵਿੱਚ ਉਸ ਨਾਟਕ ਦੇ 7 ਸ਼ੋਅ ਕੀਤੇ। ਕੇਵਲ ਧਾਰੀਵਾਲ ਨੇ ਪਹਿਲਾ ਸ਼ੋਅ ਕਰਾਇਆ ਅੰਮ੍ਰਿਤਸਰ 'ਚ, ਫਿਰ ਜਗਦੀਸ਼ ਗਰਗ ਹੋਰਾਂ ਨੇ ਜਲੰਧਰ ਕਰਾਇਆ, ਫਿਰ ਚੰਡੀਗੜ੍ਹ ਫੈਸਟੀਵਲ ਹੋਇਆ ਸੀ ਸਦੇਸ਼ ਚੰਦ ਦਾ, ਉਹਦੇ ਵਿੱਚ ਕੀਤਾ। ਫਿਰ ਤੁਹਾਡੀ ਪੰਜਾਬੀ ਯੂਨੀਵਰਸਿਟੀ 'ਚ ਵੀ ਕਰਕੇ ਆਏ ਸੀ, ਤੇ ਲੁਧਿਆਣੇ ਐਗਰੀਕਲਚਰ ਯੂਨੀਵਰਸਿਟੀ। ਸੋ ਇਹ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਸੀ ਕਿ ਵੀ ਅਸੀਂ ਇੱਥੋਂ ਕੈਨੇਡਾ ਤੋਂ ਗਿਆ ਪੰਜਾਬੀ ਰੰਗਮੰਚ। ਅੱਛਾ ਭੁੱਲਰ ਸਾਹਿਬ, ਤੁਸੀਂ ਬਹੁਤ ਮਾਰਸਾ ਤੁਸੀਂ ਚੰਡੀਗੜ੍ਹ ਥੀਏਟਰ ਕੀਤਾ, ਆਪਾਂ ਨੂੰ ਇਕੱਠਿਆਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ। ਤੁਸੀਂ ਤੁਹਾਡਾ ਤਜਰਬਾ ਜਿਹੜਾ ਉਹ ਪੰਜਾਬੀ ਰੰਗਮੰਚ, ਪੰਜਾਬ ਦੇ ਵਿੱਚ ਰੰਗਮੰਚ ਵਰਸਸ ਵੈਂਕੂਵਰ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਦੇ ਰੰਗਮੰਚ, ਦੋਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੋਨਾਂ ਦੇ ਵਿੱਚ ਕੋਈ ਕੀ ਅੰਤਰ? ਦੋਨਾਂ ਦੇ ਅੰਤਰ ਮੋਸਟਲੀ ਅਸੀਂ ਜਿੰਨੇ ਪਲੇ ਕੀਤੇ ਆ, ਅਸੀਂ ਸਾਡੀ ਜਿਹੜੀ ਇੱਥੋਂ ਦੀ ਸਮੱਸਿਆ ਹੈਗੀ ਹੈ ਤੇ ਉਹਨੂੰ ਲੈ ਕੇ ਅਸੀਂ ਕੀਤਾ। ਬਾਕੀ ਜਿਹੜੀ ਪੰਜਾਬ ਦਾ ਤੇ ਜਿਹੜਾ ਇੱਥੇ ਦਾ ਰੰਗਮੰਚ ਹੈ, ਕਿਉਂਕਿ ਉੱਥੇ ਜ਼ਿਆਦਾ ਸ਼ੋਅ ਹੁੰਦੇ ਰਹਿੰਦੇ ਤੇ ਕਲਾਕਾਰ ਵੀ ਜ਼ਿਆਦਾ ਉੱਥੇ, ਸੋ ਕਲਾ ਤਾਂ ਉਹੀ ਹੈ। ਬਾਕੀ ਇਹ ਵੀ ਸਾਡੀ ਸਕ੍ਰਿਪਟ ਹੈ, ਉਹ ਸਾਡੀ ਇੱਥੇ ਦੀ ਕੈਨੇਡੀਅਨ ਦੀ ਜਿਹੜੀ ਸਾਡੀ ਮੁਸ਼ਕਲਾਂ ਜਾਂ ਹੋਰ ਉਹਦੇ ਤੇ ਸਕ੍ਰਿਪਟ ਹੁੰਦੀ। ਤੇ ਉਹ ਤਾਂ ਬਿਲਕੁਲ ਆਪਾਂ ਜਿੱਥੇ ਵੀ ਜਿਹੜੀ ਵੀ ਧਰਤੀ ਤੇ ਆਪਾਂ ਬੈਠੇ ਹਾਂ, ਜੇ ਆਪਾਂ ਉਸ ਧਰਤੀ ਦੇ ਹੱਕ ਨਹੀਂ ਕਰਦੇ ਤਾਂ ਉਹ ਕੋਈ ਗੱਲ ਮਾਇਨੇ ਵੀ ਨਹੀਂ ਰੱਖਦੀ। ਜੇ ਆਪਾਂ ਕੈਨੇਡਾ ਦੀ ਧਰਤੀ ਤੇ ਬੈਠੇ ਹਾਂ ਜਾਂ ਅਮਰੀਕਾ ਦੀ ਧਰਤੀ ਤੇ ਬੈਠੇ ਹਾਂ, ਤਾਂ ਸੁਭਾਵਿਕ ਹੈ ਕਿ ਆਪਾਂ ਉੱਥੋਂ ਦੀਆਂ ਜਿਹੜੀਆਂ ਸਮੱਸਿਆਵਾਂ ਨਾਲ ਆਪਾਂ ਜੂਝ ਰਹੇ ਹਾਂ ਜਾਂ ਆਪਣੀ ਕਮਿਊਨਿਟੀ ਜੂਝ ਰਹੀ ਹੈ, ਆਪਾਂ ਉਹਨਾਂ ਸਮੱਸਿਆਵਾਂ ਨੂੰ ਹੀ ਲੋਕਾਂ ਦੇ ਸਾਹਮਣੇ ਜਿਹੜੇ ਉਹ ਰੱਖਣ ਦੀ ਕੋਸ਼ਿਸ਼ ਕਰਾਂਗੇ, ਤਾਂ ਹੀ ਆਪਾਂ ਨੂੰ ਪਸੰਦ ਕਰਨਗੇ। ਅੱਛਾ, ਤੁਸੀਂ ਜੇ ਤੁਸੀਂ ਮਾਫ ਕਰ, 1-2-4 ਸ਼ਬਦ ਜਿਹੜੇ ਨੇ ਸ਼ਿਵ ਦੀ ਕਿਸੇ ਗਜ਼ਲ ਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਸਕੋ ਪਲੀਜ਼? ਹਾਂ, ਮੈਂ ਸੁਣਾ ਦੇਣਾ। ਮਾਏ ਨੀ ਮੈਂ ਸ਼ਿਕਰਾ ਯਾਰ ਬਣਾਇਆ, ਉਹਦੇ ਪੈਰੀ ਝਾਂਜਰ ਤੇ ਸਿਰ ਤੇ ਕਲਗੀ, ਨੀ ਉਹ ਝੋਗ ਚੁਗੇਂਦਾ ਆਇਆ। ਮਾਏ ਨੀ ਮੈਂ ਸ਼ਿਕਰਾ ਯਾਰ ਬਣਾਇਆ। ਬਹੁਤ ਅੱਛੇ ਭੁੱਲਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਮੈਨੂੰ ਯਾਦ ਹੈ 89 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੈਸਟ ਹਾਊਸ ਦੇ ਵਿੱਚ ਤੁਹਾਡੀ ਇੱਕ ਪਰਫਾਰਮੈਂਸ। ਹਾਂਜੀ, ਉਹ ਮੈਂ ਉਹ ਯਾਦ ਬਹੁਤ ਵਧੀਆ ਰਹੀ ਸਾਡੀ ਸ਼ਾਮ, ਜਿਹੜੀ ਅਜੇ ਤੱਕ ਵੀ ਬਹੁਤ ਕਮਾਲ ਦਾ ਸੀ। ਜੀ। ਅੱਛਾ, ਹੋਰ ਤੁਹਾਡਾ ਜਿਹੜਾ ਪੰਜਾਬੀ ਰੰਗਮੰਚ ਬਾਰੇ, ਤੁਸੀਂ ਵੈਂਕੂਵਰ ਦੇ ਵਿੱਚ ਤੁਹਾਨੂੰ ਕੀ ਫਿਊਚਰ ਕੀ ਲੱਗਦਾ ਪੰਜਾਬੀ ਰੰਗਮੰਚ ਜਾਂ ਕੈਨੇਡਾ ਦੀ ਧਰਤੀ ਤੇ? ਬਹੁਤ ਸਾਰੇ ਬੰਦੇ ਜਿਹੜੇ ਨੇ ਉਹ ਕੰਮ ਕਰ ਰਹੇ ਆ ਵੈਂਕੂਵਰ ਦੇ ਵਿੱਚ। ਤੁਸੀਂ ਆਪਣੇ ਜਸਕਰਨ ਹੋਣੀ ਨੇ, ਹੋਰ ਵੀ ਕਾਫੀ ਸਾਡੇ ਰੰਗਕਰਮੀ ਨੇ। ਕੈਨੇਡਾ ਦੇ ਟੋਰਾਂਟੋ ਦੇ ਵਿੱਚ ਵੀਰਾ ਸਿੰਘ ਰੰਧਾਵਾ, ਰਜਿੰਦਰ ਸਿੰਘ ਲਹਿਣਾ ਨੇ, ਢਿੱਲੋਂ ਸਾਹਿਬ ਆ। ਤੁਹਾਨੂੰ ਕੀ ਲੱਗਦਾ ਰੰਗਮੰਚ ਦਾ ਫਿਊਚਰ ਕੈਨੇਡਾ ਦੇ ਵਿੱਚ? ਦੇਖੋ, ਅਸੀਂ ਜਦੋਂ ਦੇ ਅਸੀਂ ਰੰਗਮੰਚ ਕਰ ਰਹੇ ਹਾਂ, ਸਾਨੂੰ ਇੰਨਾ ਕੁ ਸਾਨੂੰ ਖੁਸ਼ੀ ਹੈ ਵੀ ਅਸੀਂ ਮੋਸਟਲੀ ਵੀ ਟਿਕਟਾਂ ਤੇ ਸ਼ੋਅ ਕੀਤੇ ਹੈ ਤੇ ਲੋਕ ਸਾਡੇ ਨਾਲ ਜੁੜੇ ਹੋਏ ਆ, ਜਿਹੜੇ ਜਦੋਂ ਵੀ ਅਸੀਂ ਸ਼ੋਅ ਕਰਦੇ ਹਾਂ ਮਤਲਬ ਕਿ 400 ਬੰਦਾ ਸਾਡਾ ਪੱਕਾ ਹੁੰਦਾ ਵੀ ਆਉਣੀ ਪਊਗੀ। ਹੁਣ ਅਸੀਂ ਲੇਟੈਸਟ 1 ਮਾਰਚ ਨੂੰ ਕੀਤਾ ਸੀ ਪਲੇ, ਤੇ ਉਹਦੇ ਚ 700 ਬੰਦਾ ਸੀ ਸਾਡੇ ਸੈਂਟਰ ਦੇ ਵਿੱਚ। ਸੋ ਮਤਲਬ ਇਹ ਖੁਸ਼ੀ ਹੈ ਵੀ ਟਿਕਟ ਮੈਨੂੰ ਅਸੀਂ ਜਦੋਂ ਵੀ ਕੀਤਾ ਸਾਡੀ
$35 ਦੀ ਟਿਕਟ ਜਿਹੜੀ ਹੁੰਦੀ ਹੈ, ਇੱਕ 35 ਦੀ ਤੇ ਇੱਕ $20, ਤੇ ਨਾਟਕ ਦੇਖਣ ਲਈ ਜ਼ਿਆਦਾ ਲੋਕਾਂ ਦੀ ਹੁੰਦਾ ਵੀ ਅਸੀਂ 35 ਵਾਲੀ ਲਈਏ ਟਿਕਟ। ਸੋ ਇਹ ਬਹੁਤ ਵਧੀਆ ਲੱਗੇ ਵੀ ਸਾਡਾ ਰੰਗਮੰਚ ਹੈ ਉਹ ਮਤਲਬ ਐ ਨਹੀਂ ਵੀ ਰੰਗਮੰਚ ਨੂੰ ਫਰੀ ਦੇ ਤੌਰ ਤੇ ਮਤਲਬ ਕਿ ਲੋਕਾਂ ਨੂੰ ਦਿਖਾਈਏ। ਨਹੀਂ, ਇਸ ਗੱਲ ਲਈ ਜਿੰਨੇ ਵੀ ਸਾਡੇ ਰੰਗਕਰਮੀ ਕੈਨੇਡਾ ਦੀ ਧਰਤੀ ਤੇ ਇਸ ਵੇਲੇ ਕੰਮ ਕਰ ਰਹੇ ਨੇ, ਉਹ ਸਾਰੇ ਇਸ ਲਈ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਪੰਜਾਬੀ ਰੰਗਮੰਚ ਨੂੰ ਜਿਹੜਾ ਉਹ ਸਪਾਂਸਰਸ਼ਿਪ ਤੋਂ ਕੱਢ ਕੇ ਸ਼ੋਅ ਕਰਨ ਦੇ ਲਈ ਲੋਕਾਂ ਨੂੰ ਮਜਬੂਰ ਕੀਤਾ ਕਿ ਲੋਕੀ ਨਾ ਖਰੀਦ ਕੇ ਸਾਡਾ ਰੰਗਮੰਚ ਦੇਖਣ ਆਉਣ। ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਆਪਾਂ ਸਮਾਂ ਜਿਹੜਾ ਬਾਹਲਾ ਇਜਾਜ਼ਤ ਨਹੀਂ ਦਿੰਦਾ। ਅੱਜ ਅਸੀਂ ਇੱਥੇ ਹੀ ਤੁਹਾਡੇ ਤੋਂ ਵਿਦਾ ਮੰਗਾਂਗੇ। ਗੁਰਿੰਦਰ ਹੋਣੀ ਮੈਨੂੰ ਇਸ਼ਾਰਾ ਕਰ ਰਹੇ ਨੇ ਕਿ ਸਮਾਂ ਜਿਹੜਾ ਉਹ ਆਲਮੋਸਟ ਖਤਮ ਹੋ ਗਿਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਕੋਸ਼ਿਸ਼ ਕਰਾਂਗੇ ਫਿਰ ਕਿਸੇ ਦਿਨ ਜੇ ਅਸੀਂ ਥੋੜਾ ਹੋਰ ਵੱਧ ਸਮਾਂ ਤਕਨੀਕੀ ਸਮੱਸਿਆਵਾਂ ਨਿਕਲ ਕੇ ਕੱਢ ਸਕੀਏ ਤਾਂ। ਬਹੁਤ ਬਹੁਤ ਸ਼ੁਕਰੀਆ ਗੁਰਦੀਪ ਭਾਜੀ। ਸਾਡੇ ਬਹੁਤ ਸਾਰੇ ਵਰਡ ਜਿਹੜੇ ਨੇ ਉਹ ਤੁਹਾਨੂੰ ਸ਼ੁਭ ਸ਼ਾਮ ਭੇਜ ਰਹੇ ਨੇ। ਢਿੱਲੋਂ ਸਾਹਿਬ, ਗੰਨਾ ਸਾਹਿਬ, ਸਿੱਧੂ ਭਾਜੀ, ਲਹਿਣਾ ਸਾਹਿਬ, ਬਹੁਤ ਸਾਰੇ ਰੰਗਕਰਮੀ ਜਿਹੜੇ ਨੇ ਉਹ ਤੁਹਾਨੂੰ ਵਧਾਈ ਦੇ ਰਹੇ ਨੇ। ਹੀਰਾ ਸਿੰਘ ਰੰਧਾਵਾ ਜੀ ਸਾਡੇ ਨਾਲ ਜੁੜੇ ਹੋਏ ਨੇ। ਦਰਸ਼ਕੋ, ਅਸੀਂ ਅੱਜ ਦਾ ਸੈਗਮੈਂਟ ਚਰਚਾ ਜਿਹੜੀ ਹੈ ਉਸਨੂੰ ਇੱਥੇ ਹੀ ਵਿਸ਼ਰਾਮ ਲਾਉਣੇ ਆ ਕਿਉਂਕਿ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ। ਸਿੱਧੂ ਭਾਜੀ ਸਾਡੇ ਨਾਲ ਉਹ ਗੁਸਤਾਖੀ ਮਾਫ ਕਮੈਂਟ ਪੜ੍ਹਨ ਦੂਜੇ ਬੰਨੇ ਜਾਣਾ ਪੈਂਦਾ। ਸਿੱਧੂ ਸਾਹਿਬ ਜਿਹੜੇ ਨੇ ਉਹ ਤੁਹਾਨੂੰ ਫਿਰ ਵਧਾਈ ਭੇਜ ਰਹੇ ਨੇ। ਜਸਪਾਲ ਢਿੱਲੋਂ ਜੀ, ਖੈਰ ਗੁਰਦੀਪ ਭਾਜੀ ਆਪਾਂ ਫਿਰ ਕਿਸੇ ਦਿਨ ਜੁੜਨ ਦੀ ਕੋਸ਼ਿਸ਼ ਕਰਾਂਗੇ ਕਿ ਵੱਧ ਸਮਾਂ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰ ਸਕੀਏ। ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ। ਵੀ ਮੰਚ ਦੇ ਇਸ ਦੂਜੇ ਪੜਾਅ ਤੇ, ਅੱਜ ਵਾਲੇ ਦੂਜੇ ਪੜਾਅ ਤੇ ਮੈਂ ਤੁਹਾਡਾ ਸਵਾਗਤ ਕਰਦਾ ਸਾਰਿਆਂ ਦਾ। ਕੱਲ ਅਸੀਂ ਜੁੜਨ ਦੀ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿੱਚ ਪਰਮਜੀਤ ਭਾਜੀ ਨਾਲ, ਰਿਮ ਸਿੰਘ ਜੀ ਨਾਲ, ਪਰ ਕੱਲ ਪਤਾਲ ਦੀ ਧਰਤੀ ਨੇ ਸਾਡਾ ਸਾਥ ਨਹੀਂ ਦਿੱਤਾ। ਅੱਜ ਤੁਸੀਂ ਦੇਖਿਆ ਕੈਨੇਡਾ ਨਾਲ ਜੁੜਦਿਆਂ ਵੀ ਸਾਨੂੰ ਥੋੜੀ ਜਿਹੀ ਦਿੱਕਤ ਹੋਈ, ਪਰ ਹੁਣ ਅਸੀਂ ਜਦੋਂ ਜੁੜ ਗਏ ਹਾਂ ਤਾਂ ਆਪਾਂ ਉਸ ਜੁੜਨ ਬਾਰੇ ਹੀ ਗੱਲਾਂ ਕਰਦੇ। ਸੰਗੀਤ ਹਰ ਬੰਦੇ ਦੇ ਅੰਦਰ ਵੱਸਦਾ ਹੈ, ਪਰ ਸੰਗੀਤ ਅਲੱਗ-ਅਲੱਗ ਤਰ੍ਹਾਂ ਦਾ ਹਰ ਬੰਦੇ ਦੇ ਅੰਦਰ ਵਾਸਾ ਕਰਦਾ। ਕਿਸੇ ਨੂੰ ਕਿਸੇ ਕਿਸਮ ਦਾ ਸੰਗੀਤ ਪਸੰਦ ਹੈ, ਕਿਸੇ ਨੂੰ ਕਿਸੇ ਦੂਸਰੀ ਕਿਸਮ ਦਾ ਸੰਗੀਤ ਪਸੰਦ ਹੈ, ਪਰ ਇੱਕ ਸੰਗੀਤ ਉਹ ਵੀ ਹੈ ਜਿਹਨੂੰ ਅਸੀਂ ਰੰਗਮੰਚ ਦਾ ਸੰਗੀਤ ਕਹਿੰਦੇ ਹਾਂ। ਤੇ ਰੰਗਮੰਚ ਦੇ ਸੰਗੀਤ ਦੀ ਗੱਲ ਜਦੋਂ ਅਸੀਂ ਤੋਰਦੇ ਹਾਂ, ਖਾਸ ਕਰਕੇ ਜਿਨ੍ਹਾਂ ਮੌਕਿਆਂ ਦੇ ਉੱਤੇ ਅਸੀਂ ਰੰਗਮੰਚ ਵੇਖਣਾ ਸ਼ੁਰੂ ਕੀਤਾ ਤਾਂ ਉਹਨਾਂ ਸਮਿਆਂ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਓਪਨ ਏਅਰ ਥੀਏਟਰ ਹੋਇਆ ਕਰਦਾ ਸੀ। ਬਾਅਦ ਦੇ ਵਿੱਚ ਉਹ ਓਪਨ ਏਅਰ ਥੀਏਟਰ ਪੰਜਾਬ ਦੇ ਹਾਲਾਤ ਵਿੱਚ, ਖਾਸ ਕਿਸਮ ਦੇ ਹਾਲਾਤ ਵਿੱਚ, ਜਿਹਦਾ ਜ਼ਿਕਰ ਬਹੁਤ ਜ਼ਿਆਦਾ ਇੱਥੇ ਕਰਨ ਦੀ ਜ਼ਰੂਰਤ ਨਹੀਂ, ਉਹਨਾਂ ਦੇ ਵਿੱਚ ਉਹ ਮੰਚ ਢਾਹ ਦਿੱਤਾ ਗਿਆ। ਪਰ ਚੰਗੀ ਕਿਸਮਤ ਸਾਡੇ ਲੋਕਾਂ ਦੀ, ਦਰਸ਼ਕਾਂ ਦੀ, ਚੰਗੀ ਕਿਸਮਤ ਸਾਡੇ ਰੰਗਕਰਮੀਆਂ ਦੀ ਕਿ ਉਹ ਮੰਚ ਦੁਬਾਰਾ ਤੋਂ ਬਹਾਲ ਹੋ ਗਿਆ ਔਰ ਉਹ ਵਿਰਸਾ ਵਿਹਾਰ ਦੀ ਸ਼ਕਲ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਵੇਖ ਸਕਦੇ ਹਾਂ। ਪਰ ਮੈਂ ਗੱਲ ਉਹਨਾਂ ਦਿਨਾਂ ਦੀ ਕਰ ਰਿਹਾ ਜਦੋਂ ਅਸੀਂ ਉਸ ਮੰਚ ਦੇ ਉੱਤੇ ਪਰਮਜੀਤ ਸਿੰਘ ਤੇ ਰੇਨੂ ਸਿੰਘ ਹੋਣਾ ਦੀ ਜੋੜੀ ਨੂੰ ਦੇਖ ਰਹੇ ਸੀ ਔਰ ਉਹ ਜੋੜੀ ਸਾਡੇ ਸਾਹਮਣੇ ਕੁਝ ਇਸ ਤਰ੍ਹਾਂ ਦੇ ਸਵਾਲ ਖੜੇ ਕਰਦੀ ਸੀ, ਇਸ ਤਰ੍ਹਾਂ ਦੇ ਗੀਤ ਗਾਉਂਦੀ ਸੀ। ਇਹ ਕਿ ਹੀਰੋ ਤਾਈ ਵੇ ਲਾ ਲਓ ਉਹਨਾਂ ਦਿਨਾਂ ਦੇ ਵਿੱਚ ਆਮ ਤੌਰ ਤੇ
ਉਸ ਮੰਚ ਦੇ ਉੱਤੇ ਗਾਇਆ ਜਾਂਦਾ ਸੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਲਾਲੋ ਦੀ ਧਰਤੀ ਦੇ ਉੱਤੇ, ਬਾਬੇ ਨਾਨਕ ਦੀ ਧਰਤੀ ਦੇ ਉੱਤੇ ਜੋ ਕੁਝ ਵਾਪਰ ਰਿਹਾ ਸੀ ਉਹ ਕਾਫੀ ਸਾਡੇ ਲਈ ਦੁਖਦਾਈ ਸੀ। ਬੇਸ਼ੱਕ ਉਹ ਅੱਜ ਇਤਿਹਾਸ ਦਾ ਹਿੱਸਾ ਬਣ ਗਿਆ, ਪਰ ਕੁਝ ਚੀਜ਼ਾਂ ਨੇ ਜਿਹੜੀਆਂ ਕਦੇ ਵੀ ਇਤਿਹਾਸ ਦੇ ਵਿੱਚ ਸੁੱਤੀਆਂ ਨਹੀਂ ਰਹਿੰਦੀਆਂ, ਉਹ ਵਾਰ-ਵਾਰ ਜਾਗਦੀਆਂ ਨੇ। ਖਾਸ ਕਰਕੇ ਰੰਗਮੰਚ ਦਾ ਸੰਗੀਤ ਵਾਰ-ਵਾਰ ਜਾਗਦਾ ਹੈ। ਤੇ ਅੱਜ ਅਸੀਂ ਜਦੋਂ ਵੀ ਮੰਚ ਦੇ ਉੱਤੇ ਇਕੱਠੇ ਹੋਏ ਹਾਂ, ਕਿਉਂਕਿ ਸਾਡੇ ਕੋਲੇ ਖੁੱਲੇ ਮੰਚ ਦੇ ਉੱਤੇ ਉਸ ਕਿਸਮ ਦੇ ਓਪਨ ਏਅਰ ਥੀਏਟਰ ਉੱਤੇ ਜਾਣ ਦੇ ਮੌਕੇ ਬਿਲਕੁਲ ਖਤਮ ਹੋ ਚੁੱਕੇ ਨੇ ਹਾਲ ਦੀ ਘੜੀ। ਸਮਾਂ ਆਏਗਾ ਜਦੋਂ ਇੱਕ ਵਾਰ ਫਿਰ ਅਸੀਂ ਉਸੇ ਤਰ੍ਹਾਂ ਦੇ ਮੰਚ ਉੱਤੇ ਜਾਵਾਂਗੇ, ਪਰ ਅੱਜ ਅਸੀਂ ਇਸ ਵੀ ਮੰਚ ਦੇ ਉੱਤੇ ਉਹਨਾਂ ਦਿਨਾਂ ਦੇ ਉਸ ਸੰਗੀਤ ਨਾਲ ਜੁੜਾਂਗੇ ਔਰ ਸਾਡੇ ਨਾਲ ਉਹ ਸੰਗੀਤ ਸਾਂਝਾ ਕਰਨ ਲਈ ਆਉਣਗੇ ਸਾਡੇ ਉਹੀ ਕਲਾਕਾਰ ਜਿਹੜੇ ਸਾਡੇ ਨਾਲ ਗੱਲਾਂ ਕਰਨਗੇ ਕੁਝ। ਪਰ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਮੈਂ ਸਵਾਲ ਪਰਮਜੀਤ ਜੀ ਨੂੰ ਇਹੀ ਕਰਾਂ ਕਿ ਹਰ ਬੰਦੇ ਦੇ ਅੰਦਰ ਸੰਗੀਤ ਵੱਸਦਾ, ਪਰ ਹਰ ਬੰਦਾ ਆਪਣਾ ਸਾਹ ਨਹੀਂ ਲੱਭ ਸਕਦਾ ਕਿ ਉਹਨੇ ਸੰਗੀਤ ਦੀ ਦੁਨੀਆ 'ਚ ਸ਼ਾਮਲ ਹੋਣ ਲਈ ਆਪਣੇ ਸਾਹ ਨਾਲ ਕਿਵੇਂ ਨਾਤਾ ਜੋੜਨਾ ਹੈ, ਉਸਤਾਦ ਰਾਹੀਂ ਜੋੜਨਾ ਜਾਂ ਵੈਸੇ ਕਿਸੇ ਤਰੀਕੇ ਦੇ ਨਾਲ ਕਿਸੇ ਨੂੰ ਸੁਣ ਕੇ ਜੋੜਨਾ। ਤੁਸੀਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਦੱਸਣਾ ਕਿ ਉਹ ਪੜਾਅ ਕਦੋਂ ਆਇਆ, ਉਹ ਪਲ ਕਦੋਂ ਆਏ ਜਦੋਂ ਤੁਹਾਡੇ ਅੰਦਰ ਸੰਗੀਤ ਜਿਹੜਾ ਪਿਆ ਹੋਇਆ ਸੀ ਉਹਨੂੰ ਤੁਸੀਂ ਆਪਣੇ ਉਸ ਸਾਹ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਵੀ ਮੰਚ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਆਪਣੇ ਰਾਤ ਵਰਗੇ ਕਲਾ ਪ੍ਰੇਮੀਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸਵਾਲ ਤੁਸੀਂ ਕੀਤਾ ਹੈ ਕਿ ਸੰਗੀਤ ਦੇ ਵਿੱਚ ਜਿਹੜਾ ਹੈਗਾ ਵਾ ਸ਼ੁਰੂਆਤ ਕਿਸ ਤਰ੍ਹਾਂ ਹੋਈ। ਗੱਲ ਇਸ ਤਰ੍ਹਾਂ ਉਸ ਵਕਤ ਮੈਂ ਕੋਈ 6-7 ਸਾਲ ਦਾ ਸੀਗਾ, ਜਦੋਂ ਮੈਂ ਆਪਣੇ ਮਾਤਾ ਜੀ ਨੂੰ ਤੇ ਆਪਣੀਆਂ ਮਾਸੀਆਂ ਨੂੰ ਹਾਰਮੋਨੀਅਮ ਤੇ ਕੀਰਤਨ ਕਰਦਾ ਦੇਖਦਾ ਸੀਗਾ। ਮੈਂ ਜਦੋਂ ਵੀ ਉਹਨਾਂ ਦੇ ਕੋਲ ਬੈਠਦਾ ਸੀਗਾ ਤਾਂ ਮੈਂ ਜਦੋਂ ਹਾਰਮੋਨੀਅਮ ਪਲੇ ਕਰਦੇ ਸੀਗੇ ਤਾਂ ਮੈਂ ਉਹਨਾਂ ਦੀਆਂ ਉਂਗਲਾਂ ਵੱਲ ਹੀ ਦੇਖਦਾ ਰਹਿੰਦਾ ਸੀਗਾ। ਤੇ ਜਦੋਂ ਉਹਨਾਂ ਨੇ ਆਪਣੀ ਨੌਕਰੀਆਂ ਤੇ ਚਲੇ ਜਾਣਾ ਤਾਂ ਮੈਂ ਬਿਨਾਂ ਕਿਸੇ ਗਾਈਡੈਂਸ ਦੇ, ਬਿਨਾਂ ਕਿਸੇ ਅਗਵਾਈ ਦੇ ਹੱਥ ਮਾਰਨੇ ਸ਼ੁਰੂ ਕੀਤੇ। ਮੇਰੇ ਮਾਤਾ ਜੀ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ, ਉਹਨਾਂ ਦੀ ਆਪਣੀ ਆਵਾਜ਼ ਵੀ ਬਹੁਤ ਅੱਛੀ ਸੀ। ਸੋ ਮੈਂ ਇਹੀ ਕਹਾਂਗਾ ਕਿ ਮੇਰਾ ਸੰਗੀਤ ਦਾ ਗੁਰੂ ਤਾਂ ਮੇਰੇ ਮਾਤਾ ਜੀ ਸੀਗੇ, ਜਿਨ੍ਹਾਂ ਨੇ ਵਿਰਸੇ ਦੇ ਵਿੱਚ ਮੈਨੂੰ ਜਿਹੜਾ ਹੈਗਾ ਸੀਗਾ ਇਹ ਸੰਗੀਤ ਦਿੱਤਾ ਹੈ। ਮਾਵਾਂ ਕੋਲ ਸਾਨੂੰ ਬਹੁਤ ਕੁਝ ਮਿਲਦਾ ਜੀ, ਬਹੁਤ ਕੁਝ ਮਿਲਦਾ। ਤੇ ਇਸ ਤਰ੍ਹਾਂ ਮੇਰੇ ਸੰਗੀਤ ਦੀ ਸ਼ੁਰੂਆਤ ਹੋਈ। ਤੇ ਗੱਲ ਕਰਾਂਗਾ ਵੀ ਸੰਗੀਤ ਜਿਹੜਾ ਹੈਗਾ ਵਾ ਥੀਏਟਰ ਦੇ ਨਾਲ ਕਿਵੇਂ ਜੁੜਿਆ। ਗੱਲ ਹੈ 1969 ਦੀ। ਮੈਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਸੀ, 11ਵੀਂ ਜਮਾਤ 'ਚ ਪੜ੍ਹਦਾ ਸੀਗਾ। ਤੇ ਸਾਡੇ ਸਾਲਾਨਾ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਸੀਗੇ ਸਾਡੇ ਸਰਦਾਰ ਗੁਰਸ਼ਰਨ ਸਿੰਘ ਭਾਜੀ। ਹਾਂਜੀ, ਉਹਨਾਂ ਨੇ ਮੈਨੂੰ ਗਾਉਂਦਿਆਂ ਸੁਣਿਆ ਤਾਂ ਬੜੇ ਖੁਸ਼ ਹੋਏ ਤੇ ਬਾਅਦ ਦੇ ਵਿੱਚ ਮੈਨੂੰ ਕਹਿੰਦੇ, ਬੇਟਾ ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਦੱਸਿਆ ਕਿ ਮੈਂ ਇੱਥੇ ਬਿਲਕੁਲ ਖਾਲਸਾ ਕਾਲਜ ਦੇ ਨਜ਼ਦੀਕ ਹੀ ਰਹਿੰਦਾ। ਤਾਂ ਉਹਨਾਂ ਨੇ ਮੈਨੂੰ ਆਪਣਾ ਐਡਰੈਸ ਦਿੱਤਾ ਕਿ ਪੁੱਤਰ ਮੈਨੂੰ ਸ਼ਾਮੀ ਆ ਕੇ ਮਿਲਣਾ ਮੇਰੇ ਘਰ। ਭਾਜੀ ਮੈਂ ਇੱਥੇ ਤੁਹਾਨੂੰ ਇੱਕ ਛੋਟਾ ਜਿਹਾ ਨਾਲ ਹੀ ਸਵਾਲ ਕਰ ਦੇਵਾਂਗਾ, ਉਹਦਾ ਵੀ ਜਵਾਬ ਨਾਲ ਜੋੜ ਦੇਣਾ ਭਾਜੀ ਨਾਲ ਮਿਲਣੀ ਦਾ, ਕਿ ਇੱਕ ਸੰਗੀਤ ਉਹ ਸੀ ਜਿਹੜਾ ਪਰੰਪਰਾ ਦੇ ਤੌਰ ਤੇ ਤੁਸੀਂ ਸੁਣ ਰਹੇ ਸੀ ਅਧਿਆਤਮਵਾਦੀ ਦਰਸ਼ਨ ਦੇ ਨਾਲ ਜੋੜ ਕੇ, ਔਰ ਦੂਸਰਾ ਸੰਗੀਤ ਹੈ ਰੰਗਮੰਚ ਦਾ ਸੰਗੀਤ। ਤੇ ਤੁਸੀਂ ਉਸ ਰੰਗਮੰਚ ਦੇ ਸੰਗੀਤ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਉਸ ਪਰੰਪਰਿਕ ਸੰਗੀਤ ਦੇ ਨਾਲ ਜੋੜਨ ਦਾ ਯਤਨ ਕੀਤਾ? ਜੀ, ਉਹੀ ਦੱਸਿਆ ਸੀਗਾ ਮੈਂ ਆਪ ਜੀ ਨੂੰ ਕਿ ਫੰਕਸ਼ਨ ਤੋਂ ਬਾਅਦ ਜਦੋਂ ਮੈਂ ਸ਼ਾਮ ਨੂੰ ਭਾਜੀ ਦੇ ਕੋਲ ਗਿਆ ਤਾਂ ਉਹਨਾਂ ਨੇ ਪਹਿਲਾ ਸਵਾਲ ਮੈਨੂੰ ਇਹ ਕੀਤਾ ਕਿ ਪੁੱਤਰ ਅੱਜ ਤੋਂ ਮੈਂ ਤੇਰਾ ਪਿਓ ਹਾਂ ਤੇ ਤੈਨੂੰ ਮੈਂ ਜੋ ਕਹਾਂਗਾ ਤੂੰ ਗੁੱਸਾ ਤਾਂ ਨਹੀਂ ਕਰੇਗਾ, ਤੂੰ ਮੇਰਾ ਆਖਾ ਮੰਨੇਗਾ? ਤਾਂ ਮੈਂ ਕਿਹਾ
ਜਦ ਤੁਸੀਂ ਮੈਨੂੰ ਕਹਿ ਹੀ ਦਿੱਤਾ ਕਿ ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਮੇਰੇ ਪਿਤਾ ਬਰਾਬਰ ਹੋ, ਤਾਂ ਪਿਤਾ ਦਾ ਪੁੱਤਰ ਕਿਵੇਂ ਗੁੱਸਾ ਕਰ ਸਕਦਾ ਹੈ? ਤਾਂ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਬੇਟਾ ਅੱਜ ਤੋਂ ਬਾਅਦ ਤੂੰ ਜੋ ਵੀ ਗਾਏਗਾ ਉਸ ਦਾ ਮੈਂ ਤੈਨੂੰ ਦੱਸਾਂਗਾ ਵੀ ਤੂੰ ਕਿਸ ਤਰ੍ਹਾਂ ਦਾ ਸੰਗੀਤ ਗਾਣਾ ਹੈ, ਕਿਸ ਤਰ੍ਹਾਂ ਦੇ ਗੀਤ ਗਾਣੇ ਨੇ। ਸੋ ਪਹਿਲਾਂ ਮੇਰੀ ਸੋਚ ਹੋਰ ਤਰ੍ਹਾਂ ਦੀ ਸੀਗੀ ਬਈ ਗੀਤ ਨੇ, ਲੇਕਿਨ ਜਦੋਂ ਦਾ ਮੈਂ ਭਾਜੀ ਦੇ ਸੰਪਰਕ ਵਿੱਚ ਆਇਆ ਤਾਂ ਉਹਨਾਂ ਨੇ ਮੇਰਾ ਜਿਹੜਾ ਸੀਗਾ ਸੰਗੀਤ ਉਹ ਬਿਲਕੁਲ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਪਹਿਲਾਂ ਪਹਿਲ ਤਾਂ ਅਸੀਂ ਸਟੇਜਾਂ ਦੇ ਪਿੰਡ ਜਾ ਕੇ ਭਾਜੀ ਦੇ ਨਾਲ ਨਾਟਕ ਕਰਦੇ ਹੁੰਦੇ ਸੀਗੇ, ਮੈਂ ਪਾਠ ਵੀ ਕਰਦਾ ਸੀਗਾ ਵਿੱਚ। ਹਾਂਜੀ। ਗਾਉਣ ਦਾ ਸ਼ੌਕ ਹੋਣ ਕਰਕੇ ਭਾਜੀ ਨੇ ਇੱਕ ਤਜਰਬੇ ਦੇ ਤੌਰ ਤੇ ਕਿਹਾ ਕਿ ਪਰਮਜੀਤ ਹੁਣ ਆਪਾਂ ਇਸ ਤਰ੍ਹਾਂ ਕਰੀਏ ਕਿ ਸੰਗੀਤ ਨੂੰ ਜਿਹੜਾ ਹੈਗਾ ਐਕਸ਼ਨ ਗੀਤਾਂ ਦੇ ਵਿੱਚ ਬਦਲਣਾ। ਸੋ ਉਹਨਾਂ ਨੇ ਮੈਨੂੰ ਗੀਤ ਦੇਣੇ ਸ਼ੁਰੂ ਕੀਤੇ ਤੇ ਕੁਦਰਤੀ ਰੱਬ ਦੀ ਕਿਰਪਾ ਐਸੀ ਹੋਈ ਕਿ ਇੱਕੋ ਗੱਲ ਮੈਨੂੰ ਭਾਜੀ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਦੇ ਬੋਲ ਹੋਣ ਔਰ ਜਿਸ ਤਰ੍ਹਾਂ ਦਾ ਸਟੇਜ ਦੇ ਉੱਪਰ ਸੀਨ ਚੱਲ ਰਿਹਾ ਹੋਵੇ, ਪੁੱਤਰ ਕੋਸ਼ਿਸ਼ ਕਰੀ ਉਹਦੀ ਕੰਪੋਜੀਸ਼ਨ ਵੀ ਜਿਹੜੀ ਉਹਦੇ ਮੁਤਾਬਕ ਹੋਣੀ ਚਾਹੀਦੀ। ਬਿਲਕੁਲ ਜੀ, ਸੋ ਰੰਗਮੰਚ ਦਾ ਸੰਗੀਤ। ਸੋ ਜਦੋਂ ਮੈਂ ਫਖਰ ਨਾਲ ਕਹਿ ਸਕਦਾ ਵੀ ਜਿਹੜਾ ਉਹਨਾਂ ਨੇ ਮੈਨੂੰ ਗੀਤ ਜਾਂ ਕਵਿਤਾ ਦੇਣੀ, ਮੈਂ ਉਸ ਨੂੰ ਕੰਪੋਜ਼ ਕਰਕੇ ਭਾਜੀ ਦੇ ਅੱਗੇ ਰੱਖਣਾ, ਤਾਂ ਭਾਜੀ ਨੇ ਕਦੀ ਵੀ ਉਸ ਨੂੰ ਕੱਟ ਨਹੀਂ ਸੀ ਕੀਤਾ। ਉਸੇ ਵੇਲੇ ਕਰ ਦਿੰਦੇ ਸੀ, ਪੁੱਤਰ ਇਹੀ ਮੈਂ ਚਾਹੁੰਦਾ ਵਾਂ, ਇਹੀ ਪੂਰੇ ਜੋਸ਼। ਭਾਜੀ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਨਹੀਂ ਚਾਹਾਂਗਾ, ਬਲਕਿ ਤੁਹਾਡੇ ਕੋਲੋਂ ਇਹ ਆਗਿਆ ਲੈਣੀ ਚਾਹਾਂਗਾ ਕਿ ਤੁਸੀਂ ਸਭ ਤੋਂ ਪਹਿਲਾਂ ਕਿਹੜਾ ਗੀਤ ਅੱਜ ਆਪਣੇ ਦੋਸਤਾਂ ਨਾਲ, ਆਪਣੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੋਗੇ? ਬੇਸ਼ੱਕ ਜੋ ਆਪੋ ਆਪਣੇ ਘਰ ਹੀ ਬੈਠੇ ਸਾਨੂੰ ਦੇਖ ਰਹੇ ਨੇ, ਪਹਿਲਾਂ ਵਰਗੇ ਤਰੀਕੇ ਨਾਲ ਨਹੀਂ, ਜਿਵੇਂ ਤੁਸੀਂ ਪਿੰਡਾਂ 'ਚ ਜਾਂਦੇ ਸੀ ਜਾਂ ਓਪਨ ਏਅਰ ਥੀਏਟਰ ਦੇ ਵਿੱਚ ਜਾਂਦੇ ਸੀ, ਮੰਚ ਦੇ ਉੱਤੇ ਗਾਉਂਦੇ ਸੀ। ਅੱਜ ਤੁਸੀਂ ਕਿਹੜਾ ਗੀਤ ਸਭ ਤੋਂ ਪਹਿਲਾਂ ਸਾਡੇ ਨਾਲ ਸਾਂਝਾ ਕਰਨ ਜਾ ਰਹੇ ਹੋ? ਸ਼ਿਵਦੇਸ਼ ਜੀ, ਸਭ ਤੋਂ ਪਹਿਲਾਂ ਜਿਹੜਾ ਗੀਤ ਮੈਂ ਸਭ ਦੇ ਰੂਬਰੂ ਕਰ ਰਿਹਾ ਆਪਣੇ ਕਲਾ ਪ੍ਰੇਮੀਆਂ ਦੇ, ਇਹ ਉਹ ਗੀਤ ਹੈ ਜਿਸ ਨੂੰ ਜਿੱਥੇ ਜਿੱਥੇ ਵੀ ਪੰਜਾਬ ਦੇ ਕੀ ਹਿੰਦੁਸਤਾਨ ਦੇ ਕੀ ਦੁਨੀਆ ਦੇ ਜਿਸ ਕੋਨੇ ਵਿੱਚ ਗਏ ਆ, ਭਾਜੀ ਪ੍ਰੋਗਰਾਮ ਦੀ ਸ਼ੁਰੂਆਤ ਹੀ ਇਸ ਗੀਤ ਨਾਲ ਕਰਦੇ ਸੀਗੇ। ਉਹ ਗੀਤ ਸੀ ਸੁਰਿੰਦਰ ਗਿੱਲ ਦਾ ਲਿਖਿਆ ਹੋਇਆ, ਛੱਟਾ ਚਾਨਣਾ ਦਾ ਦੇਈ ਜਾਣਾ। ਹਾਂਜੀ, ਬਹੁਤ ਅੱਛਾ ਗੀਤ, ਬਹੁਤ ਕਮਾਲ ਦਾ ਗੀਤ। ਚਲੋ ਆਪਾਂ ਸਿੱਧਾ ਹੁਣ ਉਸ ਗੀਤ ਵੱਲ ਚੱਲਦੇ ਹਾਂ। ਆਓ ਦੋਸਤੋ, ਉਸ ਗੀਤ ਵੱਲ ਚੱਲੀਏ।
ਛੱਟਾ ਚਾਨਣਾ ਦਾ ਦੇਈ ਜਾਣਾ, ਇਹ ਉਹਨਾਂ ਦਿਨਾਂ ਦਾ ਗੀਤ ਹੈ ਜਦੋਂ ਦੁਨੀਆ ਭਰ ਦੇ ਲੋਕਾਂ ਨੂੰ ਲੱਗਦਾ ਸੀ ਕਿ ਬਹੁਤ ਨੇੜੇ ਹੈ ਸੂਈ ਸਵੇਰ ਔਰ ਦੁਨੀਆ ਪੂਰੀ ਤਰ੍ਹਾਂ ਬਦਲ ਜਾਏਗੀ। ਪਰ ਸੂਈ ਸਵੇਰ ਬੇਸ਼ੱਕ ਦੂਰ ਦੂਰ ਹੋਰ ਦੂਰ ਦੂਰ ਹੁੰਦੀ ਨਜ਼ਰ ਆਉਂਦੀ ਹੈ, ਪਰ ਇੱਕ ਗੱਲ ਜ਼ਰੂਰ ਹੈ ਕਿ ਲੋਕਾਂ ਦੇ ਅੰਦਰੋਂ ਸੁਪਨੇ ਮਰੇ ਨਹੀਂ, ਔਰ ਉਹ ਗੀਤਾਂ ਦੇ ਸੁਪਨੇ ਅੱਜ ਤੱਕ ਵੀ ਸਾਡੇ ਅੰਦਰ ਜਿਉਂਦੇ ਨੇ। ਮੈਂ ਇੱਕ ਗੱਲ ਤਾਂ ਇਹੀ ਕਹਿਣੀ ਚਾਹਾਂਗਾ ਕਿ ਪਰਮਜੀਤ ਭਾਜੀ ਜਦੋਂ ਆਪਣੇ ਇਸ ਗੀਤ ਨੂੰ ਰਿਕਾਰਡ ਹੋਏ ਦੀ ਸ਼ਕਲ ਦੇ ਵਿੱਚ ਵੇਖ ਰਹੇ ਸੀ, ਕਿਉਂਕਿ ਤਕਨੀਕ ਦੇ ਮਸਲਿਆਂ ਕਰਕੇ ਇਹ ਵੀ ਕੀਤਾ ਗਿਆ ਕਿ ਕੁਝ ਗੀਤ ਅਸੀਂ ਉਹਨਾਂ ਕੋਲੋਂ ਰਿਕਾਰਡ ਕਰਕੇ ਮੰਗਵਾ ਲਈਏ, ਕੁਝ ਗੀਤ ਅਸੀਂ ਲਾਈਵ ਵੀ ਜ਼ਰੂਰ ਸੁਣਨ ਦੀ ਕੋਸ਼ਿਸ਼ ਕਰਾਂਗੇ। ਪਰ ਜਿਵੇਂ ਤੁਸੀਂ ਕੱਲ ਵੀ ਦੇਖਿਆ ਕਿ ਪਾਤਾਲ ਦੀ ਧਰਤੀ ਨੇ ਸਾਡੇ ਨਾਲ ਬਹੁਤ ਬੁਰੀ ਗੁਜ਼ਾਰੀ, ਇਸ ਕਰਕੇ ਵੀ ਅਸੀਂ ਥੋੜਾ ਸੋਚਿਆ ਕਿ ਇਹ ਗੀਤ ਰਿਕਾਰਡ ਕਰਕੇ ਮੰਗਵਾ ਲੈਣੇ ਚਾਹੀਦੇ ਨੇ। ਔਰ ਜਦੋਂ ਅਸੀਂ ਰਿਕਾਰਡਡ ਗੀਤ ਮੰਗਵਾਏ ਤਾਂ ਪਰਮਜੀਤ ਭਾਜੀ ਉਹਨਾਂ ਗੀਤਾਂ ਨੂੰ ਇੱਕ ਤਰ੍ਹਾਂ ਨਾਲ ਦਰਸ਼ਕ ਦੀ ਤਰ੍ਹਾਂ ਵੀ ਸੁਣ ਰਹੇ ਸੀ, ਭਾਬੀ ਜੀ ਵੀ, ਰੇਨੂ ਸਿੰਘ ਜੀ ਵੀ ਸੁਣ ਰਹੇ ਸੀ। ਮੈਂ ਦੋਨਾਂ ਤੋਂ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਆਪਣਾ ਹੀ ਗੀਤ ਇਸ ਤਰ੍ਹਾਂ ਸੁਣ ਕੇ कैसा ਲੱਗਿਆ? देखो जी, अपनी चीज तो हर एक नूं अच्छी लगती है, ते साडा दिल ते ये करदा है कि बार बार इस गीत नूं गाई जाइए ते सुनी जाइए ते लोकां नूं जिहड़ा खुशी दिंदे रहिए ते खुशी लैंदे। थैंक यू जी, ਤੁਸੀਂ ਬਹੁਤ ਸੰਖੇਪ ਦੇ ਵਿੱਚ ਵੀ ਪਰ ਆਪਣੇ ਮਨ ਦੀ ਉਹ ਗੱਲ ਕਹੀ ਹੈ ਜਿਹੜੀ ਗੱਲ ਕਲਾਕਾਰ ਇੱਕ ਸ਼ਬਦ ਨਾਲ ਵੀ ਪੂਰੀ ਕਰ ਦਿੰਦਾ। ਤੇ ਜਦੋਂ ਅਸੀਂ ਸੰਗੀਤ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਸ਼ੁਰੂ 'ਚ ਦੱਸਿਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਦੋਂ ਕੀਰਤਨ ਦਾ ਸੰਗੀਤ ਸੁਣਦੇ ਸੀ, ਪਰੰਪਰਾ ਦਾ ਸੰਗੀਤ ਸੁਣਦੇ ਸੀ, ਤਾਂ ਅਸੀਂ ਉਸ ਸੰਗੀਤ ਨਾਲ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੁੜ ਜਾਂਦੇ ਸੀ। ਫਿਰ ਸਾਡੇ ਕੋਲੇ ਇੱਕ ਹੋਰ ਪਰੰਪਰਾ ਦਾ ਸੰਗੀਤ ਹੈ ਜਿਹਨੂੰ ਅਸੀਂ ਆਮ ਤੌਰ ਦੇ ਉੱਤੇ ਸੂਫੀਆਨਾ ਸੰਗੀਤ ਦੇ ਰੂਪ ਦੇ ਵਿੱਚ ਜਾਣਦੇ ਹਾਂ। ਔਰ ਸੂਫੀਆਨਾ ਸੰਗੀਤ ਦੀ ਜਦੋਂ ਕਦੇ ਗੱਲ ਤੁਰਦੀ ਹੈ ਤਾਂ ਬਾਬਾ ਬੁੱਲੇ ਸ਼ਾਹ ਦਾ ਨਾਮ ਸਭ ਤੋਂ ਪਹਿਲਾਂ ਆ ਜਾਂਦਾ। ਹਾਲਾਂਕਿ ਬਹੁਤ ਸਾਰੇ ਹੋਰ ਸੂਫੀ ਸੰਗੀਤ ਨਾਲ ਜੁੜੇ ਜਾਂ ਸੂਫੀ ਸ਼ਾਇਰੀ ਨਾਲ ਜੁੜੇ ਬਹੁਤ ਸ਼ਾਇਰ ਨੇ ਜਿਨ੍ਹਾਂ ਦੀ ਅਸੀਂ ਗੱਲ ਕਰ ਸਕਦੇ ਹਾਂ, ਸ਼ਾਹ ਹੁਸੈਨ ਦੀ ਗੱਲ ਕਰ ਸਕਦੇ ਹਾਂ। ਪਰ ਅਸੀਂ ਬਾਬਾ ਬੁੱਲੇ ਸ਼ਾਹ ਦੀ ਜੇ ਗੱਲ ਛਿੜ ਪਈ ਹੈ ਤਾਂ ਅਸੀਂ ਇਹ ਵੀ ਗੱਲ ਜ਼ਰੂਰ ਕਰਨੀ ਚਾਹਾਂਗੇ ਕਿ ਜੇ ਤੁਸੀਂ ਬਾਬਾ ਬੁੱਲੇ ਸ਼ਾਹ ਨਾਲ ਸੰਬੰਧਿਤ ਜਾਂ ਉਹਨਾਂ ਦਾ ਕੋਈ ਕਲਾਮ ਗਾਇਆ ਤਾਂ ਉਹ ਵੀ ਜ਼ਰੂਰ ਸਾਂਝਾ ਕਰੋ। ਪਰ ਉਸ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਦੱਸ ਦਿਓ ਕਿ ਬਾਬਾ ਬੁੱਲੇ ਸ਼ਾਹ ਦੇ ਕਲਾਮ ਨਾਲ ਤੁਸੀਂ ਕਿਵੇਂ ਆਪਣਾ ਨਾਤਾ ਜੋੜਿਆ। ਗੱਲ ਇਸ ਤਰ੍ਹਾਂ ਕਿ ਸਾਨੂੰ ਇਸ ਸਾਲ ਹੀ ਜਨਵਰੀ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਸੱਦਾ ਮਿਲਿਆ। ਉੱਥੋਂ ਦੇ ਰੰਗ ਕਰਮੀਆਂ ਨੇ, ਕਲਾ ਪ੍ਰੇਮੀਆਂ ਨੇ ਸਾਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਭਾਜੀ ਤੁਸੀਂ ਸਾਡੇ ਕੋਲ ਆਓ, ਤੁਸੀਂ ਜਿਹੜਾ ਰੰਗਮੰਚ ਨਾਲ ਜੁੜੇ ਹੋਏ ਹੋ ਤੇ ਤੁਸੀਂ ਜਦੋਂ ਸਾਡੇ ਕੋਲ ਆਓਗੇ ਤਾਂ ਤੁਹਾਨੂੰ ਕਸੂਰ ਬਾਬਾ ਬੁੱਲੇ ਸ਼ਾਹ ਦੀ ਸਮਾਧੀ ਵੀ ਲੈ ਕੇ ਜਾਵਾਂਗੇ। ਸੋ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਸੀਗਾ ਅਸੀਂ ਜਿਹੜੇ ਸੀਗੇ ਕੁਝ ਸੂਫੀਆਨਾ ਗੀਤ ਜਿਹੜੇ ਸੀਗੇ ਉਹ ਕੀਤੇ। ਜਦੋਂ ਅਸੀਂ ਉੱਥੇ ਆਪਣਾ ਪ੍ਰੋਗਰਾਮ ਦਿੱਤਾ ਤਾਂ ਉੱਥੇ ਸਾਨੂੰ ਪਾਕਿਸਤਾਨ ਦੇ ਵਿੱਚ ਇਸ ਵਿਸ਼ਾਲੇ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਹੜਾ ਕਿ ਬਾਬਾ ਬੁੱਲੇ ਸ਼ਾਹ ਦੀ ਸਮਾਧ ਤੋਂ ਉਹਨਾਂ ਨੇ ਉਠਾ ਕੇ ਸਾਡੇ ਗਲੇ ਦੇ ਵਿੱਚ ਤੇ ਮੇਰੀ ਪਤਨੀ ਰੇਨੂ ਸਿੰਘ ਦੇ ਗਲੇ ਦੇ ਵਿੱਚ ਪਾ ਕੇ ਸਨਮਾਨ ਦਿੱਤਾ। ਉਹ ਤੁਸੀਂ ਦੇਖ ਹੀ ਸਕਦੇ ਹੋ। ਮੈਂ ਇਸ ਮੰਚ ਤੋਂ ਸਲਾਮ ਕਰਦਾ ਜੀ ਉਹਨਾਂ ਦੋਸਤਾਂ ਨੂੰ ਜਿਨ੍ਹਾਂ ਨੇ ਸਾਨੂੰ ਉਸ ਪਰੰਪਰਾ ਦੇ ਨਾਲ ਜੋੜ ਕੇ ਗੱਲ ਕੀਤੀ। ਪਰ ਮੈਂ ਹੁਣ ਭਾਬੀ ਜੀ ਤੋਂ ਵੀ ਜ਼ਰੂਰ ਪੁੱਛਣਾ ਚਾਹਾਂਗਾ ਕਿ ਇੱਕ ਤਾਂ ਉਹ ਇਹ ਦੱਸਣ ਕਿ ਐਸੇ ਸਾਲ ਦੇ ਕਿੰਨਾ ਦਿਨਾਂ ਦੇ ਵਿੱਚ ਤੁਸੀਂ ਗਏ, ਕਿਉਂਕਿ ਮਾਰਚ ਦੇ ਵਿੱਚ ਆ ਕੇ ਤਾਂ ਕਾਫੀ ਹਾਲਾਤ ਬੁਰੇ ਹੋ ਗਏ ਸੀ ਕਰੋਨਾ ਦੀ ਵਜ੍ਹਾ ਦੇ ਨਾਲ। ਉਹ ਕਿਹੜੇ ਦਿਨ ਸਨ ਜਿਨ੍ਹਾਂ ਦੇ ਵਿੱਚ ਤੁਸੀਂ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗਏ, ਵੱਖ-ਵੱਖ ਗੁਰਦੁਆਰਾ ਸਾਹਿਬ ਜਿਹੜੇ ਉੱਥੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਵੀ ਜਾ ਕੇ ਨਤਮਸਤਕ ਹੋਏ ਤੇ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਦੇ ਉੱਤੇ ਵੀ ਤੁਸੀਂ ਜਾ ਕੇ ਆਪਣਾ ਗਾਇਨ ਕੀਤਾ, ਕੀਰਤਨ ਕੀਤਾ ਤੁਸੀਂ ਉਹਨਾਂ ਗੁਰਦੁਆਰਿਆਂ ਦੇ ਵਿੱਚ ਵੀ ਜਿਹੜੇ ਗੁਰਦੁਆਰਿਆਂ ਬਾਰੇ ਅਸੀਂ ਅਕਸਰ ਅਰਦਾਸ ਕਰਦੇ ਹਾਂ, ਬਲਕਿ ਡੇਲੀ ਅਰਦਾਸ ਕਰਦੇ ਹਾਂ ਕਿ ਸਾਨੂੰ ਉਹਨਾਂ ਗੁਰੂ ਸਾਹਿਬਾਨ ਦੇ
ਗੁਰਦੁਆਰਾ ਸਾਹਿਬਾਨ ਨਾਲ ਜੁੜਨ ਦਾ ਮੌਕਾ ਦਿੱਤਾ ਜਾਵੇ। ਜਿਹੜੇ ਹਾਲਾਤ ਨੇ ਸਾਡੇ ਕੋਲੋਂ ਵਿਛੋੜ ਦਿੱਤੇ ਗਏ ਨੇ। ਭਾਬੀ ਜੀ, ਮੈਂ ਚਾਹਾਂਗਾ ਤੁਸੀਂ ਜ਼ਰੂਰ ਉਹਨਾਂ ਦਿਨਾਂ ਬਾਰੇ ਥੋੜੀ ਜੀ ਗੱਲ ਕਰੋ ਜਿਹੜੇ ਤੁਸੀਂ ਪਾਕਿਸਤਾਨ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ, ਉਧਰਲੇ ਦੋਸਤਾਂ ਦੇ ਨਾਲ, ਜਿਹੜੇ ਰੂਹ ਵੱਲੋਂ ਸਾਡੇ ਵਰਗੇ ਹੀ ਨੇ, ਉਹਨਾਂ ਦੇ ਨਾਲ ਜਿਹੜੇ ਤੁਸੀਂ ਦਿਨ ਗੁਜ਼ਾਰ ਕੇ ਆਏ ਹੋ। ਉਹਨਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਇਹਨਾਂ ਵੱਲੋਂ ਸਾਰਿਆਂ ਨੂੰ ਸ਼ਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਪ੍ਰਵਾਨ ਕਰੋਗੇ। ਤੇ ਮੈਂ ਤੁਹਾਨੂੰ ਇਹੀ ਕਹਾਂਗੀ, ਇੱਕ शेर तो शुरू करांगी। तुम करो तिनके इकट्ठे, आशियां बन जाएगा, लोग मिलते जाएंगे और कारवां बन जाएगा। पढ़ो आजाद लेकर खूबसूरत से ख्याल, एक प्यारा सा मोहब्बत का जहां बन जाए। ये मेरा सुपना सी जो कि मैं अपने विआह तो बाद पूरा करना चाहती थी, पर वो मैनू पूरा करने का मौका भाजी गुरशरण सिंह जी ने दिता, क्योंकि भाजी गुरशरण सिंह जी नाल ये जुड़े हुए सन ते मेरी इन्हां नाल मुलाकात बीएड दे विच होई ते बीएड दे विच इन्हां दा ध्यान बनया कि मैं यही कुड़ी लैनी है, यही कुड़ी लैनी है जी, यही कुड़ी लैनी है। वो मेरा बीएड दे विच साडा वो सुपना नहीं पूरा हो सकिया, पर जदों मैं देखिया कि भाजी नाल जुड़े हुए ने, बड़ा अच्छा काम कर रहे ने सारे संसारी तौर ते ते भाजी हमेशा ये गीत बोलते होंदे सी, ये भी बोलते होंदे सी, इंशाल्लाह बाल के चलना जदों तक रात बाकी है, जदों तक रात बाकी है। मैं उस चीज नूं लैके भाजी दा वो सुपना ते मेरा वो जो सुपना सी वो मिल गया ते असीं दोनों जने इकट्ठे हो गए, साडा शादी होई, और भाजी ओदा जरिया बने ते असीं दोनों जणियां ने इस तो बाद साडे बच्चियां होए जदों ਉਹਨਾਂ ਨੇ ਵੀ ਇਹ ਫੈਸਲਾ ਕੀਤਾ ਕਿ ਮੰਮੀ ਜੋ ਤੁਸੀਂ ਸਾਡੇ ਵੱਡੇ ਕਰਨ ਦੇ ਵਿੱਚ ਤੁਸੀਂ ਨਹੀਂ ਕਰ ਸਕੇ, ਭਾਵੇਂ ਨਾਲ ਨਾਲ ਤੁਸੀਂ ਕਰਦੇ ਰਹੇ ਹੋ। ਆਪਣਾ ਡਿਸਟ੍ਰਿਕਟ ਵੈਲਫੇਅਰ ਆਫੀਸਰ ਸੀ ਮੈਂ, ਉਹ ਵੀ ਮੈਂ ਨਿਭਾਉਂਦੀ ਰਹੀ, ਆਪਣੇ ਬੱਚੇ ਵੀ ਪਾਲਦੀ ਰਹੀ, ਔਰ ਨਾਲ ਨਾਲ ਮੈਂ ਰੰਗਮੰਚ ਦਾ ਵੀ ਕੰਮ ਇਹਨਾਂ ਦੇ ਨਾਲ ਕਰਦੀ, ਕਿਉਂਕਿ ਮੈਂ ਇਹਨਾਂ ਨੂੰ ਫੋਲੋ ਕਰਦੀ ਸਾਂ ਕਿ ਮੇਰਾ ਇੱਕ ਸੁਪਨਾ ਹੈ ਕਿ ਮੈਂ ਆਪਣੇ ਹਸਬੈਂਡ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਸਾਰ ਨੂੰ, ਇਸ ਸਮਾਜ ਨੂੰ ਸੁੰਦਰ ਬਣਾਉਣਾ। ਉਹ ਉਸ ਕਰਕੇ ਅਸੀਂ ਦੋਨੋਂ ਜਣੇ ਇਕੱਠੇ ਹੁਣ ਜਗ੍ਹਾ ਜਗ੍ਹਾ ਤੇ ਜਾ ਕੇ, ਜਿਸ ਤਰ੍ਹਾਂ ਕਿ ਪਾਕਿਸਤਾਨ ਗਏ ਹਾਂ ਅਸੀਂ, ਆਸਟ੍ਰੇਲੀਆ ਗਏ ਹਾਂ ਅਸੀਂ, ਗਲਫ ਕੰਟਰੀਜ਼ ਗਏ ਹਾਂ, ਔਰ ਵਰਲਡ ਟੂਰ ਇਸ ਲਈ ਕਰ ਰਹੇ ਹਾਂ। ਉਹ ਸਿਰਫ ਉਹਨਾਂ ਬੱਚਿਆਂ ਵਾਸਤੇ ਕਿ ਜਿਹੜੀ ਹੈ ਧਰਤੀ ਜਿਹੜੀ ਖਤਮ ਹੋ ਰਹੀ ਹੈ, ਜਿਹੜੇ ਅਸੀਂ ਬਿਲਕੁਲ ਲੋਕਾਂ ਨੂੰ ਜੋੜਨਾ ਕਿਸ ਤਰ੍ਹਾਂ ਹੈ, ਬੱਚਿਆਂ ਨੂੰ ਕਿਸ ਤਰ੍ਹਾਂ ਜੋੜਨਾ ਹੈ, ਆਪਣੇ ਵਿਰਸੇ ਨਾਲ ਕਿਸ ਤਰ੍ਹਾਂ ਜੋੜਨਾ ਹੈ, ਉਹਦੇ ਕਰਕੇ ਅਸੀਂ ਜਗ੍ਹਾ ਜਗ੍ਹਾ ਤੇ ਜਾ ਕੇ ਉਹਨਾਂ ਬੱਚਿਆਂ ਨੂੰ ਆਪਣੇ ਨਾਲ ਜੋੜ ਰਹੇ ਹਾਂ, ਇਸ ਵਿਰਸੇ ਨਾਲ ਜੋੜ ਰਹੇ ਹਾਂ। ਤੇ ਭਾਜੀ ਦੇ ਜਿਹੜਾ ਸੰਦੇਸ਼ ਹੈ ਮਸ਼ਾਲਾਂ ਬਾਲ ਕੇ ਚੱਲਣਾ, ਉਹ ਮਸ਼ਾਲ ਅਸੀਂ ਚੁੱਕੀ ਹੋਈ ਹੈ ਤੇ ਉਸੇ ਬਾਲ ਰਹੇ ਤੇ ਉਸ ਕਰਕੇ ਅਸੀਂ ਉੱਥੇ ਗਏ ਤਾਂ ਪਾਕਿਸਤਾਨ ਮੇਰੀ ਫਰੈਂਡ ਹੈ ਫਾਇਜ਼ਾ ਅਖਤਰ, ਉਹਨਾਂ ਨੇ ਵੀ ਸਾਨੂੰ ਜਦੋਂ ਬੁਲਾਇਆ ਉੱਥੇ ਤੇ ਉਹ ਸਾਰਿਆਂ ਨੇ ਸਾਡੇ ਨਾਲ ਰਲ ਕੇ ਅਸੀਂ ਸਾਰਾ ਟੂਰ ਕੀਤਾ ਤੇ ਉਹਦੇ ਵਿੱਚ ਸਾਨੂੰ ਲਾਹੌਰ ਦੇ ਵਿੱਚ ਸਾਡੀ ਹੋਈ ਕਾਫੀ ਇੰਟਰਵਿਊਜ਼ ਵੀ ਹੋਈਆਂ, ਔਰ ਕਲਾਕਾਰਾਂ ਨੇ ਸਾਨੂੰ ਉੱਥੇ ਸਨਮਾਨਿਤ ਵੀ ਕੀਤਾ ਆਪਣੇ ਥੀਏਟਰਸ ਦੇ ਵਿੱਚ ਬੁਲਾ ਕੇ, ਤੇ ਉਹਨਾਂ ਸਾਰਿਆਂ ਦੇ ਨਾਲ ਅਸੀਂ ਰਲ ਕੇ ਅਸੀਂ ਕਸੂਰ ਵੀ ਗਏ। ਕਸੂਰ ਚ ਬੁੱਲੇ ਸ਼ਾਹ ਦੀ ਸਮਾਧ ਦੇ ਉੱਤੇ ਇਹ ਪੇਸ਼ ਕੀਤਾ, ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਤੇ ਉਹ ਤੁਹਾਡਾ ਬੁੱਲੇ ਸ਼ਾਹ ਦੀ ਕਾਪੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ। ਔਰ ਗੁਰਦੁਆਰਿਆਂ ਦੇ ਵਿੱਚ ਅਸੀਂ ਕੀਰਤਨ ਵੀ ਕੀਤਾ, ਜਿੱਥੇ ਕਿ ਪੰਜਾ ਸਾਹਿਬ, ਕਰਤਾਰਪੁਰ ਔਰ ਨਨਕਾਣਾ ਸਾਹਿਬ ਵੀ ਅਸੀਂ ਉੱਥੇ ਜਾ ਕੇ ਕੀਰਤਨ, ਉਹਨਾਂ ਨੇ ਵੀ ਸਾਨੂੰ ਸਨਮਾਨਿਤ ਕੀਤਾ। ਤੇ ਇਸ ਤਰ੍ਹਾਂ ਅਸੀਂ ਜਗ੍ਹਾ ਜਗ੍ਹਾ ਜਾ ਕੇ ਬੱਚਿਆਂ ਨੂੰ ਜੋੜ ਰਹੇ ਹਾਂ, ਆਪਣੇ ਮੈਸੇਜ ਦੇ ਰਹੇ ਹਾਂ ਕਿ ਸੁੰਦਰ ਜਹਾਨ ਕਿੱਦਾਂ ਬਣਾ। ਮੈਂ ਚਾਹਾਂਗਾ ਕਿ ਹੁਣ ਅਸੀਂ ਉਸ ਬਾਬਾ ਬੁੱਲੇ ਸ਼ਾਹ ਦੇ ਕਲਾਮ ਨਾਲ ਵੀ ਆਪਣੇ ਸਾਰੇ ਦੇਖਣ ਵਾਲੇ ਦੋਸਤਾਂ ਨੂੰ ਜੋੜੀਏ, ਜਿਹੜਾ ਕਲਾਮ ਸਾਡੇ ਨਾਲ ਬੈਠ ਕੇ ਭਾਜੀ ਵੀ ਦੇਖਣਗੇ। ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਾਨੂੰ ਕੁਝ ਚੀਜ਼ਾਂ ਇਸ ਕਰਕੇ ਵੀ ਰਿਕਾਰਡ ਦੀ ਸ਼ਕਲ ਦੇ ਵਿੱਚ ਸਾਂਝੀਆਂ ਕਰਨੀਆਂ ਪੈ ਰਹੀਆਂ ਨੇ ਕਿ ਤਕਨੀਕ ਅਕਸਰ ਸਾਡਾ ਰਸਤਾ ਰੋਕ ਕੇ ਖੜ ਜਾਂਦੀ ਹੈ, ਤੇ ਬਹੁਤ ਲੋਕੀ ਫਿਰ ਉਹ ਯਾਦ ਕਰਦੇ ਨੇ ਉਹ ਦਿਨ, ਜਿਨ੍ਹਾਂ ਦਿਨਾਂ ਬਾਰੇ ਕਿਹਾ ਜਾਂਦਾ ਸੀ ਕਿ ਦੂਰਦਰਸ਼ਨ ਤੇ ਇੱਕ ਪੱਟੀ ਲੱਗ ਜਾਂਦੀ ਸੀ, रुकावट के लिए खेद है, ते इत्थे भी कई बारी रुकावट के लिए खेद हो जाता, पर असी बाबा बुल्ले शाह दे कलाम वाल हुणे जा रहे हैं, कोई रुकावट के लिए खेद नहीं।
ਮੁੱਕ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100 ਜੁਮੇ ਪੜਾਈਏ ਗੰਗਾ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100 ਗੋਤੇ ਖਾਈਏ ਗਿਆ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100 ਪੰਥ ਪੜਾਈਏ ਬੁੱਲੇ ਸ਼ਾਹ ਗੱਲ ਤਾਈਓ ਮੁੱਕਦੀ ਜਦੋਂ ਮੈਨੂੰ ਦਿਲੋਂ ਮੁਕਾਈਏ ਪੜ ਪੜ ਆਲਮ ਫਾਜ਼ਲ ਹੋਇਓ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਵੜਨਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਨਾ ਕਦੇ ਨਫ਼ਸ ਆਪਣੇ ਨਾਲ ਲੜਿਆ ਹੀ ਨਹੀਂ ਬੁੱਲੇ ਸ਼ਾਹ ਅਸਮਾਨੀ ਉੱਡਦੀਆਂ ਫੜਨਾ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਸਿਰ ਤੇ ਟੋਪੀ ਤੇ ਨੀਅਤ ਖੋਟੀ ਲੈਣਾ ਕੀ ਟੋਪੀ ਸਿਰ ਧਰ ਕੇ ਤਸਬੀਹ ਫਿਰੀ ਪਰ ਦਿਲ ਨਾ ਫਿਰਿਆ ਲੈਣਾ ਕੀ ਤਸਬੀਹ ਹੱਥ ਫੜ ਕੇ ਚਿੱਲੇ ਕੀਤੇ ਪਰ ਰੱਬ ਨਾ ਮਿਲਿਆ ਲੈਣਾ ਕੀ ਚਿਲਿਆਂ ਵਿੱਚ ਵੜ ਕੇ ਬੁੱਲਿਆ ਜਾਗ ਬਿਨਾ ਦੁੱਧ ਨਹੀਂ ਜਮਨਾ ਪਾਵੇ ਲਾਲ ਹੋਵੇ ਕੜ ਛੜ ਕੇ ਨੀ ਮੈਂ ਜਾਣਾ ਨੀ ਮੈਂ ਜਾਣਾ ਨੀ ਮੈਂ ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ ਦੇ ਨਾਲ ਓ ਨੀ ਮੈਂ ਜਾਣਾ ਜੋਗੀ ਦੇ ਨਾਲ ਓ ਕੰਨੀ ਮੁੰਦਰਾ ਪਾ ਕੇ ਮੱਥੇ ਤਿਲਕ ਲਗਾ ਕੇ ਨੀ ਮੈਂ ਜਾਣਾ ਨੀ ਮੈਂ ਜਾਣਾ ਨੀ ਮੈਂ ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ ਦੇ ਨਾਲ ਇਹ ਜੋਗੀ ਮੇਰੇ ਮਨ ਵਿੱਚ ਵਸਿਆ ਇਹ ਜੋਗੀ ਮੇਰਾ ਜਿੰਦਾ ਵਸਿਆ ਸੱਚ ਆਖਾਂ ਮੈਂ ਕਸਮ ਖੁਦਾਰੇ ਇਹ ਜੋਗੀ ਮੇਰਾ ਖੁਦਾਰੇ ਇਹ ਜੋਗੀ ਮੇਰਾ ਦੀਨੇ ਮਾਰੇ ਜੋਗੀ ਮੇਰੇ ਨਾਲ ਨਾਲ ਮੈਂ ਜੋਗੀ ਦੇ ਨਾਲ ਨਾਲ ਜੋਗੀ ਮੇਰੇ ਨਾਲ ਨਾਲ ਮੈਂ ਜੋਗੀ ਦੇ ਨਾਲ ਨਾਲ ਨੀ ਮੈਂ ਜਾਣਾ ਓ ਨੀ ਮੈਂ ਜਾਣਾ ਨੀ ਮੈਂ ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ ਦੇ
ਭਾਈ ਸਾਰਾ ਵਿੱਚ ਤੇਰੇ ਜੇ ਆਂਦਾ ਜਾਂਦਾ ਟੱਕਦਾ ਰਵੀ ਉਹ ਹੱਥ ਬਣਾ ਮੈਨੂੰ ਰੋਕਦਾ ਮੈਨੂੰ ਮੱਥੇ ਤੇ ਸਿੱਕ ਲਗਾ ਉਹ ਮੱਥੇ ਤੇ ਸਿੱਕ ਲਗਾ ਕੇ ਮੈਨੂੰ ਸੱਟ ਜਣਾ ਦੇ ਜਾ ਕੰਜਰੀ ਬਣਿਆ ਇਧਰ ਨਾ ਗੱਡੀ ਨੱਚ ਕੇ ਯਾਰ ਬਣਾਵਣ ਦੇ ਭਾਈ ਸਾਰਾ ਵਿੱਚ ਤੇਰੇ ਜੇ ਆਂਦਾ ਜਾਂਦਾ ਟੱਕਦਾ ਰਵੀ ਉਹ ਸੁਣੀ ਭਾਈ ਸਾਰਾ ਵਿੱਚ ਤੇਰੇ ਜੇ ਆਂਦਾ ਜਾਂਦਾ ਟੱਕਦਾ ਰਵੀ ਬਹੁਤ ਅੱਛੇ ਜੀ, ਬਹੁਤ ਹੀ ਅੱਛੇ। ਕਿੰਨੇ ਲੋਕ ਆਪੋ ਆਪਣੀਆਂ ਘਰਾਂ ਦੇ ਵਿੱਚ ਜਿੰਨੇ ਵੀ ਦੇਖ ਰਹੇ ਨੇ ਉਹ ਜ਼ਰੂਰ ਇੱਕ ਵਾਰ ਤਾਂ ਮਸਤੀ ਦੇ ਵਿੱਚ ਰੰਗੇ ਗਏ ਹੋਣਗੇ ਬਾਬਾ ਬੁੱਲੇ ਸ਼ਾਹ ਦਾ ਕਲਾਮ ਸੁਣ ਕੇ, ਉਹਦੇ ਅੰਦਰ ਨਾਲ ਜੋੜੇ ਗਏ ਫੋਕ ਦੀਆਂ ਕੁਝ ਟੋਨਸ ਨੂੰ ਸੁਣ ਕੇ। ਤੇ ਕਿੰਨੇ ਲੋਕ ਨੇ ਜਿਨ੍ਹਾਂ ਦੇ ਸਾਡੇ ਕੋਲੇ ਮੈਸੇਜ ਆਏ ਨੇ। ਲੱਖਾ ਲਹਿਰੀ ਤੁਹਾਨੂੰ ਦੇਖ ਰਹੇ ਨੇ, ਇੰਦਰਜੀਤ ਗੋਲਡੀ ਤੁਹਾਨੂੰ ਦੇਖ ਰਹੇ ਨੇ, ਅਨੀਤਾ ਸ਼ਬਦੀਸ਼ ਦੇਖ ਰਹੇ ਨੇ ਕੈਨੇਡਾ ਤੋਂ, ਖੈਰਾ ਜੀ ਦੇਖ ਰਹੇ ਨੇ ਤੁਹਾਨੂੰ, ਕੁਲਵਿੰਦਰ ਜੀ, ਔਰ ਬਹੁਤ ਲੋਕਾਂ ਨੇ ਭਾਬੀ ਜੀ ਇੱਕ ਸਵਾਲ ਕੀਤਾ। ਮੈਂ ਇੱਕ ਸਵਾਲ ਨਹੀਂ ਪੜ੍ਹ ਰਿਹਾ ਪਰ ਬਹੁਤ ਲੋਕਾਂ ਨੇ ਤਾਰੀਫ ਕੀਤੀ ਤੇ ਇਹ ਵੀ ਇੱਕ ਗੱਲ ਕਹੀ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਕਿਸੇ ਔਰਤ ਨੂੰ ਤਬਲਾ ਵਜਾਉਂਦੇ ਦੇਖ ਰਹੇ ਹਾਂ। ਔਰ ਮੈਂ ਉਹਨਾਂ ਦੋਸਤਾਂ ਨੂੰ ਇਹ ਕਹਾਂਗਾ ਕਿ ਥੋੜ੍ਹੀ ਦੇਰ ਇਸ ਪ੍ਰੋਗਰਾਮ ਦੇ ਸਿਖਰ ਦੇ ਉੱਤੇ ਜਾ ਕੇ ਤੁਹਾਨੂੰ ਅਸੀਂ ਇੱਕ ਹੋਰ ਕਮਾਲ ਵੀ ਜ਼ਰੂਰ ਦਿਖਾਵਾਂਗੇ। ਪਰ ਹਾਲ ਦੀ ਘੜੀ ਅਸੀਂ ਕੁਝ ਗੱਲਾਂ ਕਰਾਂਗੇ ਦੋਵਾਂ ਜੀਆਂ ਦੇ ਨਾਲ ਔਰ ਉਹਨਾਂ ਦਿਨਾਂ ਨੂੰ ਯਾਦ ਵੀ ਕਰਾਂਗੇ ਜਿਨ੍ਹਾਂ ਦਿਨਾਂ ਦੇ ਵਿੱਚ ਅਸੀਂ ਇਸ ਜੋੜੀ ਨੂੰ ਦੇਖਦੇ ਰਹੇ ਹਾਂ। ਅਸੀਂ ਬੇਸ਼ੱਕ ਅੱਜ ਇਹਨਾਂ ਕੋਲੋਂ ਸੰਗੀਤ ਸੁਣ ਰਹੇ ਹਾਂ ਪਰ ਮੈਨੂੰ ਯਾਦ ਹੈ ਬਹੁਤ ਸਾਲ ਪਹਿਲਾਂ ਜਦੋਂ ਉਹੀ ਓਪਨ ਏਅਰ ਥੀਏਟਰ ਹੁੰਦਾ ਸੀ, ਮੈਨੂੰ ਵਾਰ-ਵਾਰ ਉਹ ਯਾਦ ਆਉਂਦਾ ਕਿਉਂਕਿ ਉਦੋਂ ਅਸੀਂ ਨਵੇਂ ਨਾਟਕ ਦੇ ਦਰਸ਼ਕ ਬਣਨਾ ਸਿੱਖ ਰਹੇ ਸੀ। ਔਰ ਦਰਸ਼ਕ ਬਣਨਾ ਸਿੱਖਣਾ ਵੀ ਕਾਫੀ ਵੱਡੀ ਚੀਜ਼ ਹੈਗੀ, ਦਰਸ਼ਕ ਬਣਨਾ ਵੀ ਕੋਈ ਛੋਟੀ ਚੀਜ਼ ਨਹੀਂ। ਜਿਵੇਂ ਕਰਨਾ ਥੀਏਟਰ ਕੋਈ ਸੌਖਾ ਨਹੀਂ, ਉਸ ਤਰ੍ਹਾਂ ਉਹ ਵੀ ਇੱਕ ਔਖਾ ਕੰਮ ਹੀ ਹੈ। ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਨਾਟਕ ਕਰਿਆ ਕਰਦੇ ਸੀ ਭਾਬੀ ਜੀ, ਭਾਜੀ, ਤੇ ਜੇ ਮੈਂ ਗਲਤ ਨਹੀਂ ਤੇ ਉਹਨਾਂ ਦੇ ਵਿੱਚ ਇਹਨਾਂ ਦਾ ਬੇਟਾ ਵੀ ਕੰਮ ਕਰਦਾ ਸੀ। ਨਾਟਕ ਦਾ ਨਾਮ ਮੈਨੂੰ ਯਾਦ ਹੈ, ਪਾਪਾ ਮੈਂ ਹਿੰਦੁਸਤਾਨ ਲਵਾਂਗਾ। ਔਰ ਉਸ ਨਾਟਕ ਦੇ ਅੰਦਰ ਸਾਡੇ ਦੇਸ਼ ਦੀ ਹਾਲਤ ਬਿਆਨ ਕੀਤੀ ਜਾਂਦੀ ਸੀ। ਮੈਂ ਚਾਹਾਂਗਾ ਕਿ ਦੋਨੋਂ ਜਣੇ ਉਸ ਨਾਟਕ ਦੀ ਯਾਦ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰਨ। ਇਹ ਵੀ ਆਪਣੇ ਆਪ ਦੇ ਵਿੱਚ ਦਿਲਚਸਪ ਗੱਲ ਹੈ ਕਿ ਮੰਚ ਦੇ ਉੱਤੇ ਬੈਠ ਕੇ ਗਾਉਂਦੇ ਭਾਜੀ ਐਕਟਰ ਦੇ ਤੌਰ ਦੇ ਉੱਤੇ ਕਿਵੇਂ ਸ਼ਾਮਲ ਹੋ ਗਏ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇਹਨਾਂ ਤੋਂ ਪੁੱਛਣ ਵਾਲਾ ਕਿੱਸਾ ਹੈ। ਸ਼ਬਦੀਸ਼ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਬਈ ਐਕਟਰ ਤਾਂ ਭਾਵੇਂ ਕੋਈ ਵੀ ਨਾ ਹੋਵੇ ਭਾਵੇਂ, ਪਰ ਭਾਜੀ ਨੂੰ ਉਹਦੇ ਵਿੱਚੋਂ ਕਲਾ ਕੱਢਣੀ ਆਉਂਦੀ ਸੀ। ਬਿਲਕੁਲ ਕਈ ਵਾਰੀ ਭਾਜੀ ਨਾਲ ਪਿੰਡਾਂ 'ਚ ਜਾ ਕੇ ਨਾਟਕ ਕਰਨੇ, ਕਿਸੇ ਵੇਲੇ ਕਿਸੇ ਕਲਾਕਾਰ ਨੇ ਬਿਮਾਰ ਹੋ ਜਾਣਾ ਤੇ ਐਮਰਜੈਂਸੀ 'ਚ ਨਾ ਜਾ ਸਕਣਾ। ਤੇ ਮੈਂ ਦਰਸ਼ਕਾਂ ਨਾਲ ਗੱਲ ਸਾਂਝੀ ਕਰਾਂਗਾ ਕਿ ਭਾਜੀ ਨੇ ਕੀ ਕਰਨਾ ਕਿ ਜਿਹੜੀ ਵੈਨ ਦੇ ਵਿੱਚ ਜਾਂਦਾ ਸੀ ਉਹਦਾ ਜਿਹੜਾ ਡਰਾਈਵਰ ਹੁੰਦਾ ਸੀ ਉਹਨੂੰ ਵੀ ਇੱਕ ਕਲਾਕਾਰ ਦੇ ਤੌਰ ਤੇ ਤਿਆਰ ਕਰ ਲੈਂਦੇ ਸੀ ਰਸਤੇ ਦੇ ਵਿੱਚ ਹੀ। ਬਿਲਕੁਲ ਜੀ, ਅਸੀਂ ਉੱਥੇ ਜਾ ਕੇ ਸਿਪਾਹੀ ਦਾ ਰੋਲ ਕਰਨਾ। ਸੋ ਕਲਾ ਤਾਂ ਜਿਹੜੀ ਹੈ ਭਾਜੀ ਸਾਡੇ ਗੁਰੂ ਸੀਗੇ, ਉਹਨਾਂ ਨੂੰ ਕਰਨੀ ਆਉਂਦੀ ਸੀਗੀ। ਮੇਰੀ ਸ਼ੁਰੂਆਤ ਜਿਹੜੀ ਸੀਗੀ ਐਜ਼ ਏ ਕਲਾਕਾਰ ਭਾਜੀ ਨੇ ਕੀਤੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਨਾਟਕ ਉਹਨਾਂ ਨੇ ਵਾਲਾ ਖੂਬ ਕੀਤਾ, ਜਿਸ ਦੇ ਵਿੱਚ ਮੈਂ ਸੱਜਣ ਸਿੰਘ ਦਾ ਰੋਲ ਜਿਹੜਾ ਸੀਗਾ ਉਹ ਅਦਾ ਕੀਤਾ। ਸੋ ਭਾਜੀ ਨੇ ਜਦੋਂ ਦੇਖਿਆ ਕਿ ਸੰਗੀਤ ਜਿਹੜਾ ਹੈਗਾ ਵਾ ਇਹਨਾਂ ਨਾਟਕਾਂ ਦੇ ਵਿੱਚ ਕਿਤੇ ਵੀ ਨਹੀਂ ਆ ਰਿਹਾ ਹੈ, ਆਪਣੇ ਪੰਜਾਬੀ ਖਾਸ ਕਰਕੇ ਰੰਗਮੰਚ ਦੇ ਵਿੱਚ, ਤਾਂ ਇਹਦੀ ਸ਼ੁਰੂਆਤ ਗੁਰਸ਼ਰਨ ਸਿੰਘ ਭਾਜੀ ਨੇ ਹੀ ਕੀਤੀ।
ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਨਾਟਕ ਕੀਤਾ ਧਮਕ ਨਗਾਰੇ ਦੀ, ਆ ਤੁਹਾਨੂੰ ਯਾਦ ਹੋਏਗਾ, ਤਾਂ ਬੰਸੀ ਕੌਲ ਜੀ ਨੂੰ ਭਾਜੀ ਨੇ ਦਿੱਲੀ ਤੋਂ ਸਪੈਸ਼ਲੀ ਬੁਲਾ ਕੇ 1 ਮਹੀਨੇ ਦੀ ਵਰਕਸ਼ਾਪ ਲਗਾਈ। ਉਸ ਵਰਕਸ਼ਾਪ ਦੇ ਵਿੱਚ ਜਿਹੜਾ ਸੀਗਾ ਸਾਰੇ ਕਲਾਕਾਰ ਇਕੱਠੇ ਹੁੰਦੇ ਸੀਗੇ, ਜਿਹਦੇ ਵਿੱਚ ਮੇਰੇ ਖਿਆਲ 25-30 ਤੋਂ ਉੱਪਰ ਕਲਾਕਾਰ ਸੀਗੇ। ਉਸ ਵੇਲੇ ਜਿਹੜੇ ਨਾਮਵਰ ਕਲਾਕਾਰ ਸਾਡੇ ਨਾਲ ਹੁੰਦੇ ਸੀਗੇ, ਜਿਨ੍ਹਾਂ ਵਿੱਚ ਸਰਦਾਰ ਜੀਤ ਬਾਵਾ ਵੀ ਸਾਡੇ ਨਾਲ ਸੀ, ਹਰਭਜਨ ਜੱਬਲ ਵੀ ਸਾਡੇ ਨਾਲ ਹੁੰਦੇ ਸੀਗੇ, ਤੇ ਹੁਣ ਸਾਡੇ ਵਿੱਚ ਭਾਵੇਂ ਉਹ ਨਹੀਂ ਰਹੇ, ਵੀ ਸ਼ਰਮਾ ਜੀ ਉਹ ਹੁੰਦੇ ਸੀਗੇ, ਕੇਵਲ ਧਾਲੀਵਾਲ ਉਹ ਆਪਣੇ ਆਪ ਵਿੱਚ ਇੱਕ ਸੰਸਥਾ ਹੈ, ਸੁਖਦੇਵ ਪ੍ਰੀਤ ਜਿਹੜੇ ਸਾਡੇ ਵਿੱਚ ਨਹੀਂ ਹੈਗੇ। ਸੋ ਉਹਨਾਂ ਵਿੱਚ ਭਾਜੀ ਨੇ ਕੀ ਕਰਨਾ, ਕਲਾਕਾਰਾਂ ਨੂੰ ਵੀ ਬੁਲਾਉਣਾ, ਜਿਹੜਾ ਉਸ ਨਾਟਕ ਦੇ ਜਿਹੜੇ ਗੀਤ ਹੁੰਦੇ ਸੀਗੇ ਉਹਦੇ ਸ਼ਾਇਰ ਨੂੰ ਵੀ ਉਸ ਉਹਨਾਂ ਨੇ ਇਕੱਠਿਆਂ ਕਰਨਾ, ਜਿਹਦੇ ਵਿੱਚ ਚੰਦਨ ਸਾਹਿਬ ਸੀਗੇ, ਅਮਰਜੀਤ ਚੰਦਨ, ਫਿਰ ਡਾਕਟਰ ਸ਼ਹਿਰਯਾਰ। ਭਾਜੀ ਨੇ ਟੋਲੀਆਂ ਬਣਾ ਦੇਣੀਆਂ, ਸੰਗੀਤ ਦੀ ਟੋਲੀ ਅਲੱਗ ਕਰ ਦੇਣੀ, ਕਲਾਕਾਰਾਂ ਦੀ ਟੋਲੀ ਅਲੱਗ ਕਰ ਦੇਣੀ, ਤੇ ਇਸ ਤਰ੍ਹਾਂ ਟੋਲੀਆਂ ਬਣਾ ਕੇ ਉਹਨਾਂ ਨੇ ਸੰਗੀਤ ਜਿਹੜਾ ਹੈਗਾ ਸੀਗਾ ਉਹਦੇ ਵਿੱਚ ਸ਼ੁਰੂਆਤ ਕੀਤੀ। ਤੇ ਮੈਨੂੰ ਯਾਦ ਹੈ ਕਿ ਉਸ ਦੇ ਵਿੱਚ ਕੋਈ 12-13 ਗੀਤ ਸੀਗੇ, ਜਿਨ੍ਹਾਂ ਨੂੰ ਭਾਜੀ ਨੇ ਇੱਕ ਐਕਸ਼ਨ ਸੌਂਗ ਦੇ ਤੌਰ ਤੇ ਨਾਟਕਾਂ ਦੇ ਵਿੱਚ ਪੇਸ਼ ਕੀਤਾ। ਸੋ ਧਮਕ ਨਗਾਰੇ ਤੋਂ ਜਿਹੜੀ ਸੀਗੀ ਮੇਰੀ ਐਜ਼ ਏ ਸੰਗੀਤਕਾਰ, ਇੱਕ ਗਾਇਕ ਦੇ ਤੌਰ ਤੇ ਜਿਹੜੀ ਮੇਰੀ ਸ਼ੁਰੂਆਤ ਹੋਈ। ਭਾਜੀ ਤੁਸੀਂ ਗੱਲ ਕੀਤੀ ਧਮਕ ਨਗਾਰੇ ਦੀ, ਨਾਟਕ ਦੀ, ਦੁੱਲਾ ਭੱਟੀ ਦੀ ਸੂਰਮਤਾਈ, ਪੰਜਾਬ ਦੇ ਉਸ ਸੂਰਮੇ ਦੀ ਸੂਰਮਤਾਈ ਜਿਹਨੇ ਉਸ ਵੇਲੇ ਹਕੂਮਤ ਨੂੰ ਟੱਕਰ ਦਿੱਤੀ ਜਦੋਂ ਕੋਈ ਸਾਹ ਲੈਣਾ ਵੀ ਔਖਾ ਲੱਗਦਾ ਸੀ ਲੋਕਾਂ ਨੂੰ। ਔਰ ਦੁੱਲਾ ਸਾਡੇ ਦੋਨਾਂ ਪੰਜਾਬਾਂ ਦਾ ਨਾਇਕ ਹੈ, ਕਿਸੇ ਇੱਕ ਫਿਰਕੇ ਦਾ ਨਾਇਕ ਨਹੀਂ, ਕਿਸੇ ਇੱਕ ਧਰਮ ਦਾ ਨਾਇਕ ਨਹੀਂ। ਔਰ ਸੱਚੇ ਨਾਇਕ ਹਮੇਸ਼ਾ ਉਹੀ ਹੁੰਦੇ ਨੇ ਜਿਹੜੇ ਆਪਣੀ ਪੂਰੀ ਧਰਤੀ ਦੀ ਲੁਕਾਈ ਦੇ ਨਾਇਕ ਦੇ ਤੌਰ ਤੇ ਕੰਮ ਕਰਦੇ ਨੇ ਜਾਂ ਵਿਚਰਦੇ ਨੇ ਲੋਕਾਂ ਦੇ ਦਿਲੋਂ ਦਿਮਾਗ ਦੇ ਅੰਦਰ। ਔਰ ਤੁਸੀਂ ਜਦੋਂ ਤੂਤਾਂ ਵਾਲੇ ਖੂਹ ਦੀ ਗੱਲ ਕੀਤੀ ਤਾਂ ਮੈਨੂੰ ਇਹ ਵੀ ਇੱਕ ਗੱਲ ਯਾਦ ਆਈ ਕਿ ਆਮ ਤੌਰ ਤੇ ਹਰ ਬੰਦੇ ਦੀ ਕੋਈ ਨਾ ਕੋਈ ਪਛਾਣ ਬਣ ਜਾਂਦੀ ਹੈ। ਅਸੀਂ ਉਸ ਬੰਦੇ ਨੂੰ ਇੱਕ ਫਿਕਸ ਕੀਤੀ ਪਛਾਣ ਦੇ ਤੌਰ ਤੇ ਦੇਖਣਾ ਹੀ ਪਸੰਦ ਕਰਦੇ ਹਾਂ। ਸੋਹਣ ਸਿੰਘ ਸੀਤਲ ਬਹੁਤ ਵੱਡੇ ਸਾਡੇ ਢਾਡੀ ਹੋਏ ਨੇ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਉਹ ਨਾਵਲਕਾਰ ਵੀ ਨੇ, ਔਰ ਇਹ ਨਾਵਲ ਉਹਨਾਂ ਦਾ ਸੀ, ਔਰ ਉਸ ਨਾਵਲ ਨੂੰ ਹੀ ਭਾਜੀ ਨੇ ਨਾਟਕ ਦੇ ਵਿੱਚ ਰੂਪਾਂਤਰਿਤ ਕੀਤਾ ਸੀ। ਔਰ ਬਹੁਤ ਥੋੜੇ ਕਲਾਕਾਰਾਂ ਨਾਲ ਇਸ ਬਹੁਤ ਵੱਡੇ ਨਾਵਲ ਨੂੰ ਉਹਨਾਂ ਨੇ ਤਿਆਰ ਕੀਤਾ ਸੀ। ਨਾਨਕ ਸਿੰਘ ਦੇ ਨਾਵਲ ਹਰਿਆ ਬੂਟ ਰਿਓਰੀ ਨੂੰ ਵੀ ਉਹਨਾਂ ਨੇ ਬਹੁਤ ਥੋੜੇ 5-6 ਕਰੈਕਟਰਾਂ ਦੇ ਵਿੱਚ ਹੀ ਸਾਡੇ ਨਾਲ ਸਾਂਝਾ ਕੀਤਾ ਸੀ। ਔਰ ਮੈਂ ਗੱਲ ਸਿਰਫ ਇਹ ਕਹਿਣੀ ਚਾਹੁੰਦਾ ਕਿ ਜਦੋਂ ਆਮ ਤੌਰ ਦੇ ਉੱਤੇ ਗੱਲ ਚੱਲਦੀ ਆ ਗੁਰਸ਼ਰਨ ਸਿੰਘ ਦੀ ਨਾਟਕਾਰੀ ਬਾਰੇ, ਉਹਨਾਂ ਦੇ ਨਾਟ ਮੰਚ ਬਾਰੇ, ਤਾਂ ਬਹੁਤ ਲੋਕਾਂ ਨੂੰ ਇਹ ਲੱਗਦਾ ਕਿ ਭਾਜੀ ਛੋਟੇ ਨਾਟਕ ਕਰਿਆ ਕਰਦੇ ਸੀ, 15-20 ਮਿੰਟ ਵਾਲੇ, ਈਵਨ 10 ਮਿੰਟ ਵਾਲੇ ਜਾਂ 25 ਮਿੰਟ ਵਾਲੇ। ਪਰ ਸੱਚਾਈ ਇਹੀ ਹੈ ਕਿ ਬਹੁਤ ਵੱਡੇ ਨਾਟਕ ਉਹਨਾਂ ਨੇ ਆਪੋ ਆਪਣੇ ਦੌਰ ਦੇ ਵਿੱਚ ਕੀਤੇ। ਤੁਸੀਂ ਗੱਲ ਕਰ ਚੁੱਕੇ ਹੋ ਧਮਕ ਨਗਾਰੇ ਦੀ। ਮੈਂ ਆਪਣੇ ਦੋਸਤਾਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਦੋਂ ਪਹਿਲੀ ਵਾਰ ਸ਼ਿਵ ਕੁਮਾਰ ਦੀ ਲੂਣਾ ਛਪ ਕੇ ਆਈ ਔਰ ਉਹਨਾਂ ਨੇ ਲੂਣਾ ਦੀ ਕਾਪੀ ਭਾਜੀ ਨੂੰ ਦਿੱਤੀ, ਤਾਂ ਸਿਰਫ 6 ਜਾਂ 7 ਮਹੀਨੇ ਦੇ ਬਾਅਦ ਭਾਜੀ ਨੇ ਲੂਣਾ ਦਾ ਉਹਨਾਂ ਦਿਨਾਂ ਦੇ ਵਿੱਚ ਮੰਚਨ ਕੀਤਾ ਸੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਜੀ ਦੀ ਕਿਸ ਲੈਵਲ ਦੀ ਅਪਰੋਚ ਸੀਗੀ ਸਾਹਿਤ ਨੂੰ ਪੇਸ਼ ਕਰਨ ਬਾਰੇ। ਜੇ ਉਹਨਾਂ ਨੇ ਆਖਰੀ ਦੌਰ ਦੇ ਵਿੱਚ ਆ ਕੇ ਬਿਲਕੁਲ ਛੋਟੇ ਨਾਟਕ ਕੀਤੇ ਤੇ ਉਹ ਉਹਨਾਂ ਦੀ ਆਪਣੀ ਇੱਕ ਬਿਲਕੁਲ ਚੋਣ ਸੀ, ਇਹ ਨਹੀਂ ਕਿ ਉਹਨਾਂ ਦੀ ਕੋਈ ਸੀਮਾ ਨਹੀਂ ਸੀ, ਉਹਨਾਂ ਦੀ ਚੋਣ ਸੀ। ਤੇ ਜਦੋਂ ਭਾਜੀ ਨੇ ਉਹਨਾਂ ਨਾਟਕਾਂ ਦੀ ਚੋਣ ਕੀਤੀ, ਉਹਨਾਂ ਨਾਟਕਾਂ ਦਾ ਦੌਰ ਉਹ ਸੀ ਜਿਨ੍ਹਾਂ ਦੇ ਵਿੱਚ ਇੱਕ ਬਹੁਤ ਵੱਡੀ ਲੜਾਈ ਚੱਲ ਰਹੀ ਸੀ ਸਮਾਜ ਨੂੰ ਬਦਲ ਦੇਣ ਦੀ, ਸਮਾਜ ਦੇ ਅੰਦਰ ਉਹਨਾਂ ਤਾਕਤਾਂ ਦੇ ਖਿਲਾਫ ਸੰਘਰਸ਼ ਕਰਨ ਦੀ, ਜਿਹੜੀਆਂ ਤਾਕਤਾਂ ਬੰਦੇ ਦਾ ਆਰਥਿਕ ਸ਼ੋਸ਼ਣ ਵੀ ਕਰਦੀਆਂ ਨੇ ਤੇ ਉਹਦਾ ਮਾਨਸਿਕ ਸ਼ੋਸ਼ਣ ਵੀ ਕਰਦੀਆਂ ਨੇ। ਔਰ ਜਦੋਂ ਲੋਕਾਂ ਦਾ ਦੋਨਾਂ ਤਰ੍ਹਾਂ ਦਾ ਸ਼ੋਸ਼ਣ ਹੁੰਦਾ ਤਾਂ ਉਦੋਂ ਇੱਕ ਗੀਤ ਭਾਜੀ ਸਾਡੇ ਨਾਲ ਸਾਂਝਾ ਕਰਦੇ ਨੇ, ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ। ਮਹਿੰਦਰ ਸਾਥੀ ਦੀ ਇਹ ਰਚਨਾ ਪੰਜਾਬ ਦੇ ਕਿਹੜਾ ਥੀਏਟਰ ਗਰੁੱਪ ਹੋਏਗਾ ਜਿਹਨੇ ਨਹੀਂ ਗਾਈ। ਅੱਜ ਵੀ ਲੋਕੀ ਇੱਕ ਦੂਜੇ ਤੋਂ ਪੁੱਛਦੇ ਨੇ ਔਰ ਇਹਦੀ ਕਈ ਤਰ੍ਹਾਂ ਦੀ ਰਿਕਾਰਡਿੰਗ ਸਾਨੂੰ ਮਿਲ ਜਾਂਦੀ ਹੈ। ਔਰ ਇੱਕ ਰਿਕਾਰਡਿੰਗ ਉਹ ਵੀ ਹੈ ਜਿਹੜੀ ਰਿਕਾਰਡਿੰਗ ਸਾਡੇ ਕੋਲੇ
ਪਰਮਜੀਤ ਭਾਜੀ ਹੋਰਾਂ ਦੀ ਹੈ। ਮੈਂ ਤਾਂ ਉਹ ਇਹਨਾਂ ਨੂੰ ਰੂਬਰੂ ਬੈਠ ਕੇ ਵੀ ਸੁਣਿਆ ਮੰਚ ਦੇ ਉੱਤੇ ਜਦੋਂ ਇਹ ਗਾਇਆ ਕਰਦੇ ਸੀ ਐਕਸ਼ਨ Song ਦੀ ਸ਼ਕਲ ਦੇ ਵਿੱਚ। ਕਲਾਕਾਰ ਵੀ ਮੈਨੂੰ ਕਿੰਨੇ ਸਾਰੇ ਯਾਦ ਆ ਰਹੇ ਨੇ। ਹਰਦੀਪ ਗਿੱਲ ਯਾਦ ਆ ਰਿਹਾ ਜਦੋਂ ਉਹ ਮੰਚ ਗੀਤ ਹੋਇਆ ਕਰਦਾ ਸੀਗਾ ਐਕਸ਼ਨ Song ਦੀ ਸ਼ਕਲ ਦੇ ਵਿੱਚ। ਤੇ ਮੈਂ ਚਾਹਾਂਗਾ ਕਿ ਅਸੀਂ ਉਸ ਗੀਤ ਨੂੰ ਵੀ ਸੁਣੀਏ। ਪਰ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗਾ ਪਰਮਜੀਤ ਭਾਜੀ ਤੋਂ ਕਿ ਜਦੋਂ ਪਹਿਲੀ ਵਾਰ ਇਹਨਾਂ ਨੇ ਉਸ ਗੀਤ ਨੂੰ ਜਾਂ ਉਸ ਰਚਨਾ ਨੂੰ ਜਿਹੜੀ ਗਜ਼ਲ ਦੀ ਸ਼ਕਲ ਦੇ ਵਿੱਚ ਆ, ਇੱਕ ਗਜ਼ਲ ਨੂੰ ਇੱਕ ਜੋਸ਼ੀਲੀ ਥੋੜੀ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ, ਤਾਂ ਉਹ ਪਹਿਲੀ ਵਾਰ ਦਾ ਤਜਰਬਾ ਇਹ ਜ਼ਰੂਰ ਦੱਸਣ ਕਿ ਇਹਨਾਂ ਨੇ ਉਹਨੂੰ ਸੰਗੀਤ ਦੇ ਵਿੱਚ ਢਾਲਣ ਵੇਲੇ, ਖਾਸ ਕਰਕੇ ਨਾਟਕ ਦੀ ਲੋੜ ਦੇ ਮੁਤਾਬਕ ਢਾਲਣ ਵੇਲੇ ਕਿੰਨਾ ਚੀਜ਼ਾਂ ਦਾ ਸਾਹਮਣਾ ਕੀਤਾ ਹੋਵੇਗਾ। ਉਸ ਦੀ ਅਗਵਾਈ ਵੀ ਸ਼ਬਦੀਪ ਜੀ ਮੈਨੂੰ ਗੁਲਸ਼ਨ ਭਾਜੀ ਨੇ ਕੀਤੀ। ਜਦੋਂ ਉਹਨਾਂ ਨੇ ਮੈਨੂੰ ਗੀਤ ਦਿੱਤਾ ਤਾਂ ਮੈਨੂੰ ਉਹਨਾਂ ਨੇ ਇਹੀ ਕਿਹਾ ਕਿ ਬੇਟਾ ਇਹ ਨਾਟਕ ਜਿਹੜਾ ਹੈਗਾ, ਇਹ ਗੀਤ ਜਿਹੜਾ ਹੈਗਾ ਵਾ, ਮੈਂ ਦੇਸ਼ ਭਗਤ ਹਾਲ ਦੇ ਵਿੱਚ ਪਹਿਲੀ ਵਾਰੀ ਪੇਸ਼ ਕਰਨਾ ਹੈ ਗਦਰੀ ਬਾਬਿਆਂ ਦੇ ਮੇਲੇ ਦੇ ਵਿੱਚ। ਹਾਂਜੀ, ਉਸ ਨੂੰ ਧਿਆਨ ਵਿੱਚ ਰੱਖ ਕੇ ਇਸ ਨੂੰ ਜਿਹੜਾ ਹੈਗਾ ਵਾ ਕੰਪੋਜ਼ ਕਰੀ। ਸੋ ਭਾਵੇਂ ਭਾਜੀ ਨੂੰ ਗਾਉਣਾ ਨਹੀਂ ਸੀ ਆਉਂਦਾ, ਲੇਕਿਨ ਉਹ ਐਕਸ਼ਨ ਨਾਲ ਹੀ ਸਮਝਾ ਦਿੰਦੇ ਸੀਗੇ ਕਿ ਮੈਨੂੰ ਇਸ ਗੀਤ ਦੀ ਕੰਪੋਜੀਸ਼ਨ ਕਿਸ ਤਰ੍ਹਾਂ ਦੀ ਚਾਹੀਦੀ ਹੈ। ਤੇ ਭਾਜੀ ਜਿਸ ਤਰ੍ਹਾਂ ਦੇ ਮੈਨੂੰ ਐਕਸ਼ਨ ਕਰਕੇ ਦੱਸੇ, ਇਸ ਤਰ੍ਹਾਂ ਕਰਕੇ ਐਕਸ਼ਨ ਕੀਤੇ ਵੀ ਹੈ। ਜਿਹੜਾ ਮੈਨੂੰ ਨਗਾਰੇ ਦੀ ਚੋਟ ਤੇ ਆ ਜਿਹੜਾ ਹੈਗਾ ਗੀਤ ਵੱਜਣਾ ਚਾਹੀਦਾ ਹੈਗਾ, ਉਸ ਬੀਟ ਦੇ ਵਿੱਚ ਚਾਹੀਦਾ ਹੈਗਾ। ਸੋ ਭਾਜੀ ਦੇ ਉਹਨਾਂ ਐਕਸ਼ਨਾਂ ਨੂੰ ਲੈ ਕੇ ਜਿਹੜਾ ਹੈਗਾ ਸੀਗਾ ਇਸ ਗੀਤ ਨੂੰ ਸਭ ਤੋਂ ਪਹਿਲਾਂ ਮੈਨੂੰ ਕੰਪੋਜ਼ ਕਰਨ ਦਾ ਮੌਕਾ ਮਿਲਿਆ। ਤੇ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਉਸੇ ਗੀਤ ਨੂੰ ਜਿਹੜਾ ਵੈ ਪੰਜਾਬ ਦੀਆਂ ਕੀ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਰੰਗ ਕਰਮੀ ਟੋਲੀਆਂ ਹੈਗੀਆਂ ਨੇ, ਪਰ ਇਸ ਨੂੰ ਜਿਹੜਾ ਹੈਗਾ ਬਹੁਤ ਗਾਇਆ ਤੇ ਬਹੁਤ ਵਾਰੀ ਇਸ ਦਾ ਮੰਜਨ ਵੀ ਕੀਤੀ। ਮੈਨੂੰ ਫਖਰ ਇਸ ਤੇ। ਇਹ ਗੀਤ ਤਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ ਤੇ ਥੀਏਟਰ ਨੂੰ ਪਿਆਰ ਕਰਦੇ ਨੇ, ਖਾਸ ਕਰਕੇ ਇਸ ਕਿਸਮ ਦੇ ਥੀਏਟਰ ਨੂੰ ਪਿਆਰ ਕਰਦੇ ਨੇ, ਸਾਰਿਆਂ ਨੇ ਉਸ ਗੀਤ ਨੂੰ ਸੁਣਿਆ। ਤੇ ਅਸੀਂ ਹੁਣ ਚਾਹਾਂਗੇ ਕਿ ਉਹ ਗੀਤ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਆਓ ਅਸੀਂ ਚੱਲਦੇ ਹਾਂ ਉਸ ਗੀਤ ਵੱਲ।
ਬਹੁਤ ਸਾਰੇ ਰੰਗ ਕਰਮੀ ਇਸ ਗੀਤ ਨੂੰ ਤੁਹਾਡੇ ਕੋਲੋਂ ਸੁਣ ਰਹੇ ਸੀ ਔਰ ਮੈਨੂੰ ਲੱਗਦਾ ਕਿ ਬਹੁਤ ਸਾਰਿਆਂ ਨੂੰ ਉਹ ਦਿਨ ਯਾਦ ਆਏ ਹੋਣਗੇ ਜਦੋਂ ਉਹਨਾਂ ਨੇ ਇਸ ਗੀਤ ਨੂੰ ਮੰਚ ਦੇ ਉੱਤੇ ਪੇਸ਼ ਕੀਤਾ ਹੋਵੇਗਾ ਐਕਸ਼ਨ ਸੌਂਗ ਦੀ ਸ਼ਕਲ ਦੇ ਵਿੱਚ। ਉਹਨਾਂ ਦੇ ਡੌਲੇ ਹੁਣ ਵੀ ਫਰਕ ਰਹੇ ਹੋਣਗੇ ਇਸ ਗੀਤ ਨੂੰ ਦੁਬਾਰਾ ਸੁਣ ਕੇ। ਪਰ ਮੈਂ ਹੁਣ ਇੱਕ ਤੁਹਾਨੂੰ ਸਵਾਲ ਉਹ ਪੁੱਛਣਾ ਚਾਹੁੰਦਾ ਜਿਹੜਾ ਮੰਚ ਤੋਂ ਥੋੜਾ ਜਿਹਾ ਹਟ ਕੇ ਹੈ ਕਿ ਤੁਸੀਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆਪਣੀ ਜੌਬ ਵੀ ਕਰ ਰਹੇ ਸੀ, ਤੁਸੀਂ ਥੀਏਟਰ ਨਾਲ ਵੀ ਕੰਮ ਕਰ ਰਹੇ ਸੀ, ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵੀ ਗੱਲਾਂ ਕਰਦੇ ਸੀ। ਉਹ ਕਿਸ ਤਰ੍ਹਾਂ ਦੇ ਹਾਲਾਤ ਬਣੇ ਕਿ ਤੁਸੀਂ ਪ੍ਰਵਾਸ ਕਰਕੇ ਪਤਾਲ ਦੀ ਧਰਤੀ ਦੇ ਉੱਤੇ ਜਾਣਾ ਪਸੰਦ ਕੀਤਾ? ਕਿਉਂਕਿ ਬਿਲਕੁਲ ਧਰਤੀ ਦਾ ਦੂਜਾ ਪਾਸਾ ਆ ਜਾਂਦਾ ਅਮਰੀਕਾ। ਇਸੇ ਕਰਕੇ ਮੈਂ ਕੱਲ ਵੀ ਤੇ ਅੱਜ ਵੀ ਇਹਨੂੰ ਪਤਾਲ ਦੀ ਧਰਤੀ ਕਹਿ ਕੇ ਸੰਬੋਧਨ ਹੋ ਰਿਹਾ। ਇਹ ਪਤਾਲ ਦੀ ਧਰਤੀ ਤੇ ਜਾਣ ਦਾ ਪਿੱਛੇ ਕੀ ਕਹਾਣੀ ਹੋ ਸਕਦੀ ਹੈ ਉਹ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਉਹ ਹੋਇਆ ਇਸ ਤਰ੍ਹਾਂ ਸ਼ਿਵਦੀਪ ਜੀ ਬਈ, ਮੇਰੇ ਬ੍ਰਦਰ ਰੇਨੂ ਜੀ ਦੇ ਜਿਹੜੇ ਵੱਡੇ ਭਾਈ ਸਾਹਿਬ ਨੇ ਉਹ ਅਮਰੀਕਾ ਦੇ ਵਿੱਚ ਸੈਟਲ ਨੇ ਤੇ ਉਹਨਾਂ ਨੇ ਸਾਨੂੰ 1984 ਦੇ ਵਿੱਚ ਕਿਹਾ ਕਿ ਤੁਸੀਂ ਪਟੀਸ਼ਨ ਪਾ ਦਿਓ ਪਰਿਵਾਰ ਦੀ ਇੱਥੇ ਆਉਣ ਵਾਸਤੇ। ਤੇ ਅਸੀਂ ਕਿਹਾ ਅਸੀਂ ਨਹੀਂ ਆਉਣਾ ਕਿਉਂਕਿ ਸਾਡੀਆਂ ਜੌਬਸ ਬਹੁਤ ਅੱਛੀਆਂ ਨੇ। ਰੇਨੂ ਸਿੰਘ ਕਲਾਸ 1 ਅਫਸਰ ਸੀ ਪੰਜਾਬ ਗਵਰਨਮੈਂਟ ਡਿਸਟ੍ਰਿਕਟ ਵੈਲਫੇਅਰ ਆਫਿਸਰ। ਮੇਰੀ ਬੜੀ ਅੱਛੀ ਜੌਬ ਸੀਗੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ। ਹਾਂਜੀ, ਬੇਸ਼ੱਕ ਨਾ ਆਓ ਕੋਈ ਗੱਲ ਨਹੀਂ, ਲੋਕੀ ਤਾਂ ਲੱਖਾਂ ਰੁਪਏ ਦੇ ਕੇ ਆਉਂਦੇ ਨੇ, ਤੁਸੀਂ ਫਾਰਮ ਭਰ ਦਿਓ, ਦਿਲ ਕੀਤਾ ਤੇ ਆ ਜਾਣਾ ਨਹੀਂ ਤੇ ਨਾ ਆਉਣਾ। ਅਸੀਂ ਕਿਹਾ ਠੀਕ ਹੈ ਜੀ। ਤੇ 84 ਚ ਅਸੀਂ ਆਪਣਾ ਫਾਰਮ ਭਰ ਕੇ ਤੇ ਭੁੱਲ ਗਏ ਵੀ ਅਸੀਂ ਕੋਈ ਫਾਰਮ ਭਰਿਆ ਸੀਗਾ। ਠੀਕ ਹੈ ਤੁਹਾਨੂੰ ਭਰ ਕੇ ਭੇਜ ਦਿੰਦੇ ਹਾਂ ਪਰ ਅਸੀਂ ਆਉਣਾ ਨਹੀਂ ਹੈਗਾ। ਉਸ ਤੋਂ ਪਹਿਲਾਂ ਜਿਹੜਾ 1983 ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸੀਗਾ ਮੈਨੂੰ ਗੁਰਸ਼ਰਨ ਭਾਜੀ ਦੇ ਨਾਲ ਜਾ ਵਿਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸੀਗਾ ਕੈਨੇਡਾ ਦੇ ਵਿੱਚ ਅਸੀਂ 20 ਸ਼ੋਅ ਕੀਤੇ, 18 ਸ਼ੋਅ ਅਸੀਂ ਜਿਹੜੇ ਅਮਰੀਕਾ 'ਚ ਕੀਤੇ ਔਰ 17 ਸ਼ੋਅ ਅਸੀਂ ਇੰਗਲੈਂਡ ਦੇ ਵਿੱਚ ਕੀਤੇ 1983 ਦੇ ਵਿੱਚ। 1983 ਦੇ ਵਿੱਚ ਹੀ ਜਿਹੜਾ ਸੀ ਜੀ ਬਿਲਕੁਲ ਯਾਦ ਹੈ। ਗੁਰਸ਼ਨ ਦੀ ਗੈਲਰੀ ਦੀ ਸ਼ਕਲ ਦੇ ਉਹਨਾਂ ਦੇ ਵਿੱਚ ਤੁਹਾਡਾ ਉਹ ਅਸੀਂ ਦੋਨੋਂ ਬਿਲਕੁਲ ਨਹੀਂ ਸੀ ਜਾਣਾ ਚਾਹੁੰਦੇ, ਲੇਕਿਨ ਸਾਡੇ ਬੱਚੇ ਜਿਹੜੇ ਸੀਗੇ ਉਹ ਕਹਿਣ ਲੱਗੇ ਪਾਪਾ ਵੀ ਸਾਡੇ ਕਰਕੇ ਚਲੋ ਤੁਸੀਂ ਅਮਰੀਕਾ। ਮੈਂ ਉਹਨਾਂ ਨੂੰ ਬੜਾ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਬੇਟਾ ਸਾਡੀਆਂ ਜੌਬਸ ਇੱਥੇ ਬਹੁਤ ਅੱਛੀਆਂ ਨੇ, ਅਸੀਂ ਥੀਏਟਰ ਨਾਲ ਜੁੜੇ ਹੋਏ ਹਾਂ, ਆਪਣੇ ਰੰਗ ਕਰਮੀਆਂ ਨਾਲ ਜੁੜੇ ਹੋਏ ਹਾਂ, ਆਪਣੇ ਲੋਕਾਂ ਨਾਲ ਜੁੜੇ ਹੋਏ ਹਾਂ, ਉਹਨਾਂ ਨੂੰ ਛੱਡ ਕੇ ਕਿਸ ਤਰ੍ਹਾਂ ਜਾਈਏ ਅਸੀਂ। ਕਿਉਂਕਿ ਮੈਨੂੰ ਪਤਾ ਵਿਦੇਸ਼ਾਂ ਦੇ ਵਿੱਚ ਜਿਹੜਾ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ, ਕਿਉਂਕਿ ਅੱਜ ਦੇ ਨਾਲ ਮੇਰੇ 3 ਟੂਰ ਹੋ ਚੁੱਕੇ ਸੀ ਪਹਿਲਾਂ ਹੀ ਵਿਦੇਸ਼ਾਂ ਦੇ ਵਿੱਚ, ਤੇ ਮੈਨੂੰ ਪਤਾ ਸੀ ਵੀ ਇੱਥੋਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ। ਕਿਉਂਕਿ ਇੱਥੇ ਤੇ ਜਿਹੜਾ ਤੁਹਾਨੂੰ ਮਿਹਨਤ ਨਾਲ ਹੀ ਸਭ ਕੁਝ ਕਰਨਾ ਪੈਂਦਾ ਵਾ ਤੇ ਜ਼ੀਰੋ ਬਣ ਕੇ ਇੱਥੇ ਆਉਣਾ ਪਏਗਾ ਤੁਹਾਨੂੰ, ਕਿਉਂਕਿ ਨਾ ਕੋਈ ਸਾਡਾ ਤੇ ਰਿਸ਼ਤੇਦਾਰ ਹੋਰ। ਤੇ ਸੱਚੀ ਗੱਲ ਵੀ ਇੱਥੇ ਆਪਣਾ ਆਪ ਹੀ ਜਿਹੜਾ ਖੜਾ ਹੋਣਾ ਪੈਂਦਾ ਵਾ, ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਗਾ ਕਿ ਉਹ ਤੁਹਾਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾ ਸਕੇ। ਤੁਹਾਨੂੰ ਆਪਣੀ ਜਿਹੜੀ ਹੈ ਵਿਲ ਪਾਵਰ ਚਾਹੀਦੀ ਹੈਗੀ। ਪਰ ਬੱਚੇ ਕਹਿਣ ਲੱਗੇ ਵੀ ਪਾਪਾ ਸਾਡੇ ਫਿਊਚਰ ਦਾ ਸਵਾਲ ਹੈ, ਸਾਡੇ ਫਿਊਚਰ ਕਰਕੇ ਤੁਸੀਂ ਚੱਲੋ ਉੱਥੇ ਤੇ ਤੁਸੀਂ ਫਿਕਰ ਨਾ ਕਰੋ, ਅਸੀਂ ਜਿਹੜਾ ਹੈਗਾ ਵਾ ਉੱਥੇ ਜਾ ਕੇ ਤੁਹਾਡਾ ਪੂਰਾ ਸਾਥ ਦੇਵਾਂਗੇ। ਸ਼ਬਦੀਪ ਜੀ ਮੈਂ ਫਖਰ ਨਾਲ ਇਹ ਕਹਾਂਗਾ ਕਿ ਇੱਥੇ ਅਸੀਂ ਜ਼ੀਰੋ ਬਣ ਕੇ ਆਏ, ਕੋਈ ਸਾਡੇ ਕੋਲ ਪੈਸਾ ਨਹੀਂ ਸੀਗਾ, ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਇੰਡੀਅਨ ਮਨੀ ਦੀ ਕੋਈ ਵੈਲਿਊ ਨਹੀਂ ਹੈ ਅਮਰੀਕਾ ਦੇ ਵਿੱਚ ਡਾਲਰ ਦੇ ਬਰਾਬਰ। ਸੋ ਇੱਥੇ ਆ ਕੇ ਸਭ ਤੋਂ ਪਹਿਲਾਂ ਮਜ਼ਦੂਰੀ ਕੀਤੀ ਅਸੀਂ, ਮੇਰੇ ਬੱਚਿਆਂ ਨੇ ਰੈਸਟੋਰੈਂਟਾਂ ਵਿੱਚ ਭਾਂਡੇ ਵੀ ਮਾਂਜੇ, ਸਕੂਲਾਂ 'ਚ ਪੜ੍ਹਦੇ ਰਹੇ, ਨਾਲ ਪੜ੍ਹਾਈਆਂ ਕੀਤੀਆਂ। ਤੇ ਉਹ ਹੋਇਆ ਇਸ ਤਰ੍ਹਾਂ ਵੀ ਮੇਰੀ ਬੱਚੀ ਜਿਹੜੀ ਹੈਗੀ ਹੈ ਉਹ ਜਿਹੜੀ ਯੂਨੀਵਰਸਿਟੀ ਦੇ ਵਿੱਚ ਉਹਨੇ ਜਿਹੜੀ ਲਾਸ ਐਂਜਲਸ ਜਾ ਕੇ ਉਸਨੇ ਆਪਣੀ ਪੜ੍ਹਾਈ ਕੀਤੀ, ਕਾਰਪੋਰੇਟ ਦੋ ਗੋਰਾ ਕੰਮ ਕਰਦਾ। ਤੇ ਇੱਥੇ ਨੂੰ 2000
ਗਿਆ, ਪੀਜ਼ਾ ਪੂਰਾ ਪੜਾਇਆ। ਮੈਂ ਇਹ ਵੀ ਸਾਰੇ ਆਪਣੇ ਰੰਗ ਕਰਮੀਆਂ ਨੂੰ ਦੱਸਣਾ ਚਾਹਾਂਗਾ ਕਿ ਜੋ ਸਹੂਲਤਾਂ ਅਮਰੀਕਾ ਦੇ ਵਿੱਚ ਨੇ, ਤੁਸੀਂ ਜੋ ਵੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੋ, ਇਹ ਤੁਹਾਨੂੰ ਪੂਰਾ ਮੌਕਾ ਦੇਵੇਗਾ, ਪੂਰੀ ਅਪਰਚੁਨਿਟੀ ਮਿਲੇਗੀ। ਕੋਈ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ, ਤੁਹਾਡੀ ਆਪਣੀ ਮਿਹਨਤ ਕਾਬਲੀਅਤ ਜਿਹੜੀ ਹੈ ਉਹ ਤੁਹਾਡਾ ਸਾਥ ਦੇਗੀ, ਜਿਹੜੀ ਕਿ ਹਿੰਦੁਸਤਾਨ ਦੇ ਵਿੱਚ ਪੋਸੀਬਲ ਹੀ ਨਹੀਂ, ਕਿਉਂਕਿ ਉੱਥੇ ਵੱਧ ਤੋਂ ਵੱਧ ਮੇਰੇ ਬੱਚੇ ਜਿਹੜਾ ਸੀਗਾ ਕੀ ਬਣ ਜਾਂਦੇ। ਹੁਣ ਮੇਰਾ ਬੇਟਾ ਇਸ ਵੇਲੇ ਕਮਰਸ਼ੀਅਲ ਪਾਇਲਟ ਹੈ ਅਮਰੀਕਾ ਦੇ ਵਿੱਚ, ਉਹ ਦੋਨੋਂ ਬੱਚੇ ਬਹੁਤ ਸੈਟਲ ਹੈ। 2016 ਦੇ ਵਿੱਚ ਜਦੋਂ ਮੇਰੇ ਬੇਟੇ ਨੂੰ ਕਮਰਸ਼ੀਅਲ ਲਾਇਸੈਂਸ ਮਿਲਿਆ ਪਾਇਲਟ ਦਾ, ਤਾਂ ਉਸਨੇ ਕਿਹਾ ਕਿ ਮੰਮੀ ਪਾਪਾ ਅੱਜ ਤੋਂ ਇਹ ਬਿਜ਼ਨਸ ਬੰਦ ਕਰੋ, ਤੁਸੀਂ ਹੁਣ ਬਿਲਕੁਲ ਕੋਈ ਕੰਮ ਨਹੀਂ ਕਰਨਾ, ਹੁਣ ਸਾਰੀ ਜ਼ਿੰਮੇਵਾਰੀ ਮੇਰੀ ਆਪਣੀ ਹੈ, ਮੈਂ ਸਾਰੀ ਤੁਹਾਡੀ ਟੇਕ ਕੇਅਰ ਕਰਾਂਗਾ ਘਰ ਦੀ। ਹੁਣ ਤੁਸੀਂ ਜ਼ਿੰਦਗੀ ਵਿੱਚ ਸਾਡੇ ਕਰਕੇ ਜੋ ਨਹੀਂ ਕਰ ਸਕੇ ਉਹ ਕਰੋ, ਰੰਗ ਕਰਮੀਆਂ ਦੇ ਵਿੱਚ ਜਾਓ, ਲੋਕਾਂ ਨੂੰ ਸੁਨੇਹਾ ਦਿਓ, ਜਿਹੜਾ ਭਾਜੀ ਦਾ ਰਹਿ ਗਿਆ ਮੈਸੇਜ ਹੈ ਉਹ ਪਿੰਡ ਪਿੰਡ ਜਾ ਕੇ, ਸ਼ਹਿਰ ਸ਼ਹਿਰ ਜਾ ਕੇ, ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਪੂਰਾ ਕਰੋ। ਉਸ ਦਾ ਸਾਰਾ ਖਰਚ ਮੈਂ ਕਰਾਂਗਾ। ਤੁਸੀਂ ਸੱਚ ਮੰਨਿਓ ਕਿ ਜਿੱਥੇ ਜਿੱਥੇ ਵੀ ਅਸੀਂ ਜਾਂਦੇ ਹਾਂ ਉਸ ਦਾ ਸਾਰਾ ਖਰਚ ਮੇਰਾ ਬੇਟਾ ਕਰਦਾ। ਮੈਂ ਵੈਸੇ ਸਵਾਲ ਕਰਨ ਹੀ ਵਾਲਾ ਸੀ ਕਿ ਤੁਸੀਂ ਬੱਚਿਆਂ ਦੀ ਇੱਛਾ ਲਈ ਇਸ ਮੁਲਕ ਦੇ ਵਿੱਚ ਆ ਗਏ, ਅਮਰੀਕਾ ਦੇ ਵਿੱਚ, ਤੇ ਹੁਣ ਇਸ ਮੁਲਕ ਦੇ ਵਿੱਚ ਰਹਿੰਦੇ ਹੋਏ ਤੁਸੀਂ ਆਪਣੇ ਆਪ ਨੂੰ ਦੁਬਾਰਾ ਕਿਵੇਂ ਇਸ ਕਲਾ ਦੇ ਨਾਲ ਜੋੜਿਆ? ਮੈਂ ਇਹ ਸਵਾਲ ਕਰਨ ਹੀ ਵਾਲਾ ਸੀ, ਪਰ ਤੁਸੀਂ ਇਹਦਾ ਇੱਕ ਹੱਦ ਤੱਕ ਜਵਾਬ ਦੇ ਦਿੱਤਾ। ਔਰ ਹੋਰ ਵੀ ਮੈਨੂੰ ਬਹੁਤ ਚੰਗੀ ਗੱਲ ਇਹ ਲੱਗੀ ਕਿ ਆਮ ਤੌਰ ਦੇ ਉੱਤੇ ਸਾਡੇ ਲੋਕ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿਹੜੀਆਂ ਦੁੱਖ ਤਕਲੀਫਾਂ ਚੱਲਦੇ ਨੇ ਉਹਨਾਂ ਦਾ ਉਹ ਆਮ ਤੌਰ ਦੇ ਉੱਤੇ ਜ਼ਿਕਰ ਕਰਨ ਤੋਂ ਤਰੈਕਦੇ ਨੇ, ਜਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਜੇ ਲੋਕਾਂ ਦੇ ਸਾਹਮਣੇ ਜਾ ਕੇ ਇਹਨਾਂ ਗੱਲਾਂ ਦਾ ਜ਼ਿਕਰ ਕਰਾਂਗੇ ਤੇ ਉਹ ਪਤਾ ਨਹੀਂ ਸਾਡੇ ਬਾਰੇ ਕੀ ਫੀਲ ਕਰਨਗੇ। ਤੁਸੀਂ ਬਹੁਤ ਇਮਾਨਦਾਰੀ ਦੇ ਨਾਲ ਉਹ ਗੱਲ ਵੀ ਦੱਸੀ ਜੋ ਕੁਝ ਤੁਸੀਂ ਇੱਥੇ ਕਰਦੇ ਰਹੇ, ਔਰ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਸੈਟਲ ਕੀਤਾ। ਤੇ ਇੱਕ ਸਵਾਲ ਮੈਂ ਤੁਹਾਨੂੰ ਹੁਣ ਇਹ ਜ਼ਰੂਰ ਕਰਨਾ ਚਾਹੁੰਦਾ ਕਿ ਜਦੋਂ ਫਿਰ ਬੱਚਿਆਂ ਨੇ ਤੁਹਾਨੂੰ ਆਜ਼ਾਦ ਕਰ ਦਿੱਤਾ, ਫਿਰ ਆਪਣੀ ਉਸ ਪੁਰਾਣੀ ਦੁਨੀਆ ਦੇ ਨਾਲ ਜੁੜਨ ਦੇ ਲਈ, ਤੇ ਤੁਸੀਂ ਪਹਿਲੀ ਵਾਰ ਤੇ ਕਿਸ ਤਰੀਕੇ ਦੇ ਨਾਲ ਇਸ ਦੁਨੀਆ ਦੇ ਵਿੱਚ ਦੁਬਾਰਾ ਆਪਣੇ ਕਦਮ ਰੱਖਣੇ ਸ਼ੁਰੂ ਕੀਤੇ? ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਬੇਸ਼ੱਕ ਅਸੀਂ ਮਜ਼ਦੂਰੀਆਂ ਕਰਦੇ ਰਹੇ, ਬਿਜ਼ਨਸ ਆਪਣੇ ਮਾਲਕ ਵੀ ਰਹੇ, ਪਰ ਆਪਣੀ ਕਲਾ ਨਾਲ ਨਹੀਂ ਟੁੱਟੇ। ਬਿਜ਼ਨਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸੰਨ 1999 ਦੇ ਵਿੱਚ ਜਿਹੜਾ ਸੀਗਾ, ਜਦੋਂ ਅਸੀਂ ਕੈਲੀਫੋਰਨੀਆ ਸ਼ਿਫਟ ਕੀਤੇ ਮਿਨੀਆਪੋਲਿਸ ਤੋਂ, ਤਾਂ ਇੱਥੇ ਜਦੋਂ ਅਸੀਂ ਆਪਣਾ ਘਰ ਖਰੀਦਿਆ ਤਾਂ ਉਸ ਦੇ ਵਿੱਚ ਸਾਹਮਣੇ ਸਾਡੇ ਘਰ ਦੇ ਇੱਕ ਬਲਬੀਰ ਸਿੰਘ ਕਾਮਰੇਡ ਰਹਿੰਦੇ ਸੀਗੇ। ਉਹਨਾਂ ਦੇ ਕੋਲ ਮਿਲਣ ਵਾਸਤੇ ਫਰੀਦਨੋਂ ਤੋਂ ਕਈ ਕਾਮਰੇਡ ਆਏ ਜਿਹੜੇ ਕਿ ਉੱਥੇ ਗਦਰੀ ਬਾਬਾ ਦੀ ਸੰਸਥਾ ਚਲਾਉਂਦੇ ਸੀ। ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਗੁਰਸ਼ਨ ਭਾਜੀ ਦੇ ਕਲਾਕਾਰ ਇੱਥੇ ਆਏ ਨੇ, ਤਾਂ ਬਿਲਕੁਲ ਸਾਹਮਣਾ ਘਰ ਸਾਡਾ ਉਹਨਾਂ ਦੇ ਸੀਗੇ। ਉਹ ਸਾਰੇ 10 ਬੰਦੇ ਜਿਹੜੇ ਸਾਡੇ ਘਰ 'ਚ ਆਏ, ਹੱਥ ਜੋੜ ਕੇ ਖੜੇ ਹੋ ਗਏ ਕਿ ਪਰਮਜੀਤ ਜੀ, ਭਾਜੀ ਦਾ ਬੂਟਾ ਇੱਥੇ ਵੀ ਲਾਓ, ਕਿਉਂਕਿ ਅਸੀਂ ਮੇਲਾ ਸ਼ੁਰੂ ਕੀਤਾ ਵਾ 1999 ਦੇ ਵਿੱਚ ਗਦਰੀ ਬਾਬਾ ਦੇ। ਉਹਦੇ ਵਿੱਚ ਸਿਰਫ ਅਸੀਂ ਭੰਗੜੇ ਕਿੱਦਾਂ ਹੀ ਕਰਵਾਉਂਦੇ ਹਾਂ, ਵੀ ਕੈਸਟਾਂ ਲਾ ਦਿੱਤੀਆਂ, ਲੋਕ ਨੱਚ ਕੇ ਤੇ ਸਪੀਚਾਂ ਦੇ ਕੇ ਚਲੇ ਜਾਂਦੇ। ਹੁਣ ਤੁਸੀਂ ਨਾਟਕਾਂ ਦਾ ਕੰਮ ਇੱਥੇ ਸ਼ੁਰੂ ਕਰੋ। ਸੋ 1999 ਤੋਂ ਜਿਹੜਾ ਹੈਗਾ ਸੀ, ਅਸੀਂ ਫਿਰ ਜਿਹੜੇ ਆ ਨਾਟਕਾਂ ਜਿਹੜੇ ਹੈਗੇ ਗਦਰੀ ਬਾਬਿਆਂ ਦੇ ਵਿੱਚ ਹੁਣ ਤੱਕ ਕਰਦੇ ਆ ਰਹੇ ਹੈਗੇ ਆ। ਭਾਵੇਂ ਸਾਡਾ ਪੀਜ਼ਾ ਬਿਜ਼ਨਸ ਸੀਗਾ, ਅਸੀਂ ਕੀ ਕਰਨਾ ਕਿ ਜਿਹੜੇ ਸਾਡੇ ਕਲਾਕਾਰ ਸੀਗੇ ਆਪਣੇ ਪੰਜਾਬੀ, ਕਿਉਂਕਿ ਸਭ ਪੇਰੈਂਟਸ ਜਿਹੜੇ ਚਾਹੁੰਦੇ ਨੇ ਕਿ ਬੱਚੇ ਜਿਹੜੇ ਹੈਗੇ ਨੇ, ਅੰਗਰੇਜ਼ੀ ਤਾਂ ਉਹਨਾਂ ਨੂੰ ਆ ਹੀ ਜਾਏਗੀ, ਲੇਕਿਨ ਆਪਣੀ ਜਿਹੜੀ ਇਹ ਸਭਿਅਤਾ ਦੇ ਨਾਲ, ਆਪਣੀ ਮਾਂ ਬੋਲੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਤਾਂ ਉਹਨਾਂ ਨੂੰ ਇਹ ਵਿਧੀ ਬਹੁਤ ਵਧੀਆ ਲੱਗੀ। ਸੋ ਅਸੀਂ ਜਿਹੜਾ ਰੇਨੂ ਸਿੰਘ ਨੇ ਕੀ ਕਰਨਾ ਕਿ ਫੋਨ ਦੇ ਉੱਪਰ ਉਹਨਾਂ ਨੂੰ ਜਿਹੜੇ ਸੀਗੇ ਸਕ੍ਰਿਪਟ ਵਗੈਰਾ ਭੇਜ ਕੇ ਉਹਨਾਂ ਨੂੰ ਜਿਹੜੀਆਂ ਪਹੁੰਚਾ ਕੇ ਫੋਨ ਦੇ ਉੱਪਰ ਰਿਹਰਸਲਾਂ ਕਰਾਉਣੀਆਂ। ਰਾਤ ਨੂੰ 9 ਵਜੇ ਪੀਜ਼ਾ ਬੰਦ ਕਰਨਾ ਤੇ ਘਰਾਂ ਘਰਾਂ 'ਚ ਜਾ ਕੇ ਉਹਨਾਂ ਦੀਆਂ ਰਿਹਰਸਲਾਂ ਕਰਨੀਆਂ। 12 ਵਜੇ ਘਰ ਜਾਣਾ, ਸਵੇਰੇ 8 ਵਜੇ ਫਿਰ ਬਿਜ਼ਨਸ ਤੇ ਜਾਣਾ। ਤੇ ਸ਼ਨੀ ਐਤਵਾਰ ਜਦੋਂ ਹੁੰਦਾ ਸੀਗਾ, ਉਦੋਂ ਵੀਕਐਂਡ ਤੇ ਛੁੱਟੀ ਹੁੰਦੀ ਹੈ, ਤੇ ਉਹਦੇ ਵਿੱਚ ਅਸੀਂ 2 ਘੰਟੇ ਆਪਣਾ ਬਿਜ਼ਨਸ ਬੰਦ ਕਰਕੇ ਇੱਕ ਘਰ 'ਚ ਇਕੱਠੇ ਹੋ ਕੇ ਉਹਨਾਂ ਦੀਆਂ ਰਿਹਰਸਲਾਂ ਕਰਾਉਣੀਆਂ। ਤਾਂ ਇਸ ਤਰ੍ਹਾਂ ਸਾਡਾ ਜਿਹੜਾ ਕੰਮ ਸੀਗਾ ਉਹ ਕਦੀ ਵੀ ਬੰਦ ਨਹੀਂ ਹੋਇਆ। 1999 ਤੋਂ ਹੀ ਅਸੀਂ ਜਿਹੜਾ ਵਾ ਫਿਰ ਇਹ ਕੰਮ ਸ਼ੁਰੂ ਕਰ ਨਾਲ ਆਪਣੇ ਬੱਚਿਆਂ ਨੂੰ ਨਾਲ ਉਹ ਵੀ ਨਾਲ ਸਾਡੇ ਸੰਦੇਸ਼ ਦੇ। ਤੁਸੀਂ ਬਹੁਤ ਦਿਲਚਸਪ ਗੱਲ ਸਾਨੂੰ ਦੱਸੀ, ਪਰ ਮੈਂ ਇਸ ਦਿਲਚਸਪ ਗੱਲ ਦੇ ਨਾਲ ਇੱਕ ਹੋਰ ਦਿਲਚਸਪ ਗੱਲ ਜਲੰਧਰ ਵਾਲੀ ਵੀ ਜੋੜ ਲੈਣਾ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਮੇਲਾ ਗਦਰੀ ਬਾਬਿਆਂ ਦਾ
ਕਰਨਾ ਸ਼ੁਰੂ ਕੀਤਾ ਗਿਆ ਸੀ। ਉਹਨਾਂ ਦਿਨਾਂ ਦੇ ਵਿੱਚ ਲੁਧਿਆਣਾ 'ਚ ਇੱਕ ਬਹੁਤ ਵੱਡਾ ਮੇਲਾ ਲੱਗਦਾ ਸੀ, ਸਾਡੇ ਬਹੁਤ ਵੱਡੇ ਪ੍ਰਗਤੀਸ਼ੀਲ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ। ਔਰ ਆਮ ਤੌਰ ਤੇ ਉਸ ਮੇਲੇ ਦੇ ਵਿੱਚ ਸਾਡੀ ਉਹ ਪਾਪੂਲਰ ਸਿੰਗਿੰਗ ਵਾਲੀ ਜਿਹੜੀ ਗਾਇਕ ਨੇ ਉਹੀ ਗਾਇਆ ਕਰਦੇ ਸੀ। ਬਹੁਤ ਥੋੜੇ ਸਿੰਗਰ ਸਨ, ਉਹਨਾਂ 'ਚ ਮੁਹੰਮਦ ਸਦੀਕ ਸਾਹਿਬ ਦਾ ਮੈਂ ਨਾਂ ਲੈ ਸਕਦਾ, ਜਿਨ੍ਹਾਂ ਨੇ ਮੋਹਨ ਸਿੰਘ ਦੀਆਂ ਰਚਨਾਵਾਂ ਨੂੰ ਵੀ ਗਾਇਆ ਸੀ। ਨਹੀਂ ਤਾਂ ਜੋ ਆਮ ਤੌਰ ਤੇ ਸਾਡੇ ਸਪੀਕਰਾਂ 'ਚ ਵੱਜਦਾ ਸੀ ਉਹੀ ਉਹਨਾਂ ਉਸ ਮੇਲੇ ਦੇ ਵਿੱਚ ਚੱਲਦਾ ਸੀ। ਔਰ ਇਸ ਮੇਲੇ ਨੂੰ ਇਸ ਗੱਲ ਸੋਚ ਕੇ ਵੀ ਕਨਸੀਵ ਕੀਤਾ ਗਿਆ ਸੀ ਕਿ ਸਾਡਾ ਮੇਲਾ ਜਦੋਂ ਲੱਗੇਗਾ, ਮੇਲਾ ਗਦਰੀ ਬਾਬਿਆਂ ਦਾ, ਤਾਂ ਉਸ ਮੇਲੇ ਦੇ ਵਿੱਚ ਗਦਰੀਆਂ ਦੀ ਯਾਦ ਹਮੇਸ਼ਾ ਹਾਜ਼ਰ ਰਹੇਗੀ। ਤੇ ਮੈਨੂੰ ਇਹ ਗੱਲ ਸੁਣ ਕੇ ਬਹੁਤ ਚੰਗਾ ਲੱਗਿਆ ਕਿ ਜਦੋਂ ਬਾਬਿਆਂ ਦਾ ਮੇਲਾ ਤੁਹਾਡੀ ਧਰਤੀ ਦੇ ਉੱਤੇ ਲੱਗਿਆ, ਬਲਕਿ ਮੈਂ ਇਹ ਕਹਾਂਗਾ ਕਿ ਬਾਬਿਆਂ ਦੀ ਉਸ ਧਰਤੀ ਦੇ ਉੱਤੇ ਲੱਗਿਆ ਜਿਹੜੀ ਧਰਤੀ ਦੇ ਉੱਤੇ ਉਹਨਾਂ ਨੇ ਪਹਿਲੀ ਵਾਰ ਸੁਪਨਾ ਲਿਆ ਸੀ ਆਪਣੇ ਮੁਲਕ ਨੂੰ ਆਜ਼ਾਦ ਕਰਵਾਉਣ ਦਾ, ਔਰ ਉਸ ਤੋਂ ਵੀ ਅੱਗੇ ਆਪਣੇ ਮੁਲਕ ਨੂੰ ਬਿਲਕੁਲ ਇੱਕ ਬਿਹਤਰ ਮੁਲਕ ਬਣਾਉਣ ਦਾ, ਇੱਕ ਤਰ੍ਹਾਂ ਦਾ ਐਸਾ ਮੁਲਕ ਬਣਾਉਣ ਦਾ ਜਿਸ ਮੁਲਕ ਦੇ ਅੰਦਰ ਇਹ ਲੋਕ ਖੁਸ਼ੀ ਨਾਲ ਜੀਵਨ ਜੀ ਸਕਣ। ਤੇ ਤੁਸੀਂ ਦੁਬਾਰਾ ਉੱਥੋਂ ਵਾਲੇ ਮੇਲੇ ਨੂੰ ਵੀ ਉਸ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ। ਤੇ ਜਦੋਂ ਅਸੀਂ ਉਸ ਰੰਗ ਦੇ ਵਿੱਚ ਉਸ ਮੇਲੇ ਨੂੰ ਰੰਗਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮੇਰਾ ਖਿਆਲ ਹੈ ਕਿ ਸਾਡੇ ਸਾਹਮਣੇ ਸੰਤ ਰਾਮ ਉਦਾਸੀ ਦਾ ਚਿਹਰਾ ਜ਼ਰੂਰ ਆ ਜਾਂਦਾ। ਸੰਤ ਰਾਮ ਉਦਾਸੀ ਜਿਨ੍ਹਾਂ ਗਰੀਬਾਂ ਦੇ ਘਰਾਂ ਦੇ ਵਿੱਚ ਜਨਮ ਲਿਆ ਤੇ ਸਾਰੀ ਉਮਰ ਉਹ ਗਰੀਬਾਂ ਦੀ ਮੁਕਤੀ ਲਈ ਲੜਦੇ ਰਹੇ, ਤੇ ਉਹਨਾਂ ਦਾ ਇੱਕ ਬਹੁਤ ਗੀਤ ਪਾਪੂਲਰ ਹੈ, ਬਿਲਕੁਲ ਉਦਾਂ ਹੀ ਪਾਪੂਲਰ ਗੀਤ ਹੈ ਔਰ ਇਨਕਲਾਬੀ ਲੋਕਾਂ ਦੀ ਚੇਤਨਾ ਦੇ ਅੰਦਰ ਉਹ ਸਮੋਇਆ ਹੋਇਆ ਗੀਤ ਹੈ, ਮਗਦਾ ਰੀਵੇ ਸੂਰਜਾ ਕੰਮੀਆਂ ਦੇ ਵਿਹੜੇ। ਤੇ ਮੈਂ ਚਾਹਾਂਗਾ ਕਿ ਅੱਜ ਅਸੀਂ ਉਹ ਗੀਤ ਵੀ ਜ਼ਰੂਰ ਤੁਹਾਡਾ ਆਪਣੇ ਦੋਸਤਾਂ ਨਾਲ
ਕੰਮੀਆਂ ਦੇ ਵਿਹੜਿਆਂ ਦਾ ਗੀਤ ਤੁਸੀਂ ਸੁਣਿਆ, ਉਹੀ ਗੀਤ ਜਿਹੜਾ ਗੀਤ ਇਹ ਸੁਪਨਾ ਲੈਂਦਾ ਕਿ ਕੰਮੀਆਂ ਦੇ ਵਿਹੜਿਆਂ 'ਚ ਵੀ ਕਦੇ ਕੋਈ ਸੂਰਜ ਚੜੇਗਾ ਕਦੇ ਨਾ ਕਦੇ, ਅੱਜ ਨਹੀਂ ਤਾਂ ਕੱਲ ਨਹੀਂ ਤਾਂ ਪਰਸੋਂ, ਕਿਉਂਕਿ ਹਨੇਰਾ ਮਨੁੱਖ ਕਦੇ ਵੀ ਬਰਦਾਸ਼ਤ ਨਹੀਂ ਕਰਦਾ ਔਰ ਕਦੇ ਨਾ ਕਦੇ ਉਸ ਹਨੇਰੇ ਦੇ ਖਿਲਾਫ ਹਮੇਸ਼ਾ ਲੜਦਾ। ਅਸੀਂ ਜਦੋਂ ਸ਼ੁਰੂਆਤ ਕੀਤੀ ਅੱਜ ਦੇ ਪ੍ਰੋਗਰਾਮ ਦੀ ਤਾਂ ਅਸੀਂ ਛੱਟਾ ਚਾਨਣਾ ਦਾ ਦੇਈ ਜਾਣਾ ਤੋਂ ਕੀਤੀ, ਮਸ਼ਾਲਾਂ ਬਾਲ ਕੇ ਚੱਲਣ ਦੀ ਗੱਲ ਕੀਤੀ ਤੇ ਆਖਰ ਦੇ ਵਿੱਚ ਅਸੀਂ ਮਗਦੇ ਹੋਏ ਸੂਰਜ ਦੀ ਗੱਲ ਕੀਤੀ। ਤੇ ਮੈਂ ਤੁਹਾਡੇ ਨਾਲ ਵਜਾਉਂਦੇ ਹੋਏ ਹੈਰਾਨ ਵੀ ਹੋ ਰਹੇ ਸਨ। ਹੁਣ ਮੈਂ ਉਹਨਾਂ ਦੋਸਤਾਂ ਨੂੰ ਥੋੜਾ ਜਿਹਾ ਹੋਰ ਹੈਰਾਨ ਤੇ ਖੁਸ਼ ਕਰਨਾ ਚਾਹਾਂਗਾ, ਕਿਉਂਕਿ ਭਾਬੀ ਜੀ ਤਬਲੇ ਤੋਂ ਬਿਨਾ ਸਾਡੇ ਇੱਕ ਹੋਰ ਪਾਪੂਲਰ ਸਾਜ਼ ਨੂੰ ਵੀ ਤੁਹਾਡੇ ਨਾਲ ਵਜਾ ਕੇ ਸਾਂਝਾ ਕਰ ਸਕਦੇ ਨੇ ਔਰ ਮੈਂ ਚਾਹਾਂਗਾ ਕਿ ਉਹ ਸਾਜ਼ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ। ਭਾਬੀ ਜੀ ਉਸ ਸਾਜ਼ ਨੂੰ ਜਦੋਂ ਤੁਸੀਂ ਦੇਖੋਗੇ ਵੱਜਦਾ ਆਪ ਹੀ ਪਛਾਣ ਜਾਓਗੇ, ਕਿਉਂਕਿ ਕੌਣ ਹੈ ਜਿਹੜਾ ਉਸ ਸਾਜ਼ ਨੂੰ ਪਛਾਣ ਨਹੀਂ ਸਕਦਾ। ਆਓ ਭਾਬੀ ਜੀ ਸਾਡੇ ਨਾਲ ਤੁਸੀਂ ਇੱਕ ਹੋਰ ਰੰਗ ਵੀ ਆਪਣਾ ਸਾਂਝਾ ਕਰੋ। ਸਦਕੇ ਭਾਬੀ ਜੀ ਤੁਸੀਂ ਸੱਚਮੁੱਚ ਇਹ ਕਮਾਲ ਕੀਤਾ। ਹੋਰ ਵੀ ਖੁਸ਼ ਹੋਏ ਹੋਣਗੇ ਦੋਸਤ ਜਿਨ੍ਹਾਂ ਨੇ ਤੁਹਾਡਾ ਢੋਲ ਵੀ ਵੱਜਦਾ ਦੇਖਿਆ। ਔਰ ਹੁਣ ਅਸੀਂ ਬਿਲਕੁਲ ਪ੍ਰੋਗਰਾਮ ਦੇ ਆਖਰੀ ਪੜਾਅ ਤੇ ਆ ਗਏ ਹਾਂ। ਤੁਹਾਡੇ ਕੋਲੋਂ ਵੀ ਵਿਦਾ ਲਵਾਂਗੇ। ਜੇ ਅਸੀਂ ਇੰਡੀਆ ਦੇ ਹਿਸਾਬ ਨਾਲ ਦੇਖੀਏ ਤਾਂ ਕਾਫੀ ਰਾਤ ਵੀ ਗਹਿਰੀ ਹੋ ਚੁੱਕੀ ਹੈ ਔਰ ਬਹੁਤ ਲੋਕ ਜਿਹੜੇ ਨੇ ਉਹ ਸੁੱਤੇ ਹੋਣਗੇ, ਪਰ ਜਿਹੜੇ ਸਾਨੂੰ ਪਿਆਰ ਕਰਦੇ ਨੇ ਉਹ ਸਾਡੇ ਨਾਲ ਹਾਲੇ ਵੀ ਜਾਗ ਰਹੇ ਨੇ। ਤੇ ਮੈਂ ਆਖਰ ਦੇ ਵਿੱਚ ਤੁਹਾਡੇ ਨਾਲ ਇਹੀ ਸੂਚਨਾ ਸਾਂਝੀ ਕਰਾਂਗਾ ਕਿ ਇਹ 20 ਮੰਚ ਜਿਹੜਾ ਅੱਜ 36 ਦਿਨ ਪੂਰੇ ਕਰ ਚੁੱਕਾ, ਕੱਲ ਜਦੋਂ ਇਸ ਦੇ 37 ਦਿਨ ਪੂਰੇ ਹੋਣਗੇ ਤਾਂ ਉਸ ਦਿਨ ਸਾਡੇ ਨਾਲ ਇੱਕ ਵਾਰ ਫਿਰ ਪਾਕਿਸਤਾਨ ਦੇ ਬਹੁਤ ਵੱਡੇ ਨਾਟਕਕਾਰ ਜਿਨ੍ਹਾਂ ਦਾ ਬੁੱਲਾ ਨਾਟਕ ਜਿਹਦਾ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਉਹ ਤੁਹਾਡੇ ਨਾਲ ਆਪਣੇ ਸੁਨਹਿਰੀ ਬੋਲ ਸਾਂਝੇ ਕਰਨ ਲਈ ਹਾਜ਼ਰ ਹੋਣਗੇ ਠੀਕ 8 ਵਜੇ। ਜਿਹੜਾ ਸਾਡਾ ਇਸ 20 ਮੰਚ ਦਾ ਡੇਲੀ ਦਾ ਪ੍ਰੋਗਰਾਮ ਆ, ਉਸ ਪ੍ਰੋਗਰਾਮ ਦੇ ਵਿੱਚ। ਤੇ ਕੱਲ ਸਾਡੇ ਕੋਲ ਹਾਜ਼ਰ ਹੋਣਗੇ ਬੀਬੀ ਪਰਮਜੀਤ ਦਿਓਲ ਜੀ। ਅਸੀਂ ਉਹਨਾਂ ਨਾਲ ਕੁਝ ਗੱਲਾਂ ਕਰਾਂਗੇ ਤੇ ਸੰਚਾਲਨ ਦੀ ਜ਼ਿੰਮੇਵਾਰੀ ਮੇਰੀ ਥਾਂ ਦੇ ਉੱਤੇ ਇੰਦਰਜੀਤ ਕੌਰ ਗੋਲਡੀ ਸਾਡੀ ਡਾਕਟਰ ਸਾਹਿਬਾ ਉਹ ਨਿਭਾਉਣਗੇ। ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਦੇ ਹੋਏ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਕੱਲ ਠੀਕ 8 ਵਜੇ ਤੁਸੀਂ ਫੇਰ ਹਾਜ਼ਰ ਹੋਣਾ। ਅਸੀਂ ਤੇ ਹਾਜ਼ਰ ਹੋ ਹੀ ਰਹੇ ਹਾਂ ਜਿੰਨੇ ਦਿਨ ਤੁਹਾਡਾ ਸਹਿਯੋਗ ਮਿਲ ਰਿਹਾ। ਬਹੁਤ ਬਹੁਤ ਤੁਹਾਡਾ ਧੰਨਵਾਦ।
ਇੱਕ ਵਾਰ ਫਿਰ ਮਿਲਦੇ ਹਾਂ ਕੱਲ 8 ਵਜੇ ਸ਼ਾਹਿਦ ਨਦੀਮ ਜੀ ਦੇ ਸੁਨਹਿਰੀ ਬੋਲਾਂ ਨਾਲ, ਤੇ ਉਸ ਤੋਂ ਅੱਗੇ ਕੱਲ ਦਾ ਪ੍ਰੋਗਰਾਮ ਜਿਵੇਂ ਚੱਲੇਗਾ ਤੁਹਾਨੂੰ ਪਤਾ ਹੀ ਹੈ ਟੋਟਲ ਰੂਟੀਨ ਦਾ। ਅੱਜ ਦੇ ਲਈ ਇੱਥੇ ਹੀ